हाँ जी, वाहिगुरू जी का खालसा वाहिगुरू जी की फतेह। जिस तरह कि आप जी ਨੂੰ ਪਤਾ ਹੀ ਹੈ ਕਿ ਪਿਛਲੇ ਵੀਕ ਤੋਂ ਇੱਕ ਅਸੀਂ ਨਵਾਂ ਐਪੀਸੋਡ ਚਾਲੂ ਕੀਤਾ ਸੀ ਜਿਸ ਦਾ ਨਾਂ ਸਿੱਖ ਮਤ ਸੀ ਕਿ ਅਸੀਂ ਪਿਛਲੇ ਹਫਤੇ ਅਨਾਉਂਸਮੈਂਟ ਵੀ ਕੀਤੀ ਸੀ ਕਿ ਅਸੀਂ ਵੱਖ-ਵੱਖ ਵਿਸ਼ਿਆਂ 'ਤੇ ਗੱਲ ਕਰਿਆ ਕਰਾਂਗੇ, ਜੋ ਕਿ ਪਿਛਲੇ ਹਫਤੇ ਅਸੀਂ ਖੁੱਲ੍ਹੀ ਜੀ ਵਿਚਾਰ ਗੁਰੂ 'ਤੇ ਕੀਤੀ ਸੀ ਕਿ ਸਾਡਾ ਗੁਰੂ ਕੌਣ ਹੈ। ਅਤੇ ਅੱਜ ਵੀ ਅਸੀਂ ਉਸੇ ਵਿਸ਼ੇ ਨੂੰ ਅੱਗੇ ਤੋਰਨਾ ਸੀ, ਪਰ ਰੀਸੈਂਟਲੀ ਇਸ ਵੀਕ ਦੇ ਵਿੱਚ ਜੋ ਭਾਈ ਰਣਜੀਤ ਸਿੰਘ ਜੀ ਹੋਣਾ ਦੀ ਇੱਕ ਨਵੀਂ ਵੀਡੀਓ ਆਈ ਹੈ ਸਾਹਮਣੇ ਆਪਣੇ ਕਿ ਉਹਨਾਂ ਨੇ ਕੁਛ ਪੰਥ ਨੂੰ, ਕੁਛ ਜਥੇਦਾਰਾਂ ਨੂੰ, ਕੁਛ ਬੁੱਧੀਜੀਵੀਆਂ ਨੂੰ ਜੋ ਸਵਾਲ ਕੀਤੇ ਆ ਉਹਦੇ ਵਾਸਤੇ ਅਸੀਂ ਗੱਲ ਕਰਨ ਵਾਸਤੇ ਅੱਜ ਇੱਥੇ ਬੈਠੇ ਹਾਂ, ਕਿਉਂਕਿ ਇਹ ਗੱਲ ਕੁਦਰਤੀ ਅਤੇ ਅਨਕੁਦਰਤੀ, ਲੌਜਿਕ ਅਤੇ ਅਨਲੌਜਿਕ ਦੀ ਗੱਲ ਚੱਲ ਰਹੀ ਹੈ। ਅਤੇ ਨਾਲ ਗੋਰਸਥਾਨ ਅਤੇ ਤੀਰਥ, ਗੋਰਸਥਾਨਾਂ ਨੂੰ ਤੀਰਥ ਕਿਸ ਤਰ੍ਹਾਂ ਬਣਾਤਾ ਉਹਦੇ ਬਾਰੇ, ਅਤੇ ਜਥੇਦਾਰ ਨੂੰ ਕੁਛ ਸਵਾਲ, ਭਾਈ ਅਮਰੀਤ ਸਿੰਘ ਜੀ ਨੂੰ ਚੈਲੰਜ, ਅਤੇ ਭਾਈ ਹਰਪ੍ਰੀਤ ਸਿੰਘ ਜੀ ਨੂੰ ਕੁਛ ਸਵਾਲ ਭਾਈ ਸਾਹਿਬ ਜੀ ਉਹਨਾਂ ਨੇ ਜੋ ਕੀਤੇ ਆ, ਅਤੇ ਸਾਡਾ ਅਕਾਲ ਤਖ਼ਤ ਸਾਹਿਬ ਨੂੰ ਕਿਸ ਤਰ੍ਹਾਂ ਮੰਨਣਾ ਵਾ ਉਹਦੇ ਬਾਰੇ ਆਪਾਂ ਅੱਜ ਸਾਰੇ ਗੱਲ ਕਰਾਂਗੇ। ਅਤੇ ਇੱਥੇ ਅੱਜ ਸੰਗਤੀ ਰੂਪ ਦੇ ਵਿੱਚ ਅਸੀਂ 10-12 ਵੀਰ ਇਕੱਠੇ ਹੋਏ ਹਾਂ ਜੋ ਕਿ ਅਸੀਂ ਆਪੋ ਆਪਣੇ ਵਿਚਾਰ ਸਾਰੇ ਦੇਣਗੇ ਕਿ ਇਹਦੇ ਬਾਰੇ ਬਾਕੀਆਂ ਵੀਰਾਂ ਦੇ ਕੀ ਵਿਚਾਰ ਨੇ। ਸੋ ਹੁਣ ਮੈਂ ਸਭ ਤੋਂ ਪਹਿਲਾਂ ਭਾਈ ਦਲਜੀਤ ਸਿੰਘ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਆਪਣੇ ਵਿਚਾਰ ਇਸ ਮਾਮਲੇ 'ਤੇ ਰੱਖਣ ਕਿ ਉਹ ਕਿਸ ਤਰ੍ਹਾਂ ਇਸ ਸਾਰੇ ਘਟਨਾਕ੍ਰਮ ਨੂੰ ਲੈਂਦੇ ਨੇ। ਉਸ ਤੋਂ ਬਾਅਦ ਫਿਰ ਵਾਰੀ ਜਿਸ ਤਰ੍ਹਾਂ ਵੀ ਜਿਹੜੇ ਵੀਰ ਨੇ ਗੱਲ ਕਰਨੀ ਹੋਊਗੀ ਉਹ ਆਪਣਾ ਹੱਥ ਖੜ੍ਹਾ ਕਰਨਗੇ, ਫਿਰ ਆਪਾਂ ਉਹਨਾਂ ਨੂੰ ਜਿੰਨਾ ਵੀ ਮਿੰਟ ਗੱਲ ਕਰਨਗੇ ਫਿਰ ਆਪਾਂ ਇਸ ਤਰ੍ਹਾਂ ਅੱਗੇ ਇਸ ਕਨਵਰਸੇਸ਼ਨ ਨੂੰ ਚਲਾਵਾਂਗੇ। ਸੋ ਹੁਣ ਮੈਂ ਬੇਨਤੀ ਕਰਾਂਗਾ ਭਾਈ ਦਲਜੀਤ ਸਿੰਘ ਜੀ ਨੂੰ ਕਿ ਉਹ ਆਪਣੇ ਵਿਚਾਰ ਦੇਣ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਕਿ ਪਿਛਲੇ 2 ਦਿਨਾਂ ਤੋਂ ਭਾਈ ਸਾਹਿਬ ਜੀ ਦੀ ਵੀਡੀਓ ਆਈ ਹੈ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਵੀਡੀਓ ਹੈ ਉਹਨਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਮੋੜ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਇਹ ਉਹਨਾਂ ਦੀ ਜ਼ਿੰਦਗੀ ਦਾ ਇਹ ਅਹਿਮ ਮੋੜ ਨਹੀਂ, ਇਹ ਜਿਹੜੇ ਉਹਨਾਂ ਨੂੰ ਸੁਣਨ ਵਾਲੇ ਨੇ, ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ, ਜਿਹੜੇ ਇਹ ਤਰਕਵਾਦੀ ਸੋਚ, ਇਹ ਸੋਚ ਨੂੰ ਸਮਝਦੇ ਨੇ, ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ, ਇਹ ਜਿਹੜੀ ਉਹਨਾਂ ਦੀ ਵੀਡੀਓ ਹੈ ਇਹ ਉਹਨਾਂ ਲਈ ਵੀ ਇੱਕ ਨਵਾਂ ਮੋੜ ਸਾਬਿਤ ਹੋਵੇਗੀ। ਸੋ ਅਸੀਂ ਅੱਜ ਜਿਹੜੀ ਵਿਚਾਰ ਕਰਾਂਗੇ ਇਹ ਸਾਰੀ ਵਿਚਾਰ ਉਸ ਭਾਈ ਸਾਹਿਬ ਜੀ ਉਹਨਾਂ ਦੀ ਉਹ ਵੀਡੀਓ ਦੇ ਉੱਤੇ ਹੀ ਹੋਵੇਗੀ ਅੱਜ। ਸੋ ਜਿਹੜੇ ਉਹਨਾਂ ਨੇ ਉਹਦੇ ਵਿੱਚ ਬੁਲਟ ਪੁਆਇੰਟ ਰੇਜ਼ ਕੀਤੇ ਨੇ ਭਾਈ ਸਾਹਿਬ ਨੇ, ਜਿਹੜਾ ਸਭ ਤੋਂ ਪਹਿਲਾ ਪੁਆਇੰਟ ਉਹਨਾਂ ਨੇ ਗੁਰੂ ਅਸਥਾਨਾਂ ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਗੁਰੂ ਅਸਥਾਨ ਜਿਹੜੇ ਨੇ ਉਹ ਤੀਰਥ ਕਦੋਂ ਦੇ ਬਣ ਗਏ, ਕਿਸ ਤਰੀਕੇ ਨਾਲ ਉਹਨਾਂ ਨੂੰ ਤੀਰਥਾਂ ਦਾ ਰੂਪ ਦੇ ਦਿੱਤਾ ਗਿਆ। ਕੀ ਗੁਰੂ ਸਾਹਿਬ ਨੇ ਆਪਣੇ ਅਸਥਾਨ ਇਸੇ ਤਰੀਕੇ ਨਾਲ ਬਣਾਏ ਸੀਗੇ ਜਿੱਦਾਂ ਅੱਜ ਉਹਨਾਂ ਨੂੰ ਦੇਖਿਆ ਜਾਂਦਾ, ਜਿੱਦਾਂ ਅੱਜ ਸਾਰੇ ਜਾਣੇ ਉਹਨਾਂ ਨੂੰ ਲੈਂਦੇ ਨੇ, ਜਿੱਦਾਂ ਆਪਾਂ ਅੱਜ ਉੱਥੇ ਜਾ ਕੇ ਮੱਥੇ ਟੇਕਦੇ ਹਾਂ, ਜਿੱਦਾਂ ਅੱਜ ਆਪਾਂ ਜਾ ਕੇ ਉੱਥੇ ਗੋਲਕਾਂ 'ਚ ਮਾਇਆ ਪਾਉਂਦੇ ਹਾਂ, ਜਿਸ ਤਰੀਕੇ ਨਾਲ ਉੱਥੇ ਪ੍ਰਸ਼ਾਦ ਵਿਕਦਾ ਹੈ, ਅਰਦਾਸ ਵਿਕਦੀ ਹੈ, ਕਿ ਗੁਰੂ ਸਾਹਿਬ ਨੇ ਉਹ ਇਸੇ ਤਰੀਕੇ ਨਾਲ ਸ਼ੁਰੂ ਕੀਤੇ ਸੀ, ਜਾਂ ਫਿਰ ਇਹ ਜਿਸ ਦਿਨ ਸਿੱਖਾਂ ਦੇ ਵਿੱਚ ਉਹ ਪੁਜਾਰੀ ਨੇ ਆਪਣਾ ਜਿਹੜਾ ਗਲਬਾ ਪਾਇਆ, ਜਿਸ ਦਿਨ ਸਿੱਖ ਖੁਦ ਉਸ ਪੁਜਾਰੀ ਦਾ ਰੂਪ ਧਾਰਨ ਕਰ ਗਿਆ, ਜਿਸ ਦਿਨ ਉਹਨਾਂ ਨੂੰ ਆਪ ਪੁਜਾਰੀ ਬਣ ਕੇ ਇਹਦੇ ਵਿੱਚ ਸਵਾਦ ਆਉਣਾ ਸ਼ੁਰੂ ਹੋ ਗਿਆ, ਕਿਉਂਕਿ ਇਹਦੇ ਵਿੱਚ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ, ਤੁਹਾਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ, ਤੁਹਾਨੂੰ ਬੈਠਿਆਂ ਨੂੰ ਜਿਹੜੀ ਹੈ ਆਮ ਲੋਕਾਂ ਦੇ ਵੱਲੋਂ ਮਾਇਆ ਜਿਹੜੀ ਹੈ ਦਿੱਤੀ ਜਾਂਦੀ ਹੈ। ਸੋ ਉਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਜਦੋਂ ਮੈਂ ਬਾਬਾ ਹੁੰਦਾ ਸੀ ਤੇ ਬਾਬਿਆਂ 'ਚ ਬੜੀ ਮੌਜ ਸੀ ਕਿ ਆ ਤੁਸੀਂ ਫਲ ਪਾਓ, ਬੀਬੀਆਂ ਦੇ ਬੱਚੇ ਹੋਣਗੇ, ਜੇ 50 ਨੂੰ ਫਲ ਪਾਇਆ 20 ਦੇ ਮੁੰਡੇ ਹੋ ਗਏ ਤਾਂ ਉਹ ਸਾਰੀ ਲਾਈਫ ਲਈ ਤੁਹਾਡੇ ਉਹ ਗੁਲਾਮ ਬਣ ਜਾਂਦੇ ਨੇ। ਸੋ ਪੁਜਾਰੀ ਨੇ ਕਿਤੇ ਨਾ ਕਿਤੇ ਇਸੇ ਤਰੀਕੇ ਨਾਲ ਸਾਨੂੰ ਗੁਲਾਮ ਬਣਾ ਕੇ ਰੱਖਿਆ, ਸਾਡੀ ਮਾਨਸਿਕਤਾ ਨੂੰ ਗੁਲਾਮ ਕੀਤਾ ਹੈ। ਅੱਜ ਜਿਹੜੀ ਇਹ ਗੱਲਬਾਤ ਚੱਲ ਰਹੀ ਹੈ ਇਹ ਅਸਲ 'ਚ ਇਹਦਾ ਮੁੱਢ ਕੀ ਹੈ, ਇਹਦਾ ਅਸਲ ਕਾਰਨ ਕੀ ਹੈ, ਇਹਦਾ ਟੀਚਾ ਕੀ ਹੈ। ਇਹਦਾ ਟੀਚਾ ਇਹੀ ਹੈ ਕਿ ਇਹ ਜਿਹੜੀ ਮਾਨਸਿਕ ਗੁਲਾਮੀ ਸਾਡੇ ਤੇ ਪਾਈ ਗਈ ਹੈ, ਅਸੀਂ ਇਸ ਗੁਲਾਮੀ ਤੋਂ ਮੁਕਤੀ ਪਾਉਣੀ ਹੈ। ਬਿਲਕੁਲ, ਅਸੀਂ ਇਸ ਗੁਲਾਮੀ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਛੁਟਕਾਰਾ ਪਾਉਣਾ ਹੈ, ਕਿਉਂਕਿ ਅਸੀਂ ਅੱਜ ਆਜ਼ਾਦੀ ਮੰਗਦੇ ਹਾਂ ਇਸ ਗੁਲਾਮੀ ਤੋਂ, ਕਿਉਂਕਿ ਇਹ ਸਾਨੂੰ ਜੋ ਪਰੰਪਰਾਵਾਂ ਨੇ ਦਾ ਜਾਲ, ਜੋ ਇਹ ਧਰਮ ਦਾ ਜਾਲ ਜਿਸ ਤਰੀਕੇ ਨਾਲ ਬਣਾ ਕੇ ਪਾਇਆ ਗਿਆ, ਭਾਈ ਸਾਹਿਬ ਨੇ ਬੜੀ ਹੀ ਉਸ ਵਿੱਚ ਕਲੈਰੀਫਾਈ ਕੀਤਾ ਹੈ ਕਿ ਧਰਮ ਇੱਕ ਹੈ, ਬਿਲਕੁਲ, ਪਰ ਮਜ਼ਹਬ ਵੱਖੋ ਵੱਖਰੇ ਬਣ ਚੁੱਕੇ ਨੇ। ਸੋ ਜਦੋਂ ਇਹ ਧਰਮ ਮਜ਼ਹਬਾਂ ਦਾ ਰੂਪ ਧਾਰਨ ਕਰ ਲਵੇ ਤਾਂ ਉਹ ਜਿਹੜੀਆਂ ਪੁਰਾਤਨ ਪਰੰਪਰਾਵਾਂ ਜਿਹੜੇ ਦੇ ਨਾਂ ਦੇ ਉੱਤੇ ਜਦੋਂ ਪੁਜਾਰੀ ਤੁਹਾਡੇ ਤੇ ਥੋਪ ਦਿੰਦਾ ਤਾਂ ਉਹਨਾਂ ਦਾ ਖਹਿੜਾ ਛਡਾਉਣਾ ਜਿਹੜਾ ਆ ਉਹ ਬੜਾ ਮੁਸ਼ਕਿਲ ਹੋ ਜਾਂਦਾ। ਤਾਂ ਅੱਜ ਉਹ ਜਿਹੜੀ ਵੀਡੀਓ ਹੈ ਉਹ ਸਭ ਤੋਂ ਪਹਿਲਾਂ ਤਾਂ ਉਸ ਦੇ ਵਿੱਚ ਵਿਚਾਰ ਇਸੇ ਗੱਲ ਦੀ ਹੋਈ ਹੈ ਕਿ ਅਸੀਂ ਉਹ ਤੋਂ ਖਹਿੜਾ ਕਿਵੇਂ ਛਡਾਉਣਾ, ਅਸੀਂ ਇਹ ਜਿਹੜੇ ਗੁਰੂ ਸਥਾਨ ਹੈ ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ, ਕੀ ਸਾਡਾ ਉਹਨਾਂ ਪ੍ਰਤੀ ਨਜ਼ਰੀਆ। ਅੱਜ ਸਾਨੂੰ ਇਸ ਚੀਜ਼ ਦੀ ਸਮਝ ਆਈ ਹੈ ਕਿ ਜਿਹੜਾ ਗੁਰੂ ਅਸਥਾਨ ਦਾ ਜੋ ਮਤਲਬ ਹੋਣਾ ਚਾਹੀਦਾ ਸੀ ਉਹ ਭਾਈ ਸਾਹਿਬ ਨੇ ਬੜੀ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਹੈ
ਕਿ ਜਦੋਂ ਅਸੀਂ ਗੁਰੂ ਸਥਾਨਾਂ ਤੇ ਜਾਂਦੇ ਹਾਂ ਤਾਂ ਸਾਨੂੰ ਉੱਥੇ ਜਾਣ ਦਾ ਮਕਸਦ ਸਾਡਾ ਕੀ ਹੋਣਾ ਚਾਹੀਦਾ ਹੈ ਕਿ ਅੱਜ ਤੋਂ 500 ਸਾਲ ਪਹਿਲਾਂ 400 ਸਾਲ ਪਹਿਲਾਂ ਸਾਡੀਆਂ ਪਾਤਸ਼ਾਹੀਆਂ ਨੇ ਇੱਥੇ ਬੈਠ ਕੇ ਜਿਹੜੇ ਫੈਸਲੇ ਲਏ, ਇੱਥੇ ਬੈਠ ਕੇ ਜੋ ਗੁਰਬਾਣੀ ਦਾ ਉਚਾਰਨ ਕੀਤਾ, ਉਹ ਉਸ ਵੇਲੇ ਦੀ ਉਹ ਕ੍ਰਾਂਤੀਕਾਰੀ ਸੋਚ ਸੀ ਜੋ ਇਹ ਪਰੰਪਰਾਵਾਂ ਦੀਆਂ, ਇਹ ਪੁਜਾਰੀ ਦੇ ਜਾਲ ਦੀਆਂ ਜੰਜੀਰਾਂ ਨੂੰ ਤੋੜਦੀ ਸੀ। ਪਰ ਉਹ ਜਿਹੜਾ ਆ ਕਿਤੇ ਨਾ ਕਿਤੇ ਉਹਨਾਂ ਨੂੰ ਉਹ ਗੁਰੂ ਅਸਥਾਨਾਂ ਦੇ ਉੱਤੇ ਉਸ ਪੁਜਾਰੀ ਦਾ ਕਬਜ਼ਾ ਹੋ ਗਿਆ। ਫਿਰ ਉਸਨੇ ਉਹਨਾਂ ਗੁਰੂ ਅਸਥਾਨਾਂ ਦੇ ਨਾਲ ਝੂਠੀਆਂ ਕਹਾਣੀਆਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤਰੀਕੇ ਨਾਲ ਅੱਜ ਆਪਾਂ ਦੇਖਦੇ ਹੀ ਹਾਂ, ਆਮ ਤੌਰ ਤੇ ਹਰੇਕ ਗੁਰੂ ਅਸਥਾਨ ਦੇ ਨਾਲ ਜਦੋਂ ਉਸ ਤੇ ਮੋਹਰੇ ਕੈਪਸ਼ਨ ਵੀ ਲਿਖੀ ਹੁੰਦੀ ਹੈ, ਜਦੋਂ ਉੱਥੇ ਜਾਂਦੇ ਆ ਤਾਂ ਉਸ ਦੇ ਵਿੱਚ ਉਸ ਤਰੀਕੇ ਦਾ ਝੂਠ ਬਣਾ ਕੇ ਲਿਖਿਆ ਹੋਇਆ ਜੋ ਗੁਰਬਾਣੀ ਦੇ ਬਿਲਕੁਲ ਉਲਟ ਹੁੰਦਾ ਹੈ। ਗੁਰਬਾਣੀ ਦੇ ਭਾਈ ਸਾਹਿਬ ਨੇ ਬੜੇ ਹੀ ਸ਼ਬਦਾਂ ਦੀ ਉਦਾਹਰਨ ਦਿੱਤੀ ਹੈ ਕਿ ਗੁਰਬਾਣੀ ਤੀਰਥਾਂ ਪ੍ਰਤੀ ਕਿਸ ਤਰੀਕੇ ਨਾਲ ਮੰਨਦੀ ਹੈ। ਪਰ ਅੱਜ ਅਸੀਂ ਇਹ ਕਹਿੰਦੇ ਹਾਂ ਕਿ ਬਾਕੀਆਂ ਦੇ ਤੀਰਥ ਨੇ, ਪਰ ਸਾਡੇ ਗੁਰੂ ਅਸਥਾਨ ਨੇ, ਪਰ ਢਾਂਚਾ ਸੇਮ ਹੀ ਹੈ। ਢਾਂਚੇ 'ਚ ਕੋਈ ਫਰਕ ਨਹੀਂ ਪਿਆ। ਸੋ ਜਦੋਂ ਆਪਾਂ ਉਹ ਢਾਂਚੇ ਨੂੰ ਦੇਖਦੇ ਹਾਂ ਤਾਂ ਆਪਾਂ ਤਾਂ ਫਿਰ ਸੋਚਦੇ ਹਾਂ ਯਾਰ ਇਹ ਤਾਂ ਉਹੀ ਚੀਜ਼ ਹੋ ਗਈ, ਕੋਈ ਫਰਕ ਤਾਂ ਕੁਝ ਵੀ ਨਹੀਂ ਹੈ। ਕਿ ਬਾਕੀ ਗੰਗਾ ਨਹਾਉਂਦੇ ਸੀ, ਅਸੀਂ ਸਰੋਵਰਾਂ 'ਚ ਇਸ਼ਨਾਨ ਕਰਦੇ ਹਾਂ ਤੇ ਉਹਦੇ ਵਿੱਚ ਦੁੱਖ ਦੂਰ ਕਰਨ ਦਾ ਸਾਨੂੰ ਜਿਹੜਾ ਆ ਵਾਅਦਾ ਸਾਡੇ ਨਾਲ ਕੀਤਾ ਜਾਂਦਾ ਹੈ। ਆਮ ਜਿਹੜਾ ਦੁਖੀ ਬੰਦਾ, ਸਭ ਤੋਂ ਵੱਡੀ ਇਹ ਡਰ ਦੀ ਗੇਮ ਹੈ। ਜਿਹੜਾ ਇਨਸਾਨ ਡਰਿਆ ਹੋਇਆ ਹੁੰਦਾ ਹੈ, ਜਦੋਂ ਉਸ ਨੂੰ ਕੋਈ ਪ੍ਰੋਬਲਮ ਹੁੰਦੀ ਹੈ, ਜਦੋਂ ਉਹਨੂੰ ਕੋਈ ਮੁਸ਼ਕਲ ਹੁੰਦੀ ਹੈ, ਜਿਹੜਾ ਪੁਜਾਰੀ ਹੈ ਇਹ ਉਹਦੇ ਡਰ ਦਾ ਫਾਇਦਾ ਚੱਕ ਕੇ ਉਹ ਤੀਰਥਾਂ ਤੇ ਆਉਣ ਨੂੰ ਤੁਹਾਨੂੰ ਮਜਬੂਰ ਕਰਦਾ, ਲਾਲਚ ਦੇ ਕੇ ਹਨਾ। ਉਹ ਲਾਲਚ ਤੁਹਾਨੂੰ ਇਹ ਹੁੰਦਾ ਵੀ ਤੁਹਾਡਾ ਉੱਥੇ ਜਾ ਕੇ ਦੁੱਖ ਦੂਰ ਹੋ ਜਾਊਗਾ, ਹਨਾ। ਤੁਸੀਂ ਇਸ਼ਨਾਨ ਕਰੋਗੇ ਤਾਂ ਤੁਹਾਡਾ ਫਲਾਨੀ ਬਿਮਾਰੀ ਦਾ ਜਿਹੜਾ ਆ ਉਹ ਇਲਾਜ ਹੋ ਜਾਊਗਾ। ਜਿੱਦਾਂ ਅੰਨਿਆਂ ਨੂੰ ਉੱਥੇ ਦਿਸਣ ਲੱਗ ਪੈਂਦਾ, ਹਨਾ। ਵੱਖੋ ਵੱਖਰੇ ਤਰੀਕਿਆਂ ਦੀਆਂ ਕਹਾਣੀਆਂ ਜਿਹੜੀਆਂ ਆ ਇਹ ਤੀਰਥ ਅਸਥਾਨਾਂ ਦੇ ਨਾਲ ਜੋੜੀਆਂ ਜਾਂਦੀਆਂ ਨੇ। ਪਹਿਲੇ ਸਮਿਆਂ ਦੇ ਵਿੱਚ ਬ੍ਰਾਹਮਣ ਪੁਜਾਰੀ ਇਸੇ ਤਰੀਕੇ ਨਾਲ ਕਰਦਾ ਸੀ ਕਿ ਹਰਿਦੁਆਰ ਜਾ ਕੇ ਨਹਾਓਗੇ ਤਾਂ ਹੀ ਸਵਰਗਾਂ ਨੂੰ ਤੁਸੀਂ ਜਾਓਗੇ, ਹਨਾ। ਉਹ ਕਿਸ ਤਰੀਕੇ ਨਾਲ ਕਰਵਤਰ ਆਰੇ ਦੇ ਉੱਤੇ ਤੁਹਾਨੂੰ ਚੀਰਨ ਲਈ ਮਜਬੂਰ ਕਰਦਾ ਸੀਗਾ ਕਿ ਅਗਲੇ ਜਨਮ 'ਚ ਜੇ ਤੂੰ ਬ੍ਰਾਹਮਣ ਬਣਨਾ ਤਾਂ ਤੂੰ ਆਪਣੇ ਆਰੇ, ਇਸ ਕਰਵਤਰ ਆਰੇ ਤੇ ਆਪਣੇ ਆਪ ਨੂੰ ਚਰਾ ਲੈ ਤੇ ਤੇਰਾ ਸਾਰਾ ਪਰਿਵਾਰ ਜਿਹੜਾ ਹੈ ਅਗਲੀ ਵਾਰੀ ਉਹ ਬ੍ਰਾਹਮਣ ਦਾ ਰੂਪ ਧਾਰਨ ਕਰੇਗਾ ਤੇ ਤੈਨੂੰ ਉਹ ਕੁਛ ਨਹੀਂ ਕਰਨਾ, ਤੈਨੂੰ ਮੁੜ ਕੇ ਸ਼ੂਦਰ ਜਿਹੜੀ ਹੈ ਜੂਨ ਨਹੀਂ ਮਿਲੇਗੀ। ਜਦ ਕਿ ਗੁਰੂ ਸਾਹਿਬਾਨ ਨੇ ਬੜੇ ਚੰਗੇ ਤਰੀਕੇ ਨਾਲ ਉੱਥੇ ਸਰੋਵਰ ਬਣਾਇਆ ਜਿਹਦੇ ਵਿੱਚ ਸਾਰੇ ਇੱਕ ਜਗ੍ਹਾ ਇਸ਼ਨਾਨ ਕਰਦੇ ਸਨ। ਕੁਝ ਉਹੀ ਲੋਕ ਗੁਰੂ ਸਾਹਿਬ ਨਾਲ ਜੁੜੇ ਨਾ ਜਿਹੜੇ ਇਸ ਵਿਚਾਰਧਾਰਾ ਦੇ ਨਾਲ ਸਹਿਮਤ ਸੀਗੇ, ਜਿਹੜੇ ਇਸ ਪੁਜਾਰੀ ਢਾਂਚੇ ਤੋਂ ਅੱਕ ਚੁੱਕੇ ਸੀਗੇ, ਜਿਹੜੇ ਕਿ ਚਾਹੁੰਦੇ ਸੀ ਕਿ ਇੱਕ ਇਸ ਤਰੀਕੇ ਦੇ ਨਾਲ ਸ਼ਹਿਰ ਪਿੰਡ ਵਸਾਏ ਜਾਣ ਜਿਸ ਦੇ ਵਿੱਚ ਕਿ ਕੋਈ ਵੀ ਇਹੋ ਜਿਹਾ ਜਿਹੜਾ ਜਿਸ ਤਰੀਕੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਹੈ ਜਾਤਾਂ ਦੇ ਤੌਰ ਤੇ, ਉਹ ਜਿਹੜਾ ਬੰਦ ਹੋਵੇ। ਪਰ ਅੱਜ ਜੋ ਤੁਸੀਂ ਦੇਖਦੇ ਆ ਕਿ ਉਹ ਡਿਸਕ੍ਰਿਮੀਨੇਸ਼ਨ ਅੱਜ ਉਹ ਸਾਡੇ ਜਿਹੜੇ ਆ ਸਥਾਨਾਂ ਦੇ ਉੱਤੇ ਉਹ ਜਾਰੀ ਹੈ, ਬੁਰੀ ਤਰ੍ਹਾਂ ਭਾਰੂ ਹੈ। ਅੱਜ ਪਿੰਡਾਂ ਦੇ ਵਿੱਚ ਕਿਸ ਤਰੀਕੇ ਨਾਲ ਵੱਖੋ ਵੱਖਰੇ ਗੁਰਦੁਆਰੇ ਬਣ ਗਏ, ਜਦ ਕਿ ਗੁਰੂ ਪਾਤਸ਼ਾਹ ਦੀ ਤਾਂ ਸੋਚ ਹੀ ਨਹੀਂ ਸੀ ਇਹ। ਪਰ ਅੱਜ ਜੇ ਦੇਖਦੇ ਆ ਤੇ ਪਿੰਡਾਂ ਦੇ ਗੁਰਦੁਆਰੇ 'ਚ ਤਾਂ ਭਾਈ ਸਾਹਿਬ ਨੇ ਬੜੀ ਚੰਗੀ ਤਰ੍ਹਾਂ ਕਿਹਾ ਕਿ ਚੌਰ ਕਰਨ ਵਾਲਾ ਵੀ ਨਹੀਂ ਮਿਲਦਾ, ਪਰ ਗੁਰੂ ਅਸਥਾਨਾਂ ਦੇ ਵਿੱਚ ਤੁਸੀਂ ਇੱਕ ਪਾਲਕੀ ਨੂੰ ਮੋਢਾ ਦੇਣ ਲਈ ਇੱਕ ਦੂਜੇ ਦੇ ਨਾਲ ਧੱਕੀ ਹੁੰਦੇ ਅੱਗੇ ਨੂੰ ਅੱਗੇ ਜਾਂਦੇ ਹੋ ਕਿ ਹਾਂ ਵੀ ਅੱਜ ਇੱਥੇ ਮੋਢਾ ਦੇ ਦਾਂਗੇ ਤੇ ਸ਼ਾਇਦ ਸਾਨੂੰ ਅੱਗੇ ਮੋਢਾ ਮਿਲ ਜਾਏਗਾ। ਬਿਲਕੁਲ ਸਹੀ ਗੱਲ। ਪਰ ਜਦ ਕਿ ਜਿਹੜਾ ਪ੍ਰਕਿਰਤੀ ਦਾ ਨਿਯਮ ਸੀਗਾ ਜਿਹਦੇ ਵਿੱਚ ਉਹ ਜਿਹੜਾ ਇਹ ਪਰਮਾਤਮਾ ਦੀ ਜਦੋਂ ਗੱਲ ਸੀਗੀ, ਆਪਾਂ ਜਿਹੜੇ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀ ਕਿ ਘਟ ਮੇ ਹਰ ਜੂਗ ਵਸੇ ਦੀ ਜਿਹੜੀ ਗੱਲ ਹੈ, ਉਹ ਜਦੋਂ ਹਰ ਥਾਂ ਵਸਦਾ ਤਾਂ ਫਿਰ ਉਹ ਕਿਸ ਤਰੀਕੇ ਨਾਲ ਉਹ ਇੱਕ ਜਗ੍ਹਾ ਤੇ ਰਹਿ ਸਕਦਾ। ਜਦੋਂ ਭਗਤਾਂ ਨੇ ਗੱਲ ਕੀਤੀ ਹੈ ਕਿ ਜਿਹੜਾ ਰੱਬ ਹੈ ਉਹ ਮਸੀਤਾਂ 'ਚ ਨਹੀਂ ਰਹਿੰਦਾ, ਮੰਦਰਾਂ 'ਚ ਨਹੀਂ ਰਹਿੰਦਾ, ਹਨਾ। ਨਾਮੇ ਸੋਈ ਸੇਵਿਆ ਜੇ ਉਦੇਰਾ ਨਾ ਮਸੀਤ, ਜਦੋਂ ਉਹ ਗੱਲ ਕੀਤੀ ਹੈ ਤਾਂ ਉਸ ਵੇਲੇ ਗੁਰਦੁਆਰੇ ਤਾਂ ਨਹੀਂ ਹੁੰਦੇ ਸੀਗੇ, ਨਹੀਂ ਤਾਂ ਭਗਤ ਨਾਮਦੇਵ ਜੀ ਨੇ ਇਹ ਵੀ ਕਹਿ ਦੇਣਾ ਸੀ ਕਿ ਗੁਰਦੁਆਰਾ ਵੀ ਉਹਦੇ ਵਿੱਚ ਹੀ ਆਉਣਾ ਸੀਗਾ, ਜਿਸ ਤਰੀਕੇ ਨਾਲ ਅੱਜ ਗੁਰਦੁਆਰੇ ਸਥਾਪਿਤ ਨੇ। ਸੋ ਉਹਦੇ ਵਿੱਚ ਤੀਰਥਾਂ ਤੋਂ ਬਾਅਦ ਆਪਾਂ ਇਸ ਤੇ ਆਉਂਦੇ ਹਾਂ। ਹਾਂਜੀ, ਤੀਰਥਾਂ ਦੀ ਗੱਲ ਕਰ ਲਈ ਆਪਾਂ, ਇੱਕ ਥੋੜਾ ਸਾਰਿਆਂ ਦਾ ਵਿਊ ਲੈ ਲਈਏ। ਹਾਂਜੀ, ਫਿਰ ਤੁਸੀਂ ਇਸੇ ਚੀਜ਼ ਨੂੰ ਆਪਾਂ ਕੰਟੀਨਿਊ ਕਰਾਂਗੇ। ਠੀਕ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਵੀ ਹੈ ਵੀ ਤੀਰਥ ਨਾਮਣ ਜਾਊਂ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸ਼ਬਦ ਦੀ ਵਿਚਾਰ ਕਰਕੇ ਅੰਦਰ ਗਿਆਨ ਲਿਆਉਣਾ ਸੀ। ਗੁਰੂ ਸਾਹਿਬ ਤੇ ਉਸ ਚੀਜ਼ ਨੂੰ ਤੀਰਥ ਕਹਿੰਦੇ ਆ, ਪਰ ਸਾਡੇ ਪੁਜਾਰੀਆਂ ਨੇ ਤੀਰਥ ਉਹ ਬਣਾਤਾ ਕਿ ਤੂੰ ਆਹ ਚੀਜ਼ ਮੰਗੇਗਾ ਤੇ ਤੈਨੂੰ ਇਸ ਤਰ੍ਹਾਂ ਮਿਲੂਗਾ, ਕਿਉਂਕਿ ਉਹ ਲਾਲਚ ਦੇ ਦਿੱਤਾ। ਇਸੇ ਚੀਜ਼ ਦੀ ਸਾਡੀ ਅੱਜ ਲੜਾਈ ਆ, ਜੋ ਕਿ ਭਾਈ ਸਾਹਿਬ ਜੀ ਇਸ ਚੀਜ਼ ਨੂੰ ਬੜਾ ਓਪਨਲੀ ਚੈਲੰਜ ਕਰ ਰਹੇ ਨੇ। ਉਹਦੇ ਵਾਸਤੇ ਅੱਜ ਆਪਾਂ ਜੋ ਡਿਸਕਸ ਕਰ ਰਹੇ ਹਾਂ। ਹੁਣ ਭਾਈ ਜਤਿੰਦਰ ਸਿੰਘ ਜੀ, ਤੁਹਾਡੇ ਕੀ ਵਿਚਾਰ ਇਹਨਾਂ ਬਾਰੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਜਿਹੜੀ ਵੀਡੀਓ ਆਪਾਂ ਨੂੰ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੇ ਕੱਢੀ ਆ, ਉਹਦੇ ਵਿੱਚ ਉਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸਕ ਸਥਾਨਾਂ ਦੇ ਬਾਰੇ ਜਾਣਕਾਰੀ ਬਹੁਤ ਹੀ ਸੰਖੇਪ ਸ਼ਬਦਾਂ ਵਿੱਚ ਦਿੱਤੀ ਆ। ਅਸੀਂ ਇਤਿਹਾਸਕ ਸਥਾਨਾਂ ਦੀ ਕਿੱਦਾਂ ਸਤਿਕਾਰ ਕਰਨਾ ਤੇ ਉਹ ਜਿਹੜੇ ਤੀਰਥਾਂ ਨੂੰ ਪੂਜਣ ਸਾਨੂੰ ਕਿੱਦਾਂ ਸਮੇਂ ਦੇ ਪੁਜਾਰੀ ਨੇ ਲਾਇਆ, ਉਹਦੇ ਵਿੱਚ ਸਾਨੂੰ ਦੱਸਿਆ ਉਹਨਾਂ ਨੇ ਵੀ ਇੱਕ ਨਵੀਂ ਬਹੁਤ ਵਧੀਆ ਸੋਚ ਦਿੱਤੀ ਹੈ ਵੀ ਇਤਿਹਾਸਕ ਸਥਾਨਾਂ ਨੂੰ ਪਿੱਛੇ ਛੱਡ ਕੇ ਸਿਰਫ ਤੀਰਥ ਸਥਾਨਾਂ ਨੂੰ ਪੂਜਣ ਲਾ ਦਿੱਤਾ। ਬਿਲਕੁਲ, ਉਹਨਾਂ ਤੀਰਥ ਸਥਾਨਾਂ ਦਾ ਤੇ ਇਤਿਹਾਸਕ ਸਥਾਨਾਂ ਦਾ ਕੀ ਫਰਕ ਹੋ? ਹਾਂਜੀ, ਉਹਦੇ ਵਿੱਚ ਜਿੱਦਾਂ 35 ਮਹਾਂਪੁਰਸ਼ਾਂ ਨੇ ਸਾਨੂੰ
ਜੀ ਇਤਿਹਾਸਕ ਸਥਾਨਾਂ ਨੂੰ ਬਣਾ ਕੇ ਦਿੱਤੇ ਸੀਗੇ, ਜੀ। ਤੀਰਥਾਂ ਨੂੰ ਨਿੰਦਿਆ ਸੀਗਾ, ਤੀਰਥਾਂ ਨੂੰ ਕੰਡੈਮ ਕੀਤਾ ਸੀਗਾ, ਉਹਨਾਂ ਨੂੰ ਤੋੜ ਕੇ ਗੌਰਵ ਸਥਾਨ ਬਣਾਏ ਸੀਗੇ। ਜੀ। ਪਰ ਅੱਜ ਦੇ ਪੁਜਾਰੀ ਨੇ ਉਹ ਗੌਰਵ ਸਥਾਨਾਂ ਨੂੰ ਤੋੜ ਕੇ ਤੀਰਥ ਸਥਾਨ ਪੂਜਣ ਲਈ ਲਾ ਦਿੱਤਾ ਸੀ। ਪੂਜਣ ਲਾਤਾ ਜੀ ਸਾਨੂੰ, ਜਿਹੜੇ ਹਾਂਜੀ। ਗੁਰੂ ਸਾਹਿਬ ਨੇ ਜਿਹੜੇ ਸਾਨੂੰ ਇੱਕ ਇਤਿਹਾਸਕ ਚੀਜ਼ਾਂ ਦਿੱਤੀਆਂ ਸੀ ਕਿ ਇੱਥੇ ਇਸ ਤਰ੍ਹਾਂ ਦੀ ਕ੍ਰਾਂਤੀਕਾਰੀ ਵਿਚਾਰ ਕੀਤੀ ਆ। ਹਾਂਜੀ ਹਾਂਜੀ ਕਿਉਂਕਿ ਜਦੋਂ ਅਸੀਂ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਹੈ, ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਕਹਿੰਦੇ ਇੱਕ ਭਉ ਲੱਥੀ ਨਾਤਿਆਂ ਦੋ ਭਵ ਚੜੀਏ ਸਹੋਰ, ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ। ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ, ਜਿਨ੍ਹਾਂ ਨੇ ਆਪਣੇ ਆਪ ਨੂੰ ਸਮਝ ਲਿਆ ਵੀ ਰੱਬ ਮੇਰੇ ਅੰਦਰ ਆ, ਉਹ ਨਾਤਿਆਂ ਤੋਂ ਬਗੈਰ ਹੀ ਮਤਲਬ ਸਾਧੇ ਹੋਏ ਆ। ਤੇ ਹਾਂਜੀ। ਚੋਰ ਜਿੰਨੀ ਵਾਰੀ ਭਾਵੇਂ 100 ਵਾਰੀ ਨਹਾ ਲੇ, ਉਹਨੇ ਚੋਰੀ ਦਾ ਚੋਰ ਹੀ ਰਹਿਣਾ। ਹਾਂਜੀ ਸੋ ਇਹ ਵਿਚਾਰ ਸੀ ਸਾਡੀ ਵੀ ਮਤਲਬ ਤੀਰਥਾਂ ਦੇ ਜਿਹੜਾ ਹੁਣ ਭਾਈ ਸਾਹਿਬ ਜੀ ਤੁਸੀਂ ਇਹਦੇ ਬਾਰੇ ਕਿਸ ਤਰ੍ਹਾਂ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੇਜਵੀਰ ਸਿੰਘ ਜੀ। ਹਾਂਜੀ, ਜੋ ਭਾਈ ਸਾਹਿਬ ਨੇ ਵੈਸੇ ਤਾਂ ਸਾਰਾ ਕੁਝ ਕਲੀਅਰ ਕਰਤਾ ਹੈ ਵੀਡੀਓ ਦੇ ਵਿੱਚ ਤੀਰਥਾਂ ਬਾਰੇ। ਵੈਲ, ਜਦੋਂ ਅੱਜ ਤੋਂ 10-12 ਸਾਲ ਪਹਿਲਾਂ ਜਦੋਂ ਮੈਂ ਵੀ ਇੰਡੀਆ ਰਹਿੰਦਾ ਸੀ, ਤੇ ਉਦੋਂ ਵੀ ਦਿਮਾਗ ਦੇ ਵਿੱਚ ਇੱਕ ਬਣਾਇਆ ਹੋਇਆ ਸੀ ਵੀ ਇਸ਼ਨਾਨ ਕਰੋ, ਸਰੋਵਰਾਂ ਦੇ ਵਿੱਚ ਡੁੱਬੇ। ਇਵਨ ਮੇਰੀ ਆਪਣੀ ਐਗਜ਼ਾਮਪਲ ਹੈ ਜੀ, ਮੇਰਾ ਉੱਥੇ ਇੱਕ ਵਾਰੀ ਮੂੰਹ ਸੜ ਗਿਆ। ਅੱਛਾ ਜੀ। ਤੇ ਦੀਵਾਲੀ ਸੀ, ਦੀਵਾਲੀ ਤੋਂ ਬਾਅਦ ਜਿਸ ਤਰ੍ਹਾਂ ਪਟਾਕੇ ਚਲਾ ਰਹੇ ਸੀ, ਤੇ ਉਹ ਅਗਲੇ ਦਿਨ ਤੇ ਮੇਰਾ ਮੂੰਹ ਸੜ ਗਿਆ। ਤੇ ਉਦੋਂ ਕਹਿੰਦੇ ਵੀ ਰਿਸ਼ਤੇਦਾਰਾਂ ਨੇ ਇਹੀ ਕਿਹਾ ਵੀ ਇਹਨੂੰ ਲੈ ਕੇ ਜਾਓ ਦੁੱਖ ਭੰਜਨੀ ਬੇਰੀ, ਜੀ ਠੀਕ ਹੈ, ਉੱਥੇ ਜਾਓ। ਕਿਉਂਕਿ 2 ਦਿਨ ਮੇਰੀ ਅੱਖਾਂ ਵੀ ਨਹੀਂ ਖੁੱਲੀਆਂ। ਡਾਕਟਰ ਕਹਿੰਦੇ ਵੀ ਪਤਾ ਨਹੀਂ ਇਹਦੀ ਨਿਗਾਹ ਆਣੀ ਆ ਕਿ ਨਹੀਂ ਆਣੀ, ਮੂੰਹ ਸਾਰਾ ਬੰਦ ਹੋ ਗਿਆ ਸੀ। ਉਹ ਕਹਿੰਦੇ ਇਹਨੂੰ ਦੁੱਖ ਭੰਜਨੀ ਬੇਰੀ ਲੈ ਕੇ ਜਾਓ, ਉੱਥੇ ਜਾ ਕੇ ਇਹਦਾ ਸਾਰਾ ਠੀਕ ਹੋਏਗਾ। ਤੇ ਪਰ ਡੈਡੀ ਸਾਹਿਬ, ਮੇਰੇ ਫਾਦਰ ਸਾਹਿਬ ਕਹਿੰਦੇ ਨਹੀਂ ਵੀ ਇਹਨੂੰ ਦੂਸਰੇ ਤਰੀਕੇ ਨਾਲ ਇਹਨੇ ਠੀਕ ਹੋਣਾ ਹੈ, ਵੀ ਡਾਕਟਰ ਇਲਾਜ ਨਾਲ। ਫਿਰ ਡਾਕਟਰਾਂ ਕੋਲ ਜਿਸ ਤਰ੍ਹਾਂ ਰੈਗੂਲਰ ਲੈ ਕੇ ਗਏ, ਤੇ ਤੁਸੀਂ ਮੰਨੋਗੇ ਨਹੀਂ, ਇੱਕ ਵਾਰ ਮੇਰਾ ਫੇਸ ਪੂਰਾ ਹੀ ਹੋ ਗਿਆ ਸੀ। ਠੀਕ ਹੈ। ਮਤਲਬ ਗੁਰਦੁਆਰੇ ਵੀ ਅਸੀਂ ਇਸ਼ਨਾਨ ਕਰਾਇਆ, ਸਾਰਾ ਕੁਝ ਕਰਾਇਆ, ਪਰ ਤਕਲੀਫ ਤਾਂ ਵਧੀ ਜਾਂਦੀ ਸੀ। ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਡਾਕਟਰੀ ਤਰੀਕੇ ਨਾਲ ਸਾਰਾ ਕੁਝ ਕੀਤਾ, ਤੇ ਅੱਜ ਮੇਰਾ ਫੇਸ ਮੈਨੂੰ ਵਾਪਸ ਫਿਰ ਦੁਬਾਰਾ ਮਿਲ ਗਿਆ। ਉਹ ਮਨ ਚ ਇਸ ਤਰ੍ਹਾਂ ਦਾ ਬਣਿਆ ਸੀ ਨਾ, ਬਣਿਆ ਹੋਇਆ ਸੀ। ਤੇ ਫਿਰ ਜਿਸ ਤਰ੍ਹਾਂ ਉਸ ਤੋਂ ਬਾਅਦ ਫਿਰ ਮਨ ਦੇ ਵਿੱਚ ਕਈ ਕੁਐਸਚਨ ਆਣੇ ਸ਼ੁਰੂ ਹੋ ਗਏ ਵੀ ਹਾਂ ਵੀ ਇਹ ਕਿਉਂ ਹੋਇਆ, ਵੀ ਸਾਨੂੰ ਇਸ ਤਰ੍ਹਾਂ ਕਿਉਂ ਬਣਾਇਆ ਜਾ ਰਿਹਾ, ਵੀ ਉੱਥੇ ਇਸ਼ਨਾਨ ਕਰਕੇ ਇਦਾਂ ਨਹੀਂ। ਅਸੀਂ ਰਿਸਪੈਕਟ ਕਰਦੇ ਹਾਂ, ਜਦੋਂ ਸਰੋਵਰ ਬਣਾਏ ਇੱਕ ਡਿਸਕ੍ਰਿਮੀਨੇਸ਼ਨ ਦੂਰ ਕਰਨ ਵਾਸਤੇ ਸੀ ਵੀ ਇਹ ਦੇਖੋ ਵੀ ਅਸੀਂ ਇਕੱਠੇ ਆ, ਠੀਕ ਹੈ। ਪਰ ਜਿਹੜੇ ਅੱਜ ਉਹਨਾਂ ਨੇ ਉਹਨੂੰ ਇੱਕ ਵੱਖਰੀ ਰੂਪ ਰੇਖਾ ਦੇ ਦਿੱਤੀ ਆ, ਮੈਂ ਉਸ ਨਾਲ ਨਹੀਂ ਐਗਰੀ ਕਰਦਾ ਹੈਗਾ। ਜੇ ਤੁਸੀਂ ਕਹੋ ਹਾਂ ਦੁੱਖ ਕੱਟੇ ਜਾਣਗੇ ਜਾਂ ਉੱਥੇ ਜਾ ਕੇ ਇਹ ਮਿਲ ਜੇਗਾ ਉਹ ਮਿਲ ਜੇਗਾ, ਨਹੀਂ, ਇਸ ਤਰ੍ਹਾਂ ਦਾ ਅਸੀਂ ਬਿਲਕੁਲ ਹੀ ਕੰਡੈਮ ਕਰਦੇ। ਹੋਰ ਵੀਰਾਂ ਚ ਕੋਈ ਸਾਰੇ ਜਣੇ 2-2 ਮਿੰਟ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਭਾਈ ਸਾਹਿਬ ਦਾ, ਭਾਈ ਰਣਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਇਸ ਪਾਸੇ ਸੋਚਣ ਲਾਇਆ ਔਰ ਆਪ ਬਾਣੀ ਪੜ੍ਹਨ ਦੇ ਲਈ ਉਹਨਾਂ ਨੇ ਪ੍ਰੇਰਨਾ ਦਿੱਤੀ। ਬਿਲਕੁਲ ਜੀ। ਸੋ ਕਈ ਕਨਸੈਪਟ ਜਾਣੀ ਕਿ ਉਹਨਾਂ ਨੇ ਕਲੀਅਰ ਕਰਕੇ ਸਾਡੇ ਮੂਹਰੇ ਰੱਖੇ, ਜਿਹਦੇ ਨਾਲ ਸਾਨੂੰ ਹੌਸਲਾ ਮਿਲਿਆ। ਸੋ ਜਿੱਦਾਂ ਗੁਰਦੁਆਰਿਆਂ ਨੂੰ ਅਸੀਂ ਮੰਨਦੇ ਹਾਂ, ਇੱਕ ਸਾਨੂੰ ਨਵੀਂ ਉਹਨਾਂ ਨੇ ਵਿਜ਼ਨ ਦਿਖਾਲੀ। ਸੋ ਅਸੀਂ ਹੁਣ ਜਦੋਂ ਦੇਖਦੇ ਹਾਂ ਗੁਰਦੁਆਰਿਆਂ ਨੂੰ, ਸਾਨੂੰ ਇਦਾਂ ਲੱਗਦਾ ਵੀ ਜਿਹੜਾ ਗੁਰਬਾਣੀ ਦੇ ਵਿੱਚ ਮੰਦਰਾਂ ਤੇ ਮਸਜਿਦਾਂ ਦੇ ਲਈ ਉਹਨਾਂ ਨੇ ਸਾਨੂੰ ਦੱਸਿਆ ਸੀ ਵੀ ਇੱਥੇ ਆਹ ਕੰਮ ਚੱਲ ਰਿਹਾ, ਸਾਨੂੰ ਗੁਰਦੁਆਰੇ ਸੌਰੀ ਟੂ ਸੇ ਇਦਾਂ ਲੱਗਦਾ ਵੀ ਸੇਮ ਉਹੀ ਕੰਮ ਹੋ ਰਿਹਾ। ਅਸੀਂ ਜਾਣਾ ਤਾਂ ਅਸੀਂ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਗਿਆਨ ਲੈਣ, ਉਹ ਗੁਰੂ ਨੂੰ ਸਮਝਣ, ਪਰ ਸਾਨੂੰ ਹੋਰ ਪਾਸੇ ਆਪਣੀਆਂ ਲੋੜਾਂ ਨੂੰ ਮੰਗਣ ਦੇ ਲਈ ਜਾਣੀ ਕਿ ਉਧਰ ਭੇਜਿਆ ਜਾ ਰਿਹਾ। ਜਦੋਂ ਗੁਰਬਾਣੀ ਪੜ੍ਹਦੇ ਹਾਂ ਅਸੀਂ, ਗਿਆਨ ਵੀ ਹੋਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਖੱਟੂ ਹੋਏ ਕੇ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ। ਉਹ ਫੱਕਰੇ ਲੈ ਕੇ ਸਾਨੂੰ ਇਦਾਂ ਲੱਗਦੇ ਵੀ ਸਾਰੇ ਆਪਣਾ ਹਨਾ ਫੜ ਕੇ ਠੂਠਾ ਬੈਠੇ ਆ। ਪਰ ਲੇਕਿਨ ਸਾਨੂੰ ਇਹ ਪੰਕਤੀਆਂ ਲੁਕਾ ਕੇ ਸਾਨੂੰ ਇਹ ਕਹਿ ਦਿੰਦੇ ਆ ਵੀ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਸੋ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਵੀ ਸਾਨੂੰ ਆਪ ਗੁਰਬਾਣੀ ਜੋ ਭਾਈ ਸਾਹਿਬ ਨੇ ਸਾਨੂੰ ਇਹ ਸੇਧ ਦਿੱਤੀ ਆ, ਆਪ ਪੜ੍ਹੀਏ, ਆਪ ਵਿਚਾਰੀਏ, ਔਰ ਕਿੱਦਾਂ ਤੀਰਥ ਸਾਡੇ ਲਈ ਗੁਰੂ ਸਾਹਿਬ ਨੇ ਸਾਨੂੰ ਦੱਸਿਆ, ਸਮਝਾਇਆ ਵੀ ਕਿੱਦਾਂ ਗੁਰ ਸਥਾਨ ਤੋਂ ਕਿੱਦਾਂ ਤੀਰਥ ਬਣ ਗਏ, ਤੀਰਥ ਸਥਾਨ ਕਿੱਦਾਂ ਬਣ ਗਏ, ਕਿੱਦਾਂ ਬਣ ਗਏ। ਮਤਲਬ ਆਪਾਂ ਕੀ ਘਰੋਂ ਸੋਚ ਕੇ ਜਾਣਾ, ਕਿ ਕਿੱਦਾਂ ਉਹਨਾਂ ਨੂੰ ਹਿਸਟਰੀ ਆਪਣੀ ਬੱਚਿਆਂ ਨੂੰ ਸਮਝਾਉਣੀ ਆ, ਅਸੀਂ ਆਪ ਸਮਝਣੀ ਆ। ਤੋ ਇਹ ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਦਾ। ਤੇ ਬਾਕੀ ਜੇ ਕਿਸੇ ਵੀ ਦਿਲਜਾਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਦੀ ਲਾਸਟ ਹੀ ਮੈਂ ਆਪਣੀ ਵੀਡੀਓ ਦੇਖੀ ਸੀਗੀ, ਤੇ ਜਿਹਦੇ ਵਿੱਚ ਉਹਨਾਂ ਨੇ ਜਾਣੀ ਕਿ ਬਿਲਕੁਲ ਹੀ ਕਲੀਅਰ ਸ਼ਟ, ਜਾਣੀ ਕਿ ਉਹਨਾਂ ਨੇ ਜਿਹੜੇ ਤੀਰਥਾਂ ਦਾ ਸੀਗਾ ਉਹ ਇੰਨਾ ਕਲੀਅਰ ਕਰ ਦਿੱਤਾ ਕਨਸੈਪਟ, ਜਿਹੜਾ ਕੋਈ ਦੱਸਿਆ ਨਹੀਂ ਜਾ ਸਕਦਾ। ਸਾਰਿਆਂ ਨੂੰ ਪਹਿਲੀ ਗੱਲ ਤਾਂ ਇਹੀ ਆ। ਤੇ ਦੂਸਰੀ ਗੱਲ ਇਹ ਆ ਵੀ ਸਾਨੂੰ ਆਪ ਨੂੰ ਇਹ ਗੱਲ ਸਮਝਣੀ ਪੈਣੀ ਹੈ ਵੀ ਹੌਲੀ ਹੌਲੀ ਜਿਹੜਾ ਉਹ ਪੁਜਾਰੀ ਢਾਂਚਾ ਸਾਨੂੰ ਟੀਕੇ ਹੀ ਇਸ ਤਰੀਕੇ ਨਾਲ ਲਾ ਰਿਹਾ ਕਿ ਕੋਈ ਵੀ ਬੰਦਾ ਭਾਵੇਂ ਗਰੀਬ ਆ, ਭਾਵੇਂ ਕੋਈ ਮਾੜੀ ਹਾਲਾਤ ਦੇ ਵਿੱਚ ਆ, ਉਹਦੇ ਕੋਲ ਪੈਸੇ ਨਹੀਂ ਹੈਗੇ, ਆਰਥਿਕ ਪੱਖੋਂ ਉਹਨੂੰ ਪੈਸੇ ਦੇਣ ਦੀ ਬਜਾਏ ਉਹਨੂੰ ਬਸ ਇਹੀ ਗੱਲ ਕਹਿ ਕੇ ਕਿਹਾ ਜਾ ਰਿਹਾ ਵੀ ਤੁਸੀਂ ਫਲਾਨੀ ਜਗ੍ਹਾ ਜਾਓ, ਇਸ਼ਨਾਨ ਕਰੋ, ਸਾਰਾ ਕੁਝ ਠੀਕ ਹੋ ਜਾਊਗਾ। ਇਹ ਗੱਲ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਵੀ ਕੋਈ ਅਮੀਰ ਆ ਜਾਂ ਕੋਈ ਗਰੀਬ ਆ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੇਰਾ ਆਪਣਾ ਪਰਿਵਾਰ ਆ,
ਤੇ ਮੇਰੀ ਆਪਣੀ ਮਾਤਾ ਨੂੰ ਬਲੱਡ ਆਪਣੇ ਕੈਂਸਰ ਹੋਇਆ ਤੇ ਮੇਰੀ ਆਪਣੀ ਮਾਤਾ ਨੂੰ ਕੈਂਸਰ ਹੋਇਆ ਤੇ ਉਹ ਪੁਜਾਰੀ ਨੇ ਮੇਰੇ ਪਰਿਵਾਰ ਦੇ ਉੱਤੇ ਇੰਨਾ ਕੁ ਜਾਣੀ ਕਿ ਪ੍ਰੈਸ਼ਰ ਬਿਲਡਅਪ ਕੀਤਾ ਹੋਇਆ ਵੀ ਉਹਦਾ ਕੈਂਸਰ ਤਾਂ ਠੀਕ ਹੋਊਗਾ ਜੇ ਉਹ ਦਰਬਾਰ ਸਾਹਿਬ ਜਾ ਕੇ ਨਹਾ ਕੇ ਆਊਗੇ। ਹੁਣ ਈਵਨ ਕਿ ਪਿਛਲੇ 3 ਸਾਲਾਂ ਤੋਂ ਉਹਨਾਂ ਦਾ ਟ੍ਰੀਟਮੈਂਟ ਆਲਰੇਡੀ ਚੱਲਦਾ ਪਿਆ, ਡਾਕਟਰ ਕਹਿ ਰਹੇ ਸਾਰਾ ਕੁਝ ਠੀਕ ਆ, ਕੋਈ ਪ੍ਰੋਬਲਮ ਨਹੀਂ, ਤੇ ਉਹ ਪੁਜਾਰੀ ਵੱਲੋਂ ਇੰਨਾ ਕੁ ਪ੍ਰੈਸ਼ਰ ਬਿਲਡਅਪ ਕੀਤਾ ਗਿਆ ਕਿ ਡਾਕਟਰਾਂ ਵੱਲੋਂ ਡਾਕਟਰੀ ਇਲਾਜ ਨੂੰ 15 ਦਿਨ ਲਈ ਸਸਪੈਂਡ ਕਰਾ ਕੇ ਫਿਰ ਉਹਨਾਂ ਨੂੰ ਦਰਬਾਰ ਸਾਹਿਬ ਲੈ ਕੇ ਜਾਇਆ ਗਿਆ ਸਿਰਫ ਇਸ ਕਰਕੇ ਵੀ ਉਹ ਜਿਹੜਾ ਦਰਬਾਰ ਸਾਹਿਬ ਦਾ ਸਰੋਵਰ ਆ ਵੀ ਉੱਥੇ ਨਹਾ ਕੇ ਉਹਦਾ ਕੈਂਸਰ ਠੀਕ ਹੋਵੇ। ਇਹ ਹੌਲੀ ਹੌਲੀ ਜਾਣੀ ਕਿ ਜਿਹੜਾ ਪੁਜਾਰੀ ਆ ਉਹ ਆਪਣੇ ਇਸ ਤਰੀਕੇ ਨਾਲ ਟੀਕੇ ਇੰਜੈਕਸ਼ਨ ਆਪਾਂ ਨੂੰ ਲਾ ਰਹੇ ਆ ਵੀ ਜਿਹੜਾ ਅਸੀਂ ਉਧਰ ਨੂੰ ਭਾਵੇਂ ਅਸੀਂ ਜਾਣਾ ਨਾ ਚਾਹੁੰਦੇ ਹੋਈਏ ਪਰ ਮੱਲੋ ਮੱਲੀ ਸਾਨੂੰ ਉਧਰ ਨੂੰ ਹੀ ਲੈ ਕੇ ਜਾਊਗਾ। ਹਾਂਜੀ, ਇਹ ਹੁਣ ਸਾਨੂੰ ਆਪ ਨੂੰ ਇਹ ਗੱਲ ਸਮਝਣੀ ਪੈਣੀ ਆ ਵੀ ਜਦੋਂ ਤੁਸੀਂ ਆਪ ਸਹਿਜ ਪਾਠ ਕਰੋਗੇ, ਆਪ ਕਰੋਗੇ ਘਰੇ ਬਹਿ ਕੇ, ਸਾਰੇ ਟੱਬਰ ਦੇ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਪ ਪੜੋਗੇ, ਅੱਖਰ ਵਿਚਾਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇਹ ਦੀ ਕੋਈ ਜਗ੍ਹਾ ਹੀ ਨਹੀਂ ਹੈਗੀ ਜਿੱਥੇ ਉਹ ਨਹੀਂ ਵਸਦਾ। ਬਿਲਕੁਲ ਜੀ, ਬਿਲਕੁਲ, ਕਿਉਂਕਿ ਗੁਰਬਾਣੀ ਸਾਨੂੰ ਇਹੀ ਤੇ ਸਿਖਾਉਂਦੀ ਆ ਵੀ ਦੁੱਖ ਸੁੱਖ ਦੋ ਦਰ ਕੱਪੜੇ ਪਹਿਰੇ ਜਾਏ ਮਨੁੱਖ, ਵੀ ਦੁੱਖ ਤੇ ਸੁੱਖ ਨੂੰ ਕਿੱਦਾਂ ਝੱਲਣਾ ਵਾ। ਜੇ ਸੁੱਖ ਦੇ ਤਾਂ ਤੁਝੇ ਰਾਜੀ, ਦੁੱਖ ਵੀ ਤੁਝੇ ਧਿਆਈ, ਜੇ ਸੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਇਹ ਗੁਰਬਾਣੀ ਸਾਨੂੰ ਸਿਖਾਉਂਦੀ ਸੀ, ਪਰ ਸਾਨੂੰ ਜਿਹੜੀ ਹੈ ਭਾਈ ਸਾਹਿਬ ਨੇ ਜਿਹੜੀ ਵਿਚਾਰ ਦਿੱਤੀ, ਇਸੇ ਕਰਕੇ ਇੰਨਾ ਹਾਓ ਹੱਲਾ ਹੋ ਰਿਹਾ ਕਿ ਜਿਹੜੀ ਅੱਜ ਪੁਜਾਰੀ ਦੀ ਦੁਕਾਨ ਨੂੰ ਪੁਜਾਰੀ ਨੂੰ ਖਤਰਾ ਪਿਆ, ਇਸੇ ਕਰਕੇ ਇੰਨਾ ਜ਼ਿਆਦਾ ਵਿਰੋਧ ਹੋ ਰਿਹਾ। ਹਾਂਜੀ ਵੀਰ ਜੀ, ਤੁਸੀਂ ਅੱਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੇਰਾ ਨਾਮ ਸੁਖਜਿੰਦਰ ਸਿੰਘ ਹੈ ਤੇ ਬਿਲਕੁਲ ਜਿਹੜੀਆਂ ਆਪਣਾ ਗੁਰਬਾਣੀ ਤੋਂ ਬਾਹਰ ਜਿਹੜੀਆਂ ਮੈਜੀਕਲ ਗੱਲਾਂ ਕੀਤੀਆਂ ਜਾਂਦੀਆਂ ਉਹ ਬਹੁਤ ਜ਼ਿਆਦਾ ਇਫੈਕਟ ਪਾਉਂਦੀ ਹੈ ਜਿੱਦਾਂ ਸਾਡੇ ਸਮਾਜ ਦੇ ਵਿੱਚ, ਕਿਉਂਕਿ ਮੈਂ ਖੁਦ ਸੰਥਿਆ ਕੀਤੀ 8 ਸਾਲ 'ਚੋਂ ਮੂਵ ਔਨ ਹੋਇਆ ਇਸ ਮਤਲਬ ਸਭ ਕਾਸੇ ਨੂੰ ਛੱਡ ਕੇ, ਠੀਕ ਹੈ ਜੀ। ਤੇ ਮੈਂ 10th ਕੰਪਲੀਟ ਕੀਤੀ ਸੀ, ਉਸ ਤੋਂ ਬਾਅਦ ਮਾਝੇ ਦੇ ਵਿੱਚ ਇੱਕ ਗੁਰਦੁਆਰਾ ਵਾ, ਉੱਥੇ ਸੰਥਿਆ ਕਰਨ ਮੈਂ ਗਿਆ ਹੋਇਆ ਸੀਗਾ ਤੇ ਉੱਥੇ ਮਤਲਬ ਇਹਨਾਂ ਗੱਲਾਂ ਨੂੰ ਹੀ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਸੀ। ਜਿਸ ਤਰ੍ਹਾਂ ਮੰਨ ਲਓ ਕਿ ਕੋਈ ਆਉਂਦੇ ਸੀਗੇ, ਕੋਈ ਘਰ ਦੀਆਂ ਟੈਨਸ਼ਨਾਂ ਹੁੰਦੀਆਂ ਸੀਗੀਆਂ, ਮਾਨਸਿਕ ਦਬਾਅ ਹੁੰਦਾ ਸੀ ਕਈਆਂ ਨੂੰ, ਜਾਂ ਕੋਈ ਵੀ ਰੋਗ ਹੁੰਦੇ ਸੀ, ਉਹਨੂੰ ਕਹਿੰਦੇ ਸੀਗੇ ਕਿ ਤੁਸੀਂ ਸਾਡੇ ਵਰਗੇ ਦੀ ਡਿਊਟੀ ਲਾ ਦਿੰਦੇ ਸੀ ਜਿਹੜੇ ਉੱਥੇ ਸੰਥਿਆ ਕਰਦੇ ਸੀਗੇ ਕਿ ਤੁਸੀਂ 5 ਪਾਠ ਜਾਂ 11 ਪਾਠ ਚੌਪਈ ਸਾਹਿਬ ਦੇ ਕਰਕੇ ਤੇ ਇਹਨਾਂ ਨੂੰ ਜਲ ਛਕਾ ਦਿਓ ਤੇ ਆਰਾਮ ਹੋ ਜਾਊਗਾ। ਪਰ ਸਭ ਬਕਵਾਸ ਗੱਲਾਂ ਸੀ, ਕੁਛ ਨਹੀਂ ਸੀ ਹੁੰਦਾ ਇਹਨਾਂ ਤੇ। ਬਸ ਉਹ ਵਿਚਾਰੇ ਉਸੇ ਤਰ੍ਹਾਂ ਹੀ ਫਿਰ ਹਫ਼ਤੇ ਬਾਅਦ, ਦੂਜੇ ਤੀਜੇ ਦਿਨ, ਚੌਥੇ ਦਿਨ ਬਾਅਦ ਫਿਰ ਦੁਬਾਰਾ ਆ ਕੇ ਜਿਹੜਾ ਉਹਨਾਂ ਨੂੰ ਵਾਪਸ ਉਸ ਗੁਰਦੁਆਰੇ ਆਉਣਾ ਹੀ ਪੈਂਦਾ ਸੀ ਕਿ ਪੁਜਾਰੀ ਦੀ ਗੋਲਕ ਭਰਨ ਵਾਸਤੇ ਜਾਂ ਉਹਨਾਂ ਦੇ ਜੋ ਵੀ ਆ ਬਿਜ਼ਨਸ ਰਨ ਕਰਨ ਵਾਸਤੇ ਜੋ ਆ। ਪਰ ਗੁਰਦੁਆਰਾ ਇਤਿਹਾਸਕ ਨਹੀਂ ਸੀ, ਉਹਨੂੰ ਇਤਿਹਾਸਕ ਬਣਾ ਦਿੱਤਾ ਗਿਆ ਸੀਗਾ ਸਿਰਫ ਇਸੇ ਕਰਕੇ ਕਿ ਇੱਥੇ ਦੁੱਖ ਦੂਰ ਹੁੰਦੇ ਆ ਬਾਣੀ ਪੜ੍ਹਨ ਨਾਲ ਤੇ ਜਲ ਛਕਣ ਨਾਲ। ਸਿਰਫ ਇਹ ਜਿਹੜੀਆਂ ਜਾਦੂ ਟੂਣ ਵਾਲੀਆਂ ਗੱਲਾਂ ਇਹਨਾਂ ਨੂੰ ਪ੍ਰਮੋਟ ਕਰਕੇ ਜਿਹੜੇ ਗੁਰਦੁਆਰੇ ਆ ਇਹ ਸਾਰੇ ਬਿਲਡਅਪ ਹੋਏ। ਹਾਂਜੀ, ਬਿਲਕੁਲ ਜੀ, ਬਿਲਕੁਲ। ਹਾਂਜੀ ਦਲਜੀਤ ਸਿੰਘ ਜੀ, ਤੇ ਇਸ ਤਰ੍ਹਾਂ ਵਾ ਕਿ ਤੀਰਥਾਂ ਬਾਰੇ ਗੁਰਬਾਣੀ ਕੀ ਕਹਿੰਦੀ ਆ, ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਆ ਤੇ ਪੁਜਾਰੀ ਕੀ ਕਹਿੰਦਾ। ਕਿਉਂਕਿ ਪਾਪ ਕਰੇ ਪੰਚਾਂ ਕੇ ਬਸਰੇ, ਕਹਿੰਦੇ ਬੰਦਾ ਪਾਪ ਕਰਦਾ ਪੰਜਾਂ ਦੇ ਵੱਸ 'ਚ। ਹਾਂਜੀ, ਪਾਪ ਕਰੇ ਪੰਚਾਂ ਕੇ ਬਸਰੇ, ਕਹਿੰਦਾ ਤੀਰਥ ਨਹਾਏ ਕਹੇ ਸਭ ਉਤਰੇ। ਹਾਂਜੀ, ਤੀਰਥ ਨਹਾ ਕੇ ਕਹਿੰਦਾ ਵੀ ਮੇਰੇ ਹੁਣ ਸਭ ਉਤਰ ਗਿਆ। ਕਹਿੰਦੇ ਬਹੁਰ ਕਮਾਵੇ ਹੋਏ ਨਿਸੰਕ, ਕਹਿੰਦਾ ਫਿਰ ਉਹ ਜਦੋਂ ਨਹਾ ਕੇ ਆ ਜਾਂਦਾ ਨਾ ਵਾਪਸ, ਫਿਰ ਕਹਿੰਦਾ ਹੁਣ ਮੈਨੂੰ ਕੋਈ ਪਰਵਾਹ ਨਹੀਂ ਗੀ ਕਿਉਂਕਿ ਮੈਂ ਤੀਰਥ ਨਹਾਇਆ। ਹਾਂਜੀ, ਬਹੁਰ ਕਮਾਵੇ ਹੋਏ ਨਿਸੰਕ, ਜੰਮਪੁਰ ਬਾਅਦ ਖਰੇ ਕਲੰਕ, ਕਹਿੰਦਾ ਇੰਨਾ ਨਹੀਂ ਪਤਾ ਵੀ ਜਮਾਂ ਦੀ ਫਾਈ ਤੂੰ ਵੱਧ ਫਸ ਗਿਆ ਸਗੋਂ। ਬਿਲਕੁਲ, ਵੀ ਕਹਿ ਰਿਹਾ ਵੀ ਜਿਹੜਾ ਪੁਜਾਰੀ ਨੇ ਸਾਨੂੰ ਤੀਰਥਵਾਦ ਦੇ ਵਿੱਚ ਵਾੜਤਾ, ਪਰ ਗੁਰੂ ਸਾਹਿਬਾਂ ਦਾ ਤੀਰਥਾਂ ਬਾਰੇ ਏਡਾ ਵੱਡਾ ਕ੍ਰਾਂਤੀਕਾਰੀ ਜਿਹੜਾ ਵਾ ਬੋਲ ਨੇ ਸਤਿਗੁਰਾਂ ਦੇ। ਔਰ ਤੁਸੀਂ ਇਹਦੇ ਬਾਰੇ ਕੀ ਹੋਰ ਥੋੜਾ ਜਿਹਾ ਕਰਕੇ ਫਿਰ ਆਪਾਂ ਅਗਲੇ ਵਿਸ਼ੇ ਵੱਲ ਚੱਲਦੇ। ਇਹ ਇੱਕ ਜਦੋਂ ਗੁਰੂ ਸਾਹਿਬਾਨ ਨੇ ਜਿਹੜੇ ਉਸ ਵੇਲੇ ਦੇ ਤੀਰਥ ਚੱਲ ਰਹੇ ਸੀਗੇ ਉਹਨਾਂ ਦੇ ਪ੍ਰਤੀ ਜਦੋਂ ਇਹ ਕ੍ਰਾਂਤੀਕਾਰੀ ਸ਼ਬਦ ਜਿਹੜੇ ਸੀ ਉਦੋਂ ਵਰਤੇ ਜੀ, ਜੋ ਗੁਰਬਾਣੀ ਤੀਰਥਾਂ ਦੇ ਪ੍ਰਤੀ ਪੂਰਾ ਕਟਾਕਸ਼ ਕਰਦੀ ਹੈ, ਸੋ ਪੁਜਾਰੀ ਨੂੰ ਤਕਲੀਫ ਤਾਂ ਹੋਣੀ ਸੀ ਇਸ ਦੇ ਮਗਰ, ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਕ੍ਰਾਂਤੀਕਾਰੀ ਵਿਚਾਰਧਾਰਾ ਉਹ ਚਾਹੁੰਦਾ ਨੀਗਾ ਕਿ ਇਸ ਚੰਗਲ ਚੋਂ ਕੋਈ ਨਿਕਲਿਆ ਜਾਵੇ, ਕਿਉਂਕਿ ਉਹਦੀ ਰੋਜੀ ਰੋਟੀ ਇਸ ਨਾਲ ਜੁੜੀ ਹੋਈ ਹੈ। ਜਦੋਂ ਇਹ ਜੰਜੀਰਾਂ ਨੂੰ, ਇਹ ਗੁਲਾਮੀ ਦੀਆਂ ਜੰਜੀਰਾਂ ਨੂੰ, ਇਹ ਜੋ ਆਪਣੇ ਸਿਰਾਂ ਤੇ ਪਾਈਆਂ ਗਈਆਂ ਨੇ, ਇਹਨੂੰ ਜਦੋਂ ਕੋਈ ਤੋੜਦਾ ਤਾਂ ਫਿਰ ਉਹਨੂੰ ਤਕਲੀਫ ਹੋਣੀ ਹੈ ਨਾ, ਜਾਇਜ਼ ਹੈ। ਸੋ ਫਿਰ ਉਹ ਭਾਈ ਸਾਹਿਬ ਨੇ ਆਪਣੀ ਵੀਡੀਓ 'ਚ ਬੜੀ ਚੰਗੀ ਤਰ੍ਹਾਂ ਉਸ ਨੂੰ ਕਲੈਰੀਫਾਈ ਕੀਤਾ ਹੈ ਕਿ ਕਿਸ ਤਰੀਕੇ ਨਾਲ ਪ੍ਰੋਡਕਟ ਜਿਹੜਾ ਆ ਉਹ ਆਪਣਾ ਵੇਚਿਆ ਗਿਆ, ਪਰ ਮੋਹਰੇ ਜਿਹੜੀ ਤਸਵੀਰ ਹੈ ਉਹ ਗੁਰੂ ਸਾਹਿਬਾਨਾਂ ਦੀ ਦਿਖਾਈ ਗਈ। ਤੀਰਥ ਅਸਥਾਨ, ਇਤਿਹਾਸਕ ਸਥਾਨਾਂ ਨੂੰ ਬਣਾ ਕੇ ਉਹਨਾਂ ਦੇ ਮਗਰ ਜਿਹੜਾ ਆ ਆਪ ਲੋਕ ਕੇ ਆਪਣੇ ਪ੍ਰੋਡਕਟ ਵੇਚੇ ਗਏ ਹੈ ਨਾ। ਕਿਸ ਤਰੀਕੇ ਨਾਲ ਉਹਨਾਂ ਨੇ ਉਹ ਜਿਹੜੇ ਗੁਰੂ ਅਸਥਾਨ ਸੀਗੇ, ਜਿਹੜੇ ਆਪਣੇ ਇਤਿਹਾਸਿਕ ਅਸਥਾਨ ਸੀਗੇ, ਆਪਾਂ ਹੁਣ ਇਹਨਾਂ ਵਿਦੇਸ਼ਾਂ 'ਚ ਰਹਿੰਦੇ ਹਾਂ ਸਾਰੇ ਵੀਰ, ਆਪਾਂ ਨੂੰ ਪਤਾ ਆ
ਇੱਥੇ ਜਿਹੜੇ ਇਹਨਾਂ ਮੁਲਕਾਂ ਦੇ ਜਿਹੜੇ ਇਤਿਹਾਸਿਕ ਜਗ੍ਹਾਵਾਂ ਹੁੰਦੀਆਂ ਨੇ ਉਸ ਨੂੰ ਕਿਸ ਤਰੀਕੇ ਨਾਲ ਲੁੱਕ ਆਫਟਰ ਕਰਦੇ ਨੇ, ਉਹਦਾ ਇਤਿਹਾਸ ਉੱਥੇ ਲਿਖਿਆ ਹੁੰਦਾ ਕਿ ਹਾਂ ਇਸ ਜਗ੍ਹਾ ਦਾ ਆ ਇਤਿਹਾਸ ਹੈ, ਤੁਸੀਂ ਟਿਕਟ ਲੈ ਕੇ ਜਾਂਦੇ ਆ, ਤੁਸੀਂ ਉਹਨੂੰ ਦੇਖਦੇ ਆ, ਉਹਦੇ ਨਾਲ ਉਹਦਾ ਰੱਖ ਰਖਾਅ ਦਾ ਖਰਚਾ ਚੱਲਦਾ। ਬਿਲਕੁਲ ਇਸ ਤਰੀਕੇ ਨਾਲ ਇਹਨਾਂ ਨੇ 600 700 1000 ਸਾਲ ਪਹਿਲਾਂ ਦੀਆਂ ਜਗ੍ਹਾਵਾਂ ਵੀ ਜਿਹੜੇ ਇਹਨਾਂ ਦੇ ਪੁਰਾਣੇ ਕਿਲੇ ਸੀ ਉਹ ਵੀ ਹਜੇ ਤੱਕ ਸਾਂਭ ਕੇ ਰੱਖੇ ਹੋਏ ਨੇ, ਪਰ ਇਹ ਉਹਦੇ ਨਾਲ ਕੋਈ ਮਨਮਤ ਨਹੀਂ ਜੋੜਦੇ। ਇਹ ਨਹੀਂ ਕਹਿੰਦੇ ਕਿ ਤੁਹਾਨੂੰ ਇੱਥੇ ਜਾ ਕੇ ਆਹ ਮਿਲੂਗਾ ਜਾਂ ਉਹ ਮਿਲੂਗਾ, ਨਹੀਂ। ਅੱਜ ਜਦੋਂ ਅਸੀਂ ਆਪਣੇ ਤੀਰਥ ਸਥਾਨਾਂ ਨੂੰ ਦੇਖਦੇ ਹਾਂ, ਆਪਣੇ ਗੁਰੂ ਸਥਾਨਾਂ ਨੂੰ ਜੋ ਤੀਰਥ ਸਥਾਨ ਬਣਾ ਦਿੱਤਾ ਗਿਆ, ਜਦੋਂ ਅੱਜ ਉਹਨਾਂ ਨੂੰ ਦੇਖਦੇ ਹਾਂ ਤਾਂ ਉੱਥੇ ਕਿਸ ਤਰੀਕੇ ਨਾਲ ਮਨਮਤ ਫੈਲਾਈ ਜਾ ਰਹੀ ਹੈ। ਗੁਰਬਾਣੀ ਦਾ ਪ੍ਰਵਾਹ ਕਹਿੰਦੇ ਆ ਚੱਲਦਾ, ਉੱਥੇ ਗੁਰਬਾਣੀ ਪੜ੍ਹੀ ਜਾਂਦੀ ਹੈ, ਪਰ ਉਹਦੇ ਆੜ ਦੇ ਵਿੱਚ ਦਿੱਤਾ ਕੀ ਜਾ ਰਿਹਾ? ਆਮ ਲੋਕਾਂ ਨੂੰ ਕਿਸ ਤਰੀਕੇ ਨਾਲ ਮਾਨਸਿਕ ਗੁਲਾਮ ਜਿਹੜਾ ਬਣਾਇਆ ਜਾਂਦਾ। ਆਮ ਲੋਕਾਂ ਨੂੰ ਉੱਥੇ ਜਾ ਕੇ ਇੱਕ ਸਕੂਨ ਤਾਂ ਜ਼ਰੂਰ ਮਿਲਦਾ, ਪਰ ਉਹ ਸਕੂਨ ਥੋੜੇ ਸਮੇਂ ਦਾ ਹੁੰਦਾ। ਜੇ ਮੰਨ ਲਓ 10 ਬੰਦਿਆਂ ਨੇ ਇੱਕ ਮੰਨਤ ਮੰਗੀ ਹੈ ਹਨਾ, ਉਹਨਾਂ ਵਿੱਚੋਂ ਜਦੋਂ ਉਹ ਤੀਰਥਾਂ ਦੇ ਚਲ ਗਏ, ਉਹਨਾਂ ਨੇ ਮੱਥੇ ਟੇਕ ਲਿਆ, ਉਹਨਾਂ ਨੇ ਪ੍ਰਸ਼ਾਦ ਕਰਾ ਲਿਆ, ਉਹਨਾਂ ਨੇ ਉੱਥੇ ਜਾ ਕੇ ਸਰੋਵਰਾਂ 'ਚ ਨਹਾ ਲਿਆ, ਤੇ 10 ਦੇ ਵਿੱਚੋਂ 20 ਦੇ 100 ਦੇ ਵਿੱਚੋਂ 20 ਤਾਂ ਵੈਸੇ ਹੀ ਉਦਾਂ ਹੀ ਉਹਨਾਂ ਦੀ ਗੱਲ ਬਣ ਜਾਣੀ ਹੁੰਦੀ ਹੈ ਨਾ, ਕੁਦਰਤੀ। ਤਾਂ ਜਿਹੜੇ 20 ਹੈ ਉਹ ਪਰਮਾਨੈਂਟ ਜੁੜ ਗਏ, ਪਰ ਜਿਹੜੇ 80 ਹੈ ਉਹਨਾਂ ਨੂੰ ਕਹਿਣਾ ਤੇਰੇ 'ਚ ਸ਼ਰਧਾ ਨਹੀਂ, ਤੇ ਉਹਦੇ 'ਚ 50 ਇਹੋ ਜਿਹੇ ਹੋਣੇ ਨੇ ਜਿਨ੍ਹਾਂ ਨੇ ਉਹ ਰਾਹ ਛੱਡ ਕੇ ਉਹ ਹੋਰ ਪਾਸੇ ਦਾ ਰਾਹ, ਉਹਨਾਂ ਨੇ ਕਹਿਣਾ ਯਾਰ ਇਹ ਬਾਬੇ 'ਚ ਥੋੜ੍ਹੀ ਜਿਹੀ ਸ਼ਕਤੀ ਘੱਟ ਹੈ, ਕੋਈ ਹੋਰ ਦੂਜਾ ਜਿਹੜਾ ਬੰਦਾ ਪ੍ਰੋਡਕਟ ਵੇਚਦਾ ਇਹਦੇ 'ਚ ਸ਼ਕਤੀ ਥੋੜ੍ਹੀ ਜ਼ਿਆਦਾ। ਸੋ ਹੁਣ ਜਿਹਦਾ ਕਹਿੰਦੇ ਨੇ ਧਰਮ ਪਰਿਵਰਤਨ ਹੋ ਰਿਹਾ, ਈਸਾਈ ਬਣਦੇ ਜਾ ਰਹੇ ਨੇ ਪੰਜਾਬ 'ਚ ਲੋਕੀ, ਉਹ ਧਰਮ ਪਰਿਵਰਤਨ ਤਾਂ ਤੁਹਾਡਾ ਹੋ ਚੁੱਕਾ ਹੈ ਸਿੱਖਾਂ ਦਾ ਬੜੇ ਚਿਰ ਦਾ, ਹਨਾ। ਹੁਣ ਤਾਂ ਸਿਰਫ ਇੱਕ ਪ੍ਰੋਡਕਟ ਉਹ ਜਿਹੜਾ ਆ ਹੋਰ ਲੈ ਰਹੇ ਨੇ, ਪਹਿਲਾਂ ਹੋਰ ਸੀਗਾ ਲੈਂਦੇ, ਹੁਣ ਉਹ ਪ੍ਰੋਡਕਟ ਉਹਨਾਂ ਨੇ ਚੇਂਜ ਕਰਕੇ ਦੇਖਿਆ ਵੀ ਸ਼ਾਇਦ ਇਹਦੇ ਨਾਲ ਉਹਨਾਂ ਨੂੰ ਜ਼ਿਆਦਾ ਅਸਰ ਹੋਊਗਾ, ਪਰ ਜਿਹੜਾ ਲੌਜੀਕਲੀ ਜਿਹੜੀ ਗੱਲ ਹੈ ਉਹ ਨਹੀਂ ਦੱਸੀ ਗਈ, ਹਨਾ। ਅੱਜ ਜਿਹੜਾ ਘਾਟਾ ਪੈ ਰਿਹਾ ਆ ਆਪਾਂ ਨੂੰ, ਉਹ ਅੱਜ ਉਸੇ ਚੀਜ਼ ਤੇ ਪੈ ਰਿਹਾ। ਜਦੋਂ ਨੌਜਵਾਨੀ ਅੱਜ ਦੀ ਸਮਝਣ ਲੱਗੀ ਸਾਰਾ ਕੁਝ, ਅੱਜ ਦੀ ਨੌਜਵਾਨੀ ਨੂੰ ਪਤਾ ਲੱਗਣ ਲੱਗ ਪਿਆ ਬਈ ਨਹੀਂ ਯਾਰ ਇਹ 'ਚ ਕੁਝ ਨਹੀਂ ਰੱਖਿਆ, ਫਿਰ ਉਹ ਕੀ ਹੋਇਆ, ਉਹ ਬਾਗੀ ਹੋਣਾ ਸ਼ੁਰੂ ਹੋ ਗਿਆ, ਹਨਾ। ਉਹ ਨਾ ਕਿ ਇਨਕਲਾਬੀ ਬਣੇ, ਉਹ ਬਾਗੀ ਹੋ ਗਏ। ਪਰ ਜਦ ਕਿ ਚਾਹੁੰਦੇ ਸੀ ਕਿ ਅਸੀਂ ਇਨਕਲਾਬੀ ਬਣਨਾ, ਪਰ ਅੱਜ ਜੋ ਢੱਡਰੀਆਂ ਵਾਲੇ ਨੇ ਜਦੋਂ ਗੁਰੂ ਪਾਤਸ਼ਾਹਾਂ ਦੀ ਅਸਲੀ ਜਿਹੜੀ ਵਿਚਾਰਧਾਰਾ ਤੁਹਾਡੇ ਮੋਹਰੇ ਰੱਖੀ ਹੈ, ਤਾਂ ਦੁਬਾਰਾ ਨੌਜਵਾਨੀ ਇਨਕਲਾਬੀ ਹੋਣਾ ਸ਼ੁਰੂ ਹੋਈ। ਜਦੋਂ ਇਨਕਲਾਬੀ ਹੋਣਾ ਸ਼ੁਰੂ ਹੋਈ ਤਾਂ ਫਿਰ ਇਸ ਪੁਜਾਰੀ ਨੂੰ ਅੱਜ ਵੀ ਤਕਲੀਫ ਹੋਣੀ ਪੂਰੀ ਜਾਇਜ਼ ਸੀ। ਤਾਂ ਉਹ ਪੂਰਾ ਪਿੱਟ ਸਿਆਪਾ ਹੁਣ ਪਾਇਆ, ਤੁਹਾਨੂੰ ਪਤਾ ਹੀ ਹੈ, ਜਿਸ ਤਰੀਕੇ ਨਾਲ ਇੰਡੀਆ ਦੇ ਵਿੱਚ ਦੀਵਾਨਾਂ ਦਾ ਵਿਰੋਧ ਕੀਤਾ ਗਿਆ, ਉਸ ਦੀਵਾਨਾਂ ਦੇ ਵਿਰੋਧ ਦੇ ਚੱਲਦਿਆਂ ਜਿਹੜੇ ਭਾਈ ਸਾਹਿਬ ਨੇ ਇਸ ਵੀਡੀਓ ਦੇ ਵਿੱਚ ਫੈਸਲੇ ਲਏ ਆ, ਦੀਵਾਨ ਬੰਦ ਕਰਨ ਦਾ ਜਿਹੜਾ ਫੈਸਲਾ ਉਹਨਾਂ ਨੇ ਕੀਤਾ, ਕਿਉਂਕਿ ਸਿੱਖਾਂ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜੋ ਪ੍ਰਚਾਰਿਆ ਗਿਆ, ਉਹ ਪ੍ਰਚਾਰਿਆ ਗਿਆ ਕਿ ਮੌਤ ਕਿਸ ਤਰੀਕੇ ਨਾਲ ਲੈਣੀ ਹੈ। ਮੌਤ ਨੂੰ ਵੱਡਾ ਕਰਕੇ ਬਹੁਤ ਪ੍ਰਚਾਰਿਆ ਗਿਆ ਕਿ ਹਾਂ ਬਈ ਸ਼ਹੀਦੀ ਜਿਹੜੀ ਹੈ ਉਹ ਮਸੀਂ ਮਿਲਦੀ ਹੈ, ਉਹ ਕਰਮਾਂ ਨਾਲ ਮਿਲਦੀ ਹੈ, ਹਨਾ ਜੀ। ਉਹ ਸ਼ਹੀਦੀ ਨੂੰ ਬੜਾ ਵੱਡਾ ਕਰਕੇ ਪੇਸ਼ ਕੀਤਾ ਗਿਆ, ਪਰ ਜਦ ਕਿ ਕੀ ਗੁਰੂ ਸਾਹਿਬਾਨ ਤੁਹਾਨੂੰ ਸ਼ਹੀਦੀ ਦਾ ਮਾਰਗ ਦੇਣ ਆਏ ਸੀਗੇ, ਹਨਾ ਜੀ, ਕਿਉਂਕਿ ਇਹ ਤਾਂ ਪਹਿਲਾਂ ਵੀ ਸਾਰੇ ਮਜ਼੍ਹਬਾਂ 'ਚ ਚੱਲਦਾ ਹੀ ਸੀਗਾ, ਹਨਾ ਜੀ। ਮੁਸਲਮਾਨਾਂ ਦੇ ਵਿੱਚ ਇਹ ਚੀਜ਼ ਆਮ ਸੀ ਕਿ ਤੁਸੀਂ ਧਰਮ ਦੇ ਲਈ ਜੇ ਤੁਸੀਂ ਕਾਫਰ ਨੂੰ ਮਾਰੋਗੇ ਹਨਾ, ਤੇ ਨਾਲ ਤੁਸੀਂ ਆਪ ਆਪਣੀ ਬਲੀ ਦੇਵੋਗੇ, ਤਾਂ ਤੁਸੀਂ ਸਿੱਧਾ ਹੀ ਜਾ ਕੇ ਆਪਣੇ ਉੱਥੇ ਤੁਹਾਨੂੰ ਹੂਰਾਂ ਮਿਲਣਗੀਆਂ, ਹਨਾ, ਜੋ ਤੁਸੀਂ ਜਾਓਗੇ ਆਪਣੇ ਸਵਰਗ ਦੇ ਵਿੱਚ। ਤੋ ਇਹ ਜਿਹੜੀਆਂ ਚੀਜ਼ਾਂ ਆ, ਗੁਰੂ ਸਾਹਿਬਾਨ ਨੇ ਸਾਨੂੰ ਇੱਕ ਵੱਖਰਾ ਰਾਹ ਦਿੱਤਾ ਸੀਗਾ। ਇਹ ਰਾਹ ਜੀਣ ਦਾ ਸੀ, ਹਾਂਜੀ। ਇਹ ਮਰਨ ਦਾ ਰਾਹ ਨਹੀਂ ਸੀ, ਇਹ ਰਾਹ ਆਜ਼ਾਦੀ ਦਾ ਸੀ, ਇਹ ਰਾਹ ਮਾਨਸਿਕ ਗੁਲਾਮੀ ਤੋਂ ਛੁਟਕਾਰਾ ਪਾਉਣ ਦਾ ਸੀ। ਜਦੋਂ ਇਸ ਮਾਨਸਿਕ ਗੁਲਾਮੀ ਤੋਂ ਛੁਟਕਾਰਾ ਪਾਉਂਦੇ ਤੁਹਾਡੇ ਮੂਹਰੇ 'ਚ ਸ਼ਹੀਦੀ ਵੀ ਆ ਜਾਵੇ, ਤੁਹਾਨੂੰ ਹੱਸ ਕੇ ਪ੍ਰਵਾਨ ਹੈ। ਉਸ ਵੇਲੇ ਉਹ ਸ਼ਹੀਦੀ ਵੱਡੀ ਹੁੰਦੀ ਹੈ ਜਦੋਂ ਤੁਹਾਨੂੰ ਕੋਈ ਜੀਣ ਦਾ ਰਾਹ ਦੱਸਦਾ ਤੁਹਾਡੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਵੇ, ਉਸ ਨੂੰ ਜਿਹੜਾ ਆ ਅਸਲੀ ਸ਼ਹੀਦ ਮੰਨਿਆ ਜਾਂਦਾ ਹੈ। ਪਰ ਅੱਜ ਸਾਨੂੰ ਪ੍ਰਚਾਰਿਆ ਕੀ ਗਿਆ ਵੀ ਹਾਂ ਵੀ ਉਹ ਬੰਦਾ ਪੰਥ ਵਿਰੋਧੀ ਹੈ, ਉਹ ਬੰਦਾ ਕੌਮ ਵਿਰੋਧੀ ਹੈ, ਤੁਸੀਂ ਉਹਦਾ ਸੋਧਾ ਲਾਓ ਤੇ ਬਸ ਤੁਸੀਂ ਆਪ ਜਾਂ ਸ਼ਹੀਦ ਹੋ ਜਾਓ ਜਾਂ ਤੁਸੀਂ ਕਿਸੇ ਨੂੰ ਮਾਰ ਦਿਓ। ਫਿਰ ਜਿਹੜੇ ਬੈਠੇ ਆਗੂ ਨੇ ਉਹ ਅਗਰਾਹੀਆਂ ਕਰਨਗੇ, ਉਹ ਅਗਰਾਹੀਆਂ ਤੋਂ ਬਾਅਦ ਫਿਰ ਕੀ ਹੋਊਗਾ, ਉਹ ਅਗਲੇ ਨੂੰ ਕੌਮੀ ਸ਼ਹੀਦ ਬਣਾਉਣਗੇ, ਤੁਹਾਨੂੰ ਉਹ ਕਹਿਣਗੇ ਵੀ ਇਹ ਪੰਥ ਦਾ ਮਹਾਨ ਦੋਖੀ ਹੈ। ਉਸ ਚੀਜ਼ ਨੂੰ ਸਮਝਦੇ ਜਿਹੜਾ ਭਾਈ ਸਾਹਿਬ ਨੇ ਫੈਸਲਾ ਲਿਆ ਨਾ ਕਿ ਉਹ ਦੀਵਾਨ ਕਹਿੰਦੇ ਆ ਕਿ ਉਹਨਾਂ ਨੇ ਬੰਦ ਕਰ ਦੇਣੇ ਆ ਹੁਣ, ਉਹ ਬਹੁਤ ਹੀ ਅਹਿਮ ਫੈਸਲਾ ਹੈ। ਹਾਂ ਚਲੋ ਤਕਲੀਫ ਸਾਨੂੰ ਹੁੰਦੀ ਹੈ ਕਿਉਂਕਿ ਅਸੀਂ ਉਹਨਾਂ ਨੂੰ ਰੈਗੂਲਰ ਸੁਣਦੇ ਹਾਂ, ਤਾਂ ਸਾਨੂੰ ਵੀ ਤਕਲੀਫ ਹੁੰਦੀ ਹੈ ਕਿ ਉਹ ਜਿਸ ਤਰੀਕੇ ਨਾਲ ਉਹ ਹਜ਼ਾਰਾਂ ਦੀ ਸੰਗਤ ਦੀ ਇਕੱਠ ਦੇ ਵਿੱਚ ਦੀਵਾਨ ਲਾਉਂਦੇ ਸੀਗੇ, ਉਹ ਹੁਣ ਨਹੀਂ ਲੱਗਣਗੇ। ਪਰ ਇਹ ਬੜਾ ਜ਼ਰੂਰੀ ਸੀ ਕਿਉਂਕਿ ਅੱਜ ਜੀਣ ਦਾ ਜਿਹੜਾ ਮਾਰਗ ਹੈ ਸਾਨੂੰ ਉਹ ਦਿਖਾਇਆ ਜਾ ਰਿਹਾ ਹੈ, ਤੇ ਸਾਨੂੰ ਇਹ ਜਿਹੜਾ ਮਰਨ ਦਾ ਜਿਹੜਾ ਕਨਸੈਪਟ ਦਿੱਤਾ ਗਿਆ ਸੀ ਕੁਝ ਸਮੇਂ ਤੋਂ, ਉਹਨੂੰ ਤੋੜਿਆ ਜਾ ਰਿਹਾ। ਤੇ ਅੱਜ ਜਿਹੜੀ ਨੌਜਵਾਨੀ ਹੈ ਇਹ ਜੀਣਾ ਸਿੱਖੇਗੀ, ਨਾ ਕਿ ਇਹ ਮਰਨਾ ਸਿੱਖੂਗੀ। ਹਾਂਜੀ, ਇਹਦੇ ਵਿੱਚ ਨਾ ਜਿਸ ਤਰ੍ਹਾਂ ਆਪਾਂ ਹੁਣ ਇੱਥੋਂ ਤੁਸੀਂ ਕੁਝ ਕਹੋਗੇ ਇਹਦੇ ਬਾਰੇ? ਇਹਦੇ ਵਿੱਚ ਇਸ ਤਰ੍ਹਾਂ ਵਾ ਕਿ ਜਿਸ ਤਰ੍ਹਾਂ ਭਾਈ ਸਾਹਿਬ ਨੇ ਬੜਾ ਕਲੀਅਰ ਕੱਲ ਕਿਹਾ ਇਹ ਗੱਲ ਕਿ ਜਿੱਦਾਂ ਜਲ ਕੇ ਮੱਜਣ ਜੇਗਤ ਹੋਵੇ, ਨਿਤ ਮੇਂਢਕ ਨਹਾਵੇ। ਕਹਿੰਦੇ ਜਿੱਦਾਂ ਟੱਡੂ ਰੋਜ਼ ਨਹਾਉਂਦਾ, ਨਿਤ ਮੇਂਢਕ ਨਹਾਵੇ, ਕਹਿੰਦੇ ਜੈਸੇ ਮੇਂਢਕ ਤੈਸੇ ਹੋਏ ਨਾ ਫਿਰ ਜੋ ਨਹੀਂ ਆਵੇ। ਕੀ ਗੱਲ ਇਹ ਦੂਸਰਿਆਂ ਲੋਕਾਂ ਤੇ ਗੱਲ ਢੁਕਦੀ ਹੈ, ਕੀ ਗੱਲ ਸਾਡੇ ਤੇ ਨਹੀਂ ਢੁਕਦੀ? ਬਿਲਕੁਲ। ਜਿਹੜੇ ਗੰਗਾ ਜਾਂਦੇ, ਹਰਿਦੁਆਰ ਜਾਂਦੇ ਆ, ਗੋਦਾਵਰੀ ਜਾਂਦੇ ਆ, ਜਿਹੜੇ ਪ੍ਰਾਗ ਜਾਂਦੇ ਆ, ਉਹਨਾਂ ਵਾਸਤੇ ਢੁਕਦੀ, ਸਾਡੇ ਵਾਸਤੇ ਕਿਉਂ ਨਹੀਂ ਢੁਕਦੀ? ਹਾਂਜੀ। ਨਿਤ ਜੇ ਅਸੀਂ ਤੀਰਥਾਂ ਤੇ ਰੋਜ਼ ਨਹਾਉਂਦੇ ਆ, ਜੇ ਸਾਨੂੰ
ਪਰ ਭਾਈ ਸਾਹਿਬ ਨੇ ਜਿੱਦਾਂ ਕਿਹਾ ਵੀ ਅਸੀਂ ਇੱਥੇ ਜੇ ਪੰਚਮ ਪਾਸਾ ਸੇਵਾ ਕਰਾਉਂਦੇ ਸੀ, ਬਾਬਾ ਬੁੱਢਾ ਸਾਹਿਬ ਜੀ ਸਾਰੇ ਬਰਾਬਰ ਤੇ ਇਥੋਂ ਇਸ਼ਨਾਨ ਕਰਕੇ ਮੁੜ ਕੇ ਕੀ ਕਰਦੇ ਸੀ, ਜਾ ਕੇ ਦਰਬਾਰ ਦੇ ਵਿੱਚ ਬਹਿੰਦੇ ਸੀ। ਹਾਂਜੀ। ਗੱਲ ਤਾਂ ਦਰਬਾਰ ਦੀ ਸੀ ਹਾਂਜੀ। ਵੀ ਇੱਥੇ ਸਾਡੇ ਊਚ ਨੀਚ ਨਾ ਕਿਤੇ ਰਹਿ ਜੇ, ਭੇਦ ਭਾਵ ਨਾ ਰਹਿ ਜੇ ਵੀ ਮੈਂ ਉੱਚਾ ਤੇ ਉਹ ਨੀਚ ਹੇਠਾਂ ਜਾਂ ਉੱਪਰ ਆ, ਵੀ ਅਸੀਂ ਇੱਕੇ ਥਾਂ ਇਸ਼ਨਾਨ ਕਰਕੇ ਫਿਰ ਉੱਥੇ ਜਾ ਕੇ ਆਹ ਜਿਹੜਾ ਸਾਡੇ ਤੇ ਪੁਜਾਰੀ ਨੇ ਗਲਬਾ ਪਾਇਆ ਇਹਦੇ ਬਾਰੇ ਗੱਲ ਕਰੀਏ ਕਿ ਬਿਲਕੁਲ। ਚੱਲ ਕੇ ਮੱਜਨ ਜੇਗਤ ਹੋਵੇ। ਬਿਲਕੁਲ ਜੀ ਹੈ ਬਿਲਕੁਲ। ਤੀਰਥ ਨਾਵਣ ਜਾਊਂ, ਤੀਰਥ ਨਾਮ ਹੈ ਵੀ ਮੇਰੇ ਵਾਸਤੇ ਤੀਰਥ ਗੁਰੂ ਦਾ ਗਿਆਨ ਆ, ਗੁਰੂ ਦੀ ਬਾਣੀ ਆ, ਗੁਰੂ ਦਾ ਵਿਵੇਕ ਆ, ਗੁਰੂ ਦਾ ਸ਼ਬਦ ਆ। ਹਾਂਜੀ, ਆਪਾਂ ਤੁਸੀਂ ਇਹਦੇ ਬਾਰੇ ਦੱਸੋ ਕਿੱਦਾਂ, ਤੇ ਇਸ ਤੋਂ ਬਾਅਦ ਆਪਾਂ ਅੱਗੇ ਫਿਰ ਬੁੱਧੀਜੀਵੀਆਂ ਦੀ ਗੱਲ ਕਰਾਂਗੇ। ਜਦੋਂ ਦੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੇ ਆਪਣੇ ਅੰਦਰਲੇ ਰੱਬ ਦੀ ਜਿਹੜੀ ਗੱਲ ਕੀਤੀ ਆ ਵੀ ਸਾਡੇ ਅੰਦਰ ਜਿਹੜਾ ਰੱਬ ਵੱਸਦਾ ਹੈ, ਹਾਂਜੀ। ਅਸਲ ਦੇ ਵਿੱਚ ਉਹ ਪੁਜਾਰੀ ਬਾਹਰ ਬਿਠਾ ਕੇ ਬੈਠੇ ਸੀਗੇ। ਉਹ ਬਿਲਕੁਲ। ਗੱਲ ਸੁਣ ਕੇ ਅਸਲ ਦੇ ਵਿੱਚ ਉਹ ਜਿਹੜੇ ਪੁਜਾਰੀਆਂ ਨੇ ਪਿੱਟ ਸਿਆਪਾ ਉਦੋਂ ਦਾ ਜ਼ਿਆਦਾ ਸ਼ੁਰੂ ਕੀਤਾ। ਬਿਲਕੁਲ। ਹਾਂਜੀ। ਉਹਦੇ ਨਾਲ ਜਿਹੜੇ ਵਿਦਵਾਨ ਸੀਗੇ, ਪੁਜਾਰੀ ਸੀਗੇ, ਉਹਨਾਂ ਦੀ ਜਿਹੜੀ ਵਿਦਪਦਾ ਦਾ ਹੰਕਾਰ ਸੀਗਾ, ਉਹਨਾਂ ਨੂੰ ਹੰਕਾਰ ਨੇ ਮਾਰ ਲਿਆ। ਬਿਲਕੁਲ ਜੀ ਬਿਲਕੁਲ। ਕਿਉਂਕਿ ਉਹ ਚਾਹੁੰਦੇ ਨਹੀਂ ਸੀਗੇ ਵੀ ਭਾਈ ਰਣਜੀਤ ਸਿੰਘ ਹੁਣੀ ਕੋਈ ਨਵੀਂ ਗੱਲ ਕਰਨ, ਹਾਂਜੀ। ਜਿਹਦੇ ਨਾਲ ਸਾਡੀ ਜਿਹੜੀ ਦੁਕਾਨਾਂ ਆ ਉਹਦੀ ਕੋਈ ਇਨਕਮ ਘਟੇ। ਇਸ ਕਰਕੇ ਉਹ ਵਿਦਪਦਾ ਦਾ ਜਿਹੜਾ ਗਿਆਨ ਚੱਕੀ ਫਿਰਦੇ ਸੀ, ਉਹਨੇ ਆਪਣੀ ਕਿਤਾਬੀ ਗਿਆਨ ਦੇ ਅੱਖਰ, ਹਾਂਜੀ। ਕਿਤਾਬੀ ਕਿਤਾਬਾਂ ਦੇ ਜਿਹੜੇ ਅੱਖਰੀ ਭਾਰ ਚੱਕੀ ਫਿਰਦੇ, ਉਹਦੇ ਥੱਲੇ ਆ ਕੇ ਮੰਨ ਲਓ ਹਾਂਜੀ ਆਪਣੇ ਭਾਰਤ ਲਈ ਆਪ ਹੀ ਦੱਬੇ ਗਏ ਉਹ ਅੱਖਰਾਂ ਦੇ ਭਾਰ ਚੱਕੀ ਤੇ ਫਿਰਦੇ ਨੇ, ਕਿਤਾਬਾਂ ਦੇ ਗੱਡੇ ਲੱਦੀ ਫਿਰਦੇ ਆ। ਹਾਂਜੀ। ਤੇ ਉਹਨਾਂ ਦੇ ਪਾਤਸ਼ਾਹ ਨੇ ਤਾਂ ਗੱਡੇ ਲੱਦਣ ਦੀ ਵਿਰੋਧ ਕੀਤਾ। ਬਿਲਕੁਲ। ਉਹਨਾਂ ਨੇ ਕਿਹਾ ਵੀ ਇਹ ਗੱਲ ਨਹੀਂ, ਗੱਲ ਇੱਕ ਹੋਰ ਸਮਝਣ ਦੀ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਸਮਝਣੀ ਪੜ ਗੱਡੀ ਲੱਦੀ ਵਾਲੀ ਗੱਲ ਨਹੀਂ ਹੈਗੀ ਜੀ। ਹਾਂ, ਹੁਣ ਜਿੱਦਾਂ ਭਾਈ ਜੀ ਨੇ ਹੁਣ ਗੱਲੇ ਕਰੇ ਦਿੱਤੀ ਹੈ ਜਤਿੰਦਰ ਸਿੰਘ ਹੋਣਾ ਨੇ, ਜਿਹੜੀ ਇਹਨਾਂ ਨੇ ਬੁੱਧੀਜੀਵੀਆਂ ਦੀ ਗੱਲ ਕੀਤੀ ਹੈ, ਆਪਣਾ ਅਗਲਾ ਵਿਸ਼ਾ ਵੀ ਉਹੀ ਹੈ। ਬਿਲਕੁਲ ਜੀ। ਜਿਹੜੀ ਭਾਈ ਸਾਹਿਬ ਨੇ ਦੂਜੇ ਵਿਸ਼ੇ ਤੇ ਗੱਲ ਕੀਤੀ ਹੈ ਕਿ ਸਿੱਖ ਜਿਹੜੇ ਬੁੱਧੀਜੀਵੀ ਕਹਾਉਣ ਵਾਲੇ ਨੇ, ਜਾਗਰੂਕ ਕਹਾਉਣ ਵਾਲੇ ਬੰਦੇ ਨੇ, ਜਿਹੜੇ ਭਾਈ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਮੈਂ ਬੜੇ ਸ਼ੌਂਕ ਨਾਲ ਸੁਣਦਾ ਹੁੰਦਾ ਸੀ ਕਿਸੇ ਟਾਈਮ ਜਦੋਂ ਮੈਂ ਬਾਬਿਆਂ ਵਾਲੀ ਲਾਈਨ 'ਚ ਹੁੰਦਾ ਸੀ, ਯਾਰ ਗੱਲ ਤਾਂ ਸਹੀ ਕਰਦੇ ਨੇ, ਹਨਾ ਜੀ, ਇਹ ਗੱਲ ਸਹੀ ਕਰਦੇ ਨੇ ਤੇ ਇਹ ਗੱਲ ਕਰਨੀ ਪੈਣੀ ਹੈ। ਕਿਉਂਕਿ ਜੋ ਆਪਾਂ ਕਰ ਰਹੇ ਹਾਂ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਉਸ ਟਾਈਮ ਕਿ ਇਹ ਗਲਤ ਹੈ ਯਾਰ, ਇਹ ਬੰਦਿਆਂ ਦਾ ਰਸਤਾ ਜਿਹੜਾ ਹੈ ਵਧੀਆ। ਸੋ ਆਪਾਂ ਹਾਂਜੀ ਉਹ 'ਚ ਲੌਜਿਕ ਸੀਗਾ ਉਹ ਗੱਲ ਕਰਨ ਦਾ, ਜਿੱਦਾਂ ਅੱਜ ਦੇ ਜਿੱਦਾਂ ਸਮੇਂ ਨਾਲ ਉਹ ਮੈਚ ਖਾਂਦੀ ਸੀ ਕਿਤੇ ਨਾ ਕਿਤੇ, ਗੱਲ ਮੈਚ ਕਰਦੀ ਸੀ ਉਹ ਗੱਲ। ਸੋ ਉਹਨਾਂ ਨੇ ਉਹ ਗੱਲਾਂ ਸੁਣ ਕੇ ਜਦੋਂ ਇੱਧਰ ਨੂੰ ਆਏ ਆ, ਉਹ ਜਦੋਂ ਇਹ ਗੱਲਾਂ ਕਰਨੀਆਂ ਹੁਣ ਭਾਈ ਸਾਹਿਬ ਨੇ ਸ਼ੁਰੂ ਕੀਤੀਆਂ ਨੇ, ਜਦੋਂ ਇਹ ਤਰਕ ਵਾਲੀ, ਜਦੋਂ ਇਹ ਜ਼ਿੰਮੇਵਾਰੀ ਵਾਲੀ ਸੋਚ ਦੇਣੀ ਸ਼ੁਰੂ ਕੀਤੀ, ਤਾਂ ਸੰਪਰਦਾਇਆਂ ਨੂੰ ਤਾਂ ਇਹਦਾ ਦੁੱਖ ਹੋਣਾ ਸੁਭਾਵਿਕ ਹੀ ਸੀਗਾ, ਆਪਾਂ ਨੂੰ ਪਤਾ ਹੀ ਸੀ ਕਿ ਉਹਨਾਂ ਨੂੰ ਹੋਣਾ ਹੀ ਹੈ। ਪਰ ਇਹਦਾ ਦੁੱਖ ਜਾਗਰੂਕ ਵਰਗ ਨੂੰ ਬਹੁਤ ਜ਼ਿਆਦਾ ਹੋਇਆ। ਦੁੱਖ ਇੱਥੇ ਲੱਗਦਾ ਨਾ ਜ਼ਿਆਦਾ ਆਪਾਂ ਨੂੰ, ਦੁੱਖ ਇੱਥੇ ਲੱਗਦਾ ਕਿ ਉਹਨਾਂ ਨੂੰ ਕਿਹੜੀ ਗੱਲ ਦੀ ਤਕਲੀਫ ਹੋਏ, ਬਈ ਤੁਸੀਂ ਤਾਂ ਇਹੀ ਗੱਲਾਂ ਕਰਦੇ ਸੀ। ਪਰ ਜਦ ਅੱਜ ਉਹਨਾਂ ਨੂੰ ਤੜਫਿਆਂ ਨੂੰ ਦੇਖਦੇ ਆ, ਜਦ ਕਿ ਜਿਹੜੇ ਦੂਜੇ ਜਦੋਂ ਤੜਫਦੇ ਆ, ਜਦੋਂ ਸੰਪਰਦਾਇ ਤੜਫਦੇ ਆ, ਜਦੋਂ ਟਕਸਾਲੀ ਤੜਫਦੇ ਆ, ਤਾਂ ਸਾਨੂੰ ਕੋਈ ਐਡਾ ਜ਼ਿਆਦਾ ਹੇਜ ਨਹੀਂ ਹੁੰਦਾ, ਕਿਉਂਕਿ ਸਾਨੂੰ ਉਹਨਾਂ ਦਾ ਦਿਮਾਗੀ ਪੱਧਰ ਪਤਾ ਹੈ ਕਿ ਉਹ ਕਿੱਥੇ ਖੜੇ ਨੇ, ਉਹਨਾਂ ਤੇ ਪਰੰਪਰਾਵਾਂ ਕਿਸ ਤਰੀਕੇ ਨਾਲ ਹਾਵੀ ਨੇ, ਸਾਨੂੰ ਉਸ ਚੀਜ਼ ਦਾ ਪਤਾ ਹੈ। ਪਰ ਜਦੋਂ ਇਹ ਜਾਗਰੂਕ ਵਿਦਵਾਨ ਆਪਣੇ ਆਪ ਨੂੰ ਕਹਾਉਣ ਵਾਲੇ, ਜਦੋਂ ਇਹ ਟੀਵੀ ਚੈਨਲਾਂ ਤੇ ਬੈਠ ਕੇ ਜਦੋਂ ਇਹ ਗੱਲ ਕਰਦੇ ਨੇ ਕਿ ਬਾਈ ਇੱਕ ਫੇਥ ਹੁੰਦਾ, ਇੱਕ ਬਲਾਈਂਡ ਫੇਥ ਹੁੰਦਾ, ਇੱਕ ਫੇਥ ਹੁੰਦਾ, ਧਰਮ ਜਿਹੜੇ ਆ ਉਹ ਫੇਥ ਦੇ ਸਿਰ ਤੇ ਖੜੇ ਆ, ਜਦੋਂ ਇਹ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਹਾਂ ਫੇਥ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਧਰਮ ਦਾ ਕੋਈ ਮਤਲਬ ਨਹੀਂ ਜੇ ਫੇਥ ਨਹੀਂ, ਹਨਾ, ਸਾਨੂੰ ਵਿਵੇਕ ਰੱਖਣਾ ਚਾਹੀਦਾ ਆ, ਸਾਨੂੰ ਤਰਕਵਾਦੀ ਨਹੀਂ ਹੋਣਾ ਚਾਹੀਦਾ, ਵਿਵੇਕਵਾਦੀ ਹੋਣਾ ਚਾਹੀਦਾ। ਪਰ ਜਦੋਂ ਆਪਾਂ ਉਹਨਾਂ ਨੂੰ ਇਹ ਚੀਜ਼ਾਂ ਕਰਦਿਆਂ ਨੂੰ ਦੇਖਦੇ ਹਾਂ, ਜਦੋਂ ਥੋੜਾ ਚਿਰ ਪਿੱਛੇ ਜਾਂਦੇ ਹਾਂ ਆਪਾਂ, ਅੱਜ ਤੋਂ 4-5 ਸਾਲ ਪਿੱਛੇ ਜਾ ਕੇ ਦੇਖੋ, ਜਦੋਂ ਭਾਈ ਸਾਹਿਬ ਇਹ ਗੱਲਾਂ ਨਹੀਂ ਸੀ ਕਰਦੇ, ਤਾਂ ਸਿੱਖ ਜਿਹੜਾ ਆਪਾਂ ਮਜ਼ਹਬ ਹੈ ਉਹਦੇ 'ਚ ਚੱਲਣ ਵਾਲੀਆਂ ਤਕਰੀਬਨ 80% ਮਨੌਤਾਂ ਦਾ ਇਹਨਾਂ ਨੇ ਵਿਰੋਧ ਕੀਤਾ ਸੀ। ਜੋ ਆਪਾਂ ਕਰਦੇ ਸੀ ਉਹ ਸਾਰਿਆਂ ਦਾ ਇਹ ਜਿਹੜੇ ਜਾਗਰੂਕ ਵਰਗ ਹੈ ਉਹਦਾ ਵਿਰੋਧ ਕਰਦਾ ਹੈ, ਹਨਾ। ਭਾਈ ਸਾਹਿਬ ਨੇ ਬਹੁਤ ਚੰਗੀ ਤਰ੍ਹਾਂ ਇਹ ਡਿਟੇਲ ਦੇ ਵਿੱਚ ਗੱਲ ਸਮਝਾਈ ਕਿ ਕਿਸ ਤਰੀਕੇ ਨਾਲ ਚੱਲ ਰਹੀ ਹਰੇਕ ਪਰੰਪਰਾ ਦਾ ਇਹਨਾਂ ਨੇ ਵਿਰੋਧ ਕੀਤਾ। ਉਦੋਂ ਬਲਾਈਂਡ ਫੇਥ ਨਹੀਂ ਦਿਸਿਆ, ਉਦੋਂ ਦਿਸਦਾ ਨਹੀਂ ਸੀ ਕਿ ਸਿੱਖ ਜਿਹੜੇ ਮਜ਼ਹਬ ਨੂੰ ਫੋਲੋ ਕਰਨ ਵਾਲੇ ਲੋਕ ਨੇ, 80% ਲੋਕ ਇਹ ਉਸ ਮਨੌਤਾਂ ਨੂੰ ਮੰਨਦੇ ਨੇ ਕਿ ਅਸੀਂ ਉਹਨਾਂ ਦੇ ਬਲਾਈਂਡ ਫੇਥ ਤੇ ਸੱਟ ਨਾ ਮਾਰੀਏ। ਬਈ ਉਸ ਵੇਲੇ ਤੁਸੀਂ ਉਹਨਾਂ ਦੇ ਤਰਕਾਂ ਕਰਦੇ ਰਹੇ, ਉਸ ਵੇਲੇ ਤੁਸੀਂ ਆਪਣਾ ਸਾਰਾ ਜ਼ੋਰ ਇਹਨਾਂ ਚੀਜ਼ਾਂ ਨੂੰ ਭੰਡਣ ਤੇ ਲਾਈ ਰੱਖਿਆ। ਪਰ ਕਿਤੇ ਨਾ ਕਿਤੇ ਫਿਰ ਅੱਜ ਜਦੋਂ ਭਾਈ ਸਾਹਿਬ ਇਹ ਗੱਲ ਕਰਨ ਲੱਗ ਪਿਆ, ਜਦੋਂ ਇਹ ਗੱਲ ਸਮਝ ਆਉਣ ਲੱਗ ਪਈ, ਕਿਉਂਕਿ ਕਿਤੇ ਨਾ ਕਿਤੇ ਸੀਗਾ ਉਹਨਾਂ ਨੂੰ ਇਸ ਪੁਜਾਰੀ ਵਰਗ ਦਾ ਖੜਾ ਰਹਿਣਾ ਬੜਾ ਜ਼ਰੂਰੀ ਸੀ ਉਹਨਾਂ ਲਈ, ਕਿਉਂਕਿ ਉਹਨਾਂ ਦਾ ਕੀ ਕੰਮ ਸੀਗਾ, ਜਦੋਂ ਪੁਜਾਰੀ ਵਰਗ ਆਪਣੀਆਂ ਆਪ ਉਧਰੀਆਂ ਗੱਲਾਂ ਕਰਦਾ ਸੀਗਾ, ਜਦੋਂ ਉਹ ਇਹਦਾ ਮੀਂਹ ਪਾਉਣ ਦੀਆਂ ਗੱਲਾਂ ਕਰਦਾ ਸੀਗਾ, ਜਦੋਂ ਉਹ ਘੜੇ ਤੋਂ ਚੱਪਣ ਚੱਕਦਾ ਸੀਗਾ, ਹਨਾ, ਉਹ ਇਹੋ ਜਿਹੀਆਂ ਗੱਲਾਂ ਜਦੋਂ ਕਰਦੇ ਸੀ ਤਾਂ ਇਹ ਹੱਸ ਕੇ ਉਹਨਾਂ ਨੂੰ ਇਹਨਾਂ ਦਾ ਤਰਕ ਨਾਲ ਵਿਰੋਧ ਕਰਨ ਦਾ ਮੌਕਾ ਇਹਨਾਂ ਨੂੰ ਮਿਲ ਜਾਂਦਾ ਸੀ, ਹਨਾ। ਇਹਨਾਂ ਲਈ ਸੌਖਾ ਸੀਗਾ। ਜਿਸ ਦਿਨ ਜਦੋਂ ਭਾਈ ਰਣਜੀਤ ਸਿੰਘ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਭਾਈ ਤੇਰੇ ਅੰਦਰ ਹੀ ਰੱਬ ਹੈ, ਤੈਨੂੰ ਜ਼ਿੰਮੇਵਾਰੀਆਂ ਸਮਝਣੀਆਂ ਪੈਣੀਆਂ ਨੇ, ਇਹ ਕੁਦਰਤ ਦਾ ਜਿਹੜਾ ਨਿਯਮ ਹੈ,
ਇਹੀ ਉਸ ਰੱਬੀ ਕਾਨੂੰਨ ਹੈ ਜਿਹੜਾ ਉਹ ਇਹ ਕੁਦਰਤੀ ਨਿਯਮ ਹੈ ਜਿਹੜਾ ਜਿਹਦੇ ਵਿੱਚ ਹਰ ਵੇਲੇ ਜਿਹਦੇ ਵਿੱਚ ਇਹ ਸੂਰਜ ਚੰਦ ਧਰਤੀ ਜਿਹੜੇ ਆ ਆਪੋ ਆਪਣੇ ਵੱਖਰੀਆਂ ਵੱਖਰੀਆਂ ਧਰਤੀਆਂ ਗੈਲੈਕਸੀਆਂ ਜਿਹੜੀਆਂ ਆਪੋ ਆਪਣੇ ਫਰਜ਼ ਨਿਭਾਉਂਦੀਆਂ ਨੇ, ਉਸੇ ਤਰੀਕੇ ਨਾਲ ਇਹ ਫਰਜ਼ ਇਨਸਾਨ ਦਾ ਵੀ ਬਣਦਾ ਕਿਤੇ ਨਾ ਕਿਤੇ ਆਪਣੇ ਲਈ ਨਿਭਾਉਣਾ। ਜਦੋਂ ਇੱਧਰ ਗੱਲ ਹੋਈ ਤਾਂ ਫਿਰ ਇਹਨਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਵੀ ਭਾਈ ਇਹ ਤਾਂ ਗੱਲ ਸਾਡੇ ਤੋਂ ਬਾਹਰ ਦੀ। ਫਿਰ ਇਹਨਾਂ ਨੂੰ ਅੱਜ ਬਲਾਈਂਡ ਫੇਥ ਦਾ ਚੇਤਾ ਆਇਆ। ਤਾਂ ਤੁਸੀਂ ਦੇਖੋ ਅੱਜ ਕਿੰਨੀਆਂ ਕਮੀਣਗੀਆਂ ਕਰਦੇ ਹੋਏ ਹਨਾ ਉਹਨਾਂ ਨੇ ਸਿੱਧਾ ਸਿੱਧਾ ਕਹਿ ਕੇ ਜਿਹੜੇ ਅਕਾਲ ਤਖਤ ਤੋਂ ਨਕਾਰੇ ਹੋਏ ਲੋਕ ਜਿਨ੍ਹਾਂ ਨੂੰ ਕਿ ਧੱਕੇ ਮਾਰ ਕੇ ਉੱਥੋਂ ਕੱਢਿਆ ਉਹਨਾਂ ਨੇ ਹਨਾ, ਉਹ ਜੋ ਆਪਣੇ ਸਗੋਂ ਕਿ ਉਹ ਵਿਰੋਧ ਵਿੱਚ ਵੀ ਤਾਂ ਹੀ ਆਏ ਕਰਕੇ ਉਹਨਾਂ ਨੂੰ ਉੱਥੋਂ ਧੱਕੇ ਮਾਰ ਕੇ ਕੱਢ ਦਿੱਤਾ ਗਿਆ। ਮੁੜ ਕੇ ਫਿਰ ਉਹ ਬੰਦੇ ਆ ਕੇ ਸਿੱਧੇ ਵਿਰੋਧ 'ਚ ਡਿਗੇ, ਸਿੱਧਾ ਹੀ ਉਸ ਢਾਂਚੇ ਦਾ ਵਿਰੋਧ ਕਰਨਾ ਉਹਨਾਂ ਨੇ ਉਸ ਕੰਮ 'ਚ ਸ਼ੁਰੂ ਕੀਤਾ। ਪਰ ਅੱਜ ਜਦੋਂ ਪੂਰੇ ਢਾਂਚੇ ਦੇ ਉੱਤੇ ਗੱਲ ਹੋਣ ਲੱਗੀ ਤਾਂ ਅੱਜ ਉਹ ਭਾਈ ਸਾਹਿਬ ਦੇ ਵਿਰੋਧ 'ਚ ਖੜੇ ਹੋਣਾ ਸ਼ੁਰੂ ਹੋ ਗਏ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਸੀਗਾ ਕਿ ਇਹ ਸਾਡੇ ਨਾਲੋਂ ਬਾਹਰ ਦੀ ਗੱਲ ਕਿਉਂ ਕਰ ਗਿਆ, ਅਸੀਂ ਤਾਂ ਸਿਆਣੇ ਆ, ਅਸੀਂ ਤਾਂ ਪੁਰਾਣੇ ਆ ਹਨਾ, ਇਹ ਬੰਦਾ ਘੱਟ ਪੜ੍ਹਿਆ ਲਿਖਿਆ, ਇਹ ਬੰਦਾ ਸਾਡੇ ਨਾਲੋਂ ਬਹੁਤ ਥੱਲੇ ਆ ਆਪਣੇ ਆਪ ਨੂੰ, ਕਿਉਂਕਿ ਹੀਣ ਭਾਵਨਾ ਦਾ ਸ਼ਿਕਾਰ ਹੋ ਗਿਆ ਨਾ। ਫਿਰ ਕਿਤੇ ਨਾ ਕਿਤੇ ਜਿਹੜਾ ਹੰਕਾਰ ਹੈ ਉਹ ਆਪਣੇ ਆਪ 'ਚ ਇਹਨਾਂ ਦੇ ਹਾਵੀ ਹੋਇਆ। ਇੱਥੇ ਦਲਜੀਤ ਸਿੰਘ ਪੜ੍ਹੇ ਲਿਖੇ ਦੀ ਗੱਲ ਨਹੀਂ ਕਾਊਂਟ ਕਰਦੀ। ਨਹੀਂ ਜੀ, ਬਿਲਕੁਲ ਨਹੀਂ ਕਾਊਂਟ ਕਰਦੀ, ਕਿਉਂਕਿ ਜਿੰਨਾ ਚਿਰ ਤੁਹਾਡੀ ਬੁੱਧੀ ਨਹੀਂ ਨਾ ਡਿਵੈਲਪ ਹੁੰਦੀ। ਹਾਂਜੀ, ਹੁਣ ਤੁਸੀਂ ਦੇਖ ਲਓ ਸਾਹਮਣੇ ਡਾਕਟਰ ਬੈਠੇ ਹੁੰਦੇ ਆ, ਡਾਕਟਰ ਵੀ ਕਥਾ ਸੁਣਦੇ ਹੁੰਦੇ ਆ, ਔਰ ਕਥਾ ਵਿੱਚ ਕੀ ਕਹੀ ਜਾਂਦਾ ਵੀ ਤੁਹਾਨੂੰ ਮਿੱਟੀ ਦੀਆਂ ਗੋਲੀਆਂ ਦੇ ਨਾਲ ਬੱਚਾ ਪੈਦਾ ਹੋ ਜਾਊਗਾ। ਉਹ ਡਾਕਟਰ ਵੀ ਉੱਥੇ ਸੁਣ ਰਿਹਾ ਹੁੰਦਾ ਕਿ ਉਹਦਾ ਦਿਮਾਗ 'ਚ ਜੇ ਉਹਦਾ ਬੁੱਧੀ ਡਿਵੈਲਪ ਹੋਵੇ ਬਿਲਕੁਲ, ਕਿਉਂ ਨਾ ਇਸ ਗੱਲ ਨੂੰ ਉੱਥੇ ਨੂੰ ਪੁੱਛ ਸਕਦਾ ਵੀ ਭਾਈ ਇਦਾਂ ਕਿੱਦਾਂ ਹੋ ਸਕਦਾ, ਹਾਂਜੀ ਇਹ ਇਸ ਤਰ੍ਹਾਂ ਹੋ ਨਹੀਂ ਸਕਦਾ, ਇਹ ਕੋਈ ਲੌਜਿਕ ਨਹੀਂ ਹੈ। ਹਾਂਜੀ, ਪਰ ਨਹੀਂ, ਇਹ ਸਾਡੀ ਜ਼ਮੀਰ ਜਿਹੜੀ ਹੈ ਨਾ, ਜਿੰਨਾ ਚਿਰ ਗੱਲ ਤਾਂ ਜ਼ਮੀਰ ਦਾ, ਬਿਲਕੁਲ ਜ਼ਮੀਰ ਦਾ ਜਾਗ ਪੈਣਾ ਹੀ ਜਿਉਂਦਿਆ ਵਾ, ਤੇ ਜ਼ਮੀਰ ਦਾ ਸਭ ਕੁਝ ਸਾਹਮਣੇ ਦੇਖ ਕੇ ਜ਼ਮੀਰ ਨੂੰ ਮਾਰ ਕੇ ਰੱਖਣਾ ਹੀ ਮਰ ਜਾਣਾ। ਬਿਲਕੁਲ, ਜਿਹੜਾ ਮਰਨਾ ਹੈ ਨਾ, ਜਿਹੜਾ ਜੋ ਉਪਜੋ ਸੋ ਬਿਨਸ ਹੈ ਨਾ, ਜਿਹੜੀ ਉਹ ਗੱਲ ਕੀਤੀ ਗੁਰੂ ਸਾਹਿਬ ਨੇ, ਜੋ ਆਇਆ ਸੋ ਚੱਲਸੀ ਵਾਲੀ ਗੱਲ ਹੈ ਨਾ, ਉਹ ਤਾਂ ਜਾਣਾ ਹੀ ਜਾਣਾ, ਉਹ ਤਾਂ ਕਿਸੇ ਨੇ ਵੀ ਨਹੀਂ ਰਹਿਣਾ। ਬਿਲਕੁਲ, ਪਰ ਜਿਹੜਾ ਬਾਰ-ਬਾਰ ਮਰਨ ਦੀ ਗੱਲ ਕੀਤੀ, ਉਹ ਜ਼ਮੀਰ ਦੀ ਮਰਨ ਦੀ ਗੱਲ ਕਰਦੇ ਗੁਰੂ ਸਾਹਿਬ। ਜਦੋਂ ਸਾਨੂੰ ਗੁਰਬਾਣੀ 'ਚ ਸੁਣਦੇ ਜ਼ਮੀਰ ਦੀ ਮਰਨ ਦੀ ਗੱਲ ਕਰਦੇ ਆ, ਜਦੋਂ ਜ਼ਮੀਰ ਮਾਰ ਲਈ ਨਾ, ਸਭ ਤੋਂ ਵੱਡਾ ਮਰਨਾ ਜ਼ਮੀਰ ਦਾ। ਬਿਲਕੁਲ, ਇਸ ਕਰਕੇ ਜਿਹੜੀ ਬੁੱਧੀਜੀਵੀਆਂ ਦੀ ਤੁਸੀਂ ਗੱਲ ਕਰ ਰਹੇ ਨਾ, ਜਦੋਂ ਵਿਵੇਕ ਦੀ ਗੱਲ ਉਹ ਕਰਦੇ ਆ, ਹਾਂਜੀ, ਵਿਵੇਕ ਤੋਂ ਕੀ, ਵਿਵੇਕ ਤਰਕ ਨਹੀਂ ਆ, ਬਿਲਕੁਲ ਤਰਕ ਵਿਵੇਕ ਫੇਰ ਹੀ ਪੈਦਾ ਹੋਊ, ਤਰਕ ਹੋਊ ਤੇ ਵਿਵੇਕ ਹੋਣਾ। ਬਿਬ ਜਮਾ ਏਕ, ਜਿੱਦਾਂ ਹੁਣ ਸਾਡੇ ਵੱਡੇ ਵੱਡੇ ਫਿਲਾਸਫਰ ਆ ਜਦੋਂ ਕਰਦੇ ਬਿਬ ਜਮਾ ਏਕ, ਇੱਕ ਤੋਂ ਜਿਹੜਾ ਦੋਵਾਂ ਤੋਂ ਜਿਹੜਾ ਇੱਕ ਹੋ ਗਿਆ, ਮਤਲਬ ਜਿੱਥੇ ਦੁਬਦਾ ਵਾ, ਦੁਬਦਾ ਨੂੰ ਇੱਕ ਕਰਨ ਵਾਲਾ ਵਿਵੇਕ ਹੋ ਗਿਆ, ਤੇ ਉੱਥੇ ਨਹੀਂ ਹੈਗਾ ਤਰਕ ਤੋਂ ਬਾਅਦ ਹੀ ਵਿਵੇਕ ਆਊ। ਹੁਣ ਜਿਹੜੀ ਗੱਲ ਜਦੋਂ ਕਹਿੰਦੇ ਦੀਜੇ ਦਾਨ ਵਿਵੇਕਾ, ਗੁਰੂ ਪੰਚਮ ਪਾਤਸ਼ਾਹ ਜੀ ਦਾ ਸ਼ਬਦ ਆ, ਕਹਿੰਦੇ ਪਾਠ ਪੜਿਓ ਅਰ ਵੇਦ ਵਿਚਾਰਿਓ, ਨੇਵਲ ਭੋਅੰਗਮ ਸਾਧੇ, ਪੰਚ ਜਨਾਂ ਸੋ ਸੰਗ ਨਾ ਛੁਟਿਓ, ਅਦਕ ਆਹਾਂ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਗੁਰੂ ਸਾਹਿਬ ਕਹਿੰਦੇ ਹਾਰ ਭਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਉੱਥੇ ਕਿਹਾ ਬੁੱਧ ਵਿਵੇਕਾ ਕਹਿੰਦੇ ਮੈਂ ਤੇ ਕਈ ਡੁੱਬਦੇ ਦੇਖੇ, ਆ ਕੰਮ ਕਰਦੇ, ਹਾਂਜੀ ਇਸ ਤਰ੍ਹਾਂ ਦੇ ਕਰਮ ਕਾਂਡ ਕਰਦੇ ਵੇਖੇ ਆ, ਤੇ ਮੈਨੂੰ ਤੂੰ ਉਹ ਬੁੱਧੀ ਦੇ, ਉਹ ਤਰਕ ਦੇ ਮੇਰੇ ਦਿਮਾਗ ਦੇ ਵਿੱਚ, ਸੱਚੇ ਜੋ ਵੀ ਆਪਣੇ ਅੰਦਰ ਗੁਰੂ ਸਾਹਿਬ ਅਰਦਾਸ ਕਰਦੇ ਹੋਣਗੇ, ਜਿਹਨੂੰ ਆਪਣੇ ਜਿੱਦਾਂ ਹੁਣ ਆਪਾਂ ਵੀ ਜਦੋਂ ਕਿਤੇ ਜਾਈਏ, ਜਦੋਂ ਗੱਲ ਕਰਨੀ ਦੀ ਆਪਾਂ ਆਪਣੇ ਅੰਦਰ ਨਹੀਂ ਗੱਲ ਕਰਦੇ ਆ ਵੀ ਜਦੋਂ ਕਿਤੇ ਵੀ, ਹੁਣ ਜਿੱਦਾਂ ਮੈਂ ਟਰੱਕ ਡਰਾਈਵਰ ਹਾਂ, ਡਰਾਈਵਿੰਗ ਦਾ ਕੰਮ ਕਰਦਾ, ਸਵੇਰੇ ਜਦੋਂ ਚਾਲੂ ਕਰੀਦਾ 2 ਮਿੰਟ ਭਾਵੇਂ ਆਪਣੇ ਅੰਦਰ ਨਾਲ ਹੀ ਕਰੀਦਾ ਵੀ ਸੈਲਫ ਟਾਕ ਕਰਨੀ ਜ਼ਰੂਰੀ ਹੈ। ਹਾਂਜੀ, ਤੇ ਮਤਲਬ ਆਪਣੇ ਆਪ ਬਲ ਮਿਲਦਾ ਵਾ, ਇਹ ਨਹੀਂ ਕਿ ਕੋਈ ਮਤਲਬ ਵੀ ਕਿਸੇ ਨੂੰ ਉੱਥੇ ਫਲਾਣੇ ਥਾਂ ਯਾਦ ਕਰਨਾ ਵੀ ਮਤਲਬ ਦੱਖਣ ਦੇਸ਼ ਹਰੀਗਾ ਬੱਸ ਆ, ਇਦਾਂ ਨਹੀਂ ਵੀ ਉੱਥੇ ਬੱਸਦਾ ਵਾ, ਨਹੀਂ, ਅੰਦਰ ਹੀ ਜਦੋਂ ਦੇ ਦੇਖਣ ਲੱਗੇ ਤੇ ਇਹਦਾ ਆਨੰਦ ਹੀ ਕੁਛ ਹੋਰ ਹੈ। ਬਿਲਕੁਲ, ਇਸ ਕਰਕੇ ਇਹ ਆ, ਜੇ ਵਿਵੇਕ ਨਹੀਂ ਆ, ਤਰਕ ਨਹੀਂ ਆ, ਤੇ ਜ਼ਿੰਦਗੀ ਇੰਜ ਵਾ ਜਿੱਦਾਂ ਭਾਵੇਂ ਉਹ ਪਸ਼ੂ ਵੀ ਤੁਰੇ ਫਿਰਦੇ ਫਿਰ। ਹਾਂ, ਹੁਣ ਤੁਸੀਂ ਦੇਖ ਹੀ ਲਿਆ ਬਈ ਪਿੱਛੇ ਜਿਹੇ ਅਕਾਲ ਤਖਤ ਦੇ ਉੱਤੇ ਸਾਰੇ ਪ੍ਰਚਾਰਕਾਂ ਨੂੰ ਹਨਾ ਕੇਸ ਸੱਦਿਆ ਗਿਆ, ਜਿਹਦੇ ਵਿੱਚ ਜਾਗਰੂਕ ਮਿਸ਼ਨਰੀ ਪ੍ਰਚਾਰਕ ਵੀ ਗਏ ਤੇ ਇੱਕ ਪਾਸੇ ਟਕਸਾਲੀ ਪ੍ਰਚਾਰਕ ਵੀ ਉੱਥੇ ਬੈਠੇ ਆ। ਇੱਕ ਥਾਂ ਬੈਠ ਕੇ ਇਹਨਾਂ ਦੀਆਂ ਵਿਚਾਰਾਂ ਹੋਈਆਂ। ਕੀ ਤੁਸੀਂ ਸੁਣਿਆ ਕੁਛ, ਕੋਈ ਗੱਲ ਸਾਹਮਣੇ ਆਈ ਹੋਵੇ ਕਿ ਇਹਨਾਂ ਦਾ ਤਕਰਾਰ ਹੋਇਆ ਹੋਵੇ ਉੱਥੇ, ਜਦ ਕਿ ਇਹਨਾਂ ਦੀਆਂ ਮਨੌਤਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਦੋਨਾਂ ਦਾ? ਬਿਲਕੁਲ ਜੀ, ਬਿਲਕੁਲ। ਪਰ ਅੱਜ ਉਹ ਤਕਰਾਰ ਕਿਉਂ ਨਹੀਂ ਹੋਈ? ਅੱਜ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅੱਜ ਇੱਕ ਜਗ੍ਹਾ ਇਕੱਠੇ ਕਿਸ ਤਰੀਕੇ ਨਾਲ ਹੋ ਗਏ। ਇਹੀ ਗੱਲਾਂ ਕਹਿੰਦੇ ਸੀ ਪੰਥ 'ਚ ਏਕਤਾ ਹੋਵੇ। ਅੱਜ ਭਾਈ ਰਣਜੀਤ ਸਿੰਘ ਦੇ ਵਿਰੋਧ ਦੇ ਵਿੱਚ ਖੜੇ ਹੋਏ, ਈਰਖਾ ਵਸ ਹੋਏ ਜਿਹੜੇ ਆ, ਅੱਜ ਉਹ ਪੰਥ ਦੀ ਜਿਹੜੀ ਏਕਤਾ ਹੋ ਚੁੱਕੀ ਹੈ, ਕਿਉਂਕਿ ਅੱਜ ਈਰਖਾ ਨੇ ਲਿਆ ਕੇ ਇੱਕ ਥਾਂ ਖੜੇ ਕਰਤਾ, ਜਾਣੀ ਇੱਕ ਬੰਦੇ ਦੇ ਵਿਰੁੱਧ ਜ਼ੋਰ ਨਹੀਂ ਚੱਲਿਆ, ਤੇ ਅੱਜ ਸਾਰੇ ਦਾ ਸਾਰਾ ਬਾਬਾ ਵਰਗ, ਸਾਰੇ ਦਾ ਸਾਰਾ ਇਹ ਜਿਹੜਾ ਆਪਣਾ ਪ੍ਰਚਾਰਕ ਵਰਗ, ਜਾਗਰੂਕ ਵਰਗ ਇੱਕ ਪਲੇਟਫਾਰਮ ਤੇ ਆ ਕੇ ਅੱਜ ਖੜਾ ਹੋਣਾ ਇਹਨਾਂ ਨੂੰ ਪੈ ਰਿਹਾ ਆ, ਕਿਉਂਕਿ ਅੱਜ ਕਿਤੇ ਨਾ ਕਿਤੇ ਇਹਨਾਂ ਦੀਆਂ ਜੜ੍ਹਾਂ ਹਿੱਲਦੀਆਂ ਇਹਨਾਂ ਨੂੰ ਆਪ ਦਿਸਦੀਆਂ, ਕਿਉਂਕਿ ਮਸਲਾ ਤਾਂ ਸਿਰਫ ਢੇਰੀ ਦਾ ਹੀ ਹੈ ਹਨਾ ਜੀ, ਉਸ ਤੋਂ ਬਿਨਾਂ ਤਾਂ ਹੈ ਹੀ ਨਹੀਂ ਕੁਝ ਵੀ, ਕਿਉਂਕਿ ਉਧਰੋਂ ਉਹ ਆਪਣੀਆਂ ਮਨੌਤਾਂ ਦੱਸ ਕੇ ਆਪਣੇ ਤਰੀਕੇ ਦੀ ਜਿਹੜੀ ਆਡੀਅנס ਹੈ ਉਹਨੂੰ ਕੈਸ਼ ਕਰਦੇ ਆ, ਜਿਹੜੀ ਉਹਨਾਂ ਵਿੱਚੋਂ ਥੋੜੀ ਆਡੀਅנס ਦਿਮਾਗ ਰੱਖਣ ਵਾਲੀ ਆਡੀਅנס ਹੈ ਉਹ ਇਹਨੂੰ ਕੈਸ਼, ਇਹ ਜਾਗਰੂਕ ਵਰਕ ਕਰਦਾ ਹੈ। ਪਰ ਜਦ ਕਿ ਮਸਲਾ ਸਾਰਾ ਇੱਕੋ ਹੀ ਸੇਮ ਹੀ ਹੈ ਹਨਾ ਜੀ,
ਜਦੋਂ ਉਹ ਸਾਰੀਆਂ ਚੀਜ਼ਾਂ ਤੇ ਤਰਕ ਹੋਣੀ ਸ਼ੁਰੂ ਹੋਈ, ਜਦੋਂ ਉਹ ਸਾਰੀਆਂ ਚੀਜ਼ਾਂ ਤੋਂ ਜਦੋਂ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਗੁਰਬਾਣੀ ਦੇ ਸਾਥ ਦੇ ਨਾਲ ਜਦੋਂ ਇਹਨਾਂ ਸਾਰੀਆਂ ਮਨੌਤਾਂ ਦੇ ਉੱਤੇ ਸੱਟਾਂ ਵੱਜਣੀਆਂ ਸ਼ੁਰੂ ਹੋਈਆਂ ਤਾਂ ਅੱਜ ਇਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਭਾਈ ਰਣਜੀਤ ਸਿੰਘ ਦਾ ਵਿਰੋਧ ਕਰਨਾ ਪੈ ਗਿਆ। ਦੇਖ ਲਓ ਕਿਹੜਾ ਟਾਈਮ ਇਹਨਾਂ ਦੇ ਲਈ ਅੱਜ ਆਇਆ, ਜਦ ਕਿ ਇਹ ਇੱਕ ਦੂਜੇ ਨੂੰ ਪਹਿਲਾਂ ਦੇਖ ਕੇ ਨਹੀਂ ਸੀ ਰਾਜੀ, ਆਪਾਂ ਖੁਦ ਚੀਜ਼ਾਂ ਦੇਖੀਆਂ ਨੇ। ਹਾਂਜੀ ਤੇ ਤੁਸੀਂ ਕੁਝ ਹਾਂਜੀ ਤੁਸੀਂ ਤਿਆਰ ਰਹੇ ਹੋ ਤੇ ਬੁੱਧੀਜੀਵੀ ਜਿਹੜੇ ਵਿਦਵਾਨ ਆ ਪ੍ਰੋਫੈਸਰਾਂ ਨੂੰ ਹਨਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਨਾਲ ਜਿਹੜਾ ਅੰਦਰਲਾ ਸਾੜਾ ਉਹੀ ਇਹਨਾਂ ਨੂੰ ਮਾਰ ਗਿਆ ਜੀ। ਅੰਦਰਲੇ ਸਾੜੇ ਨੇ ਇਹਨਾਂ ਨੂੰ ਇੱਥੇ ਤੇ ਹੀ ਪੁਜਾਰੀ ਸ਼੍ਰੇਣੀ ਦੇ ਪੈਰਾਂ 'ਚ ਲਿਜਾ ਕੇ ਸੱਟ ਲਿਆ ਜੀ। ਕਿਸੇ ਟਾਈਮ ਇਹੀ ਜਿਹੜੇ ਬੁੱਧੀਜੀਵੀ ਖੋਤੀ ਬੁੱਧੀਜੀਵੀ ਕਹਾਂਗੇ ਅਸੀਂ ਇਹ ਉਹਨਾਂ ਗ੍ਰੰਥਾਂ ਤੇ ਇੱਕ ਨਹੀਂ ਹਜ਼ਾਰਾਂ ਹੀ ਤਰਕ ਕਰ ਦਿੰਦੇ ਕਰ ਚੁੱਕੇ ਉਹਨਾਂ ਨੂੰ ਕੰਡੈਮ ਕਰ ਚੁੱਕੇ ਆ। ਪਰ ਦੇਖ ਲਓ ਅੱਜ ਦੇ ਮੌਕੇ 'ਚ ਭਾਈ ਰਣਜੀਤ ਸਿੰਘ ਦੇ ਵਿਰੋਧ ਕਰਕੇ ਉਹਨਾਂ ਗ੍ਰੰਥਾਂ ਨੂੰ ਤੇ ਉਸੇ ਪੁਜਾਰੀ ਸ਼੍ਰੇਣੀ ਨੂੰ ਬਚਾਉਣ ਲਈ ਅੱਜ ਉਸੇ ਇੱਕਮਿਕ ਹੋਏ ਪਏ ਹੋ ਗਿਆ ਜੀ। ਹਾਂਜੀ ਨੋ ਡਾਊਟ। ਹਾਂਜੀ ਬਿਲਕੁਲ ਸਹੀ ਗੱਲ। ਬਿਲਕੁਲ। ਹਾਂਜੀ ਵੀਰ ਜੀ ਤੁਸੀਂ ਇਸ ਚੱਲਦੇ ਵਿਸ਼ੇ 'ਚ ਹਾਂਜੀ ਇਹ ਬੁੱਧੀਜੀਵੀਆਂ ਦੇ ਬਾਰੇ ਮਤਲਬ ਜਿਹੜੇ PhD ਕਰਕੇ ਬੈਠੇ ਆਪਣੇ ਹਿਸਾਬ ਦੇ ਨਾਲ ਕੌਮ ਨੂੰ ਜਿਨ੍ਹਾਂ ਨੇ ਸੇਧ ਦੇਣੀ ਆ, ਪਰ ਲੇਕਿਨ ਮੈਨੂੰ ਤਾਂ ਲੱਗਦਾ ਇਹ ਜਾਣੀ ਕਿ ਉਹੀ ਪੁਰਾਣੇ ਜਿਹੜੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਪਾਂਡੇ ਕਿਹਾ ਨਾ, ਇਹ ਡਿਗਰੀਆਂ ਲੈ ਕੇ ਸਿਆਣਾ ਪਾਂਡੇ ਇਹ ਉਹੀ ਆ। ਸੋ ਪੜਿਆ ਸੋ ਪੰਡਤ ਜਿਨ੍ਹਾਂ ਕਮਾਣਾ ਨਾਮ, ਜਾਣੀ ਕਿ ਇਦਾਂ ਦੀਆਂ ਪੜ੍ਹਾਈਆਂ ਮਤਲਬ ਕੀ ਕਰੀਏ ਜੇ ਤੁਸੀਂ ਇੱਕ ਕੋਈ ਗਿਆਨ ਦੀ ਗੱਲ ਨਹੀਂ ਕਰ ਸਕਦੇ, ਕਿਸੇ ਨੂੰ ਸਮਝਾ ਨਹੀਂ ਸਕਦੇ। ਜੇ ਅੱਜ ਕੋਈ ਚੰਗੀ ਵਿਚਾਰ ਦੇ ਰਿਹਾ, ਤੁਸੀਂ ਆਪਣੀਆਂ ਜਿਹੜੀਆਂ ਜਿਨ੍ਹਾਂ ਦੇ ਖਿਲਾਫ ਗੱਲਾਂ ਕੀਤੀਆਂ ਆ ਤੁਸੀਂ ਉਹਨਾਂ ਦੇ ਨਾਲ ਜਾ ਕੇ ਖੜ ਗਏ, ਬਸ ਸਿਰਫ ਇਹੀ ਰੱਖਦੇ ਹੋ ਬਸ ਮਤਲਬ ਭਾਈ ਸਾਹਿਬ ਨੂੰ ਸਿੱਟਣਾ, ਚਾਹੇ ਵਿਰੋਧੀਆਂ ਦੇ ਨਾਲ ਖੜ ਜਾਈਏ ਤੇ ਚਾਹੇ ਮਤਲਬ ਜਿੱਦਾਂ ਮਰਜ਼ੀ ਕੋਈ ਤਰੀਕਾ ਵਰਤ ਲਈ। ਬਿਲਕੁਲ। ਹਾਂਜੀ ਦਰਸ਼ਨ ਸਿੰਘ। ਹਾਂਜੀ ਜਿੱਦਾਂ ਵੀਰ ਜੀ ਨੇ ਆਪਣੀ ਵਿਚਾਰ ਰੱਖੀ ਆ ਵੀ ਹਾਂ ਪਾਂਡੇ ਬੋਧੀ ਹੋ ਗਏ ਆ, ਪਰ ਉੱਥੇ ਆਪਾਂ ਨੂੰ ਇਹ ਵੀ ਇੱਕ ਗੱਲ ਸੋਚਣੀ ਪੈਣੀ ਹੈ ਭਾਈ ਸਾਹਿਬ ਜੀ ਵੀ ਉਹ ਪਾਂਡਿਆਂ ਦਾ ਪਲੇਟਫਾਰਮ ਜਿਹੜਾ ਹੈਗਾ PhD ਵਾਲਾ ਉਹ ਤਿਆਰ ਕਰਨ ਵਾਲੇ ਹੀ ਪੁਜਾਰੀ ਆ। ਬਿਲਕੁਲ। ਉਹ PhD ਦੇਣ ਵਾਲਾ ਹੀ ਪੁਜਾਰੀ ਆ। ਇਸੇ ਢਾਂਚੇ ਥੱਲੇ ਪੈਦਾ ਕੀਤੇ, ਇਸੇ ਢਾਂਚੇ ਥੱਲੇ ਉਹ ਪੈਦਾ ਕੀਤੇ ਨੇ ਵੀ ਜਦੋਂ ਵੀ ਉਹ ਬੋਲੂਗਾ ਤਾਂ ਉਹਨੇ ਉਸ ਪੁਜਾਰੀ ਵਰਗ ਦੀ ਹੀ ਪ੍ਰਮੋਟ ਕਰਨੀ ਹੈ, ਨਾ ਕਿ ਉਹਨੇ ਆਪਣੇ ਕੋਲੋਂ ਕੀਤਾ ਹੋਇਆ ਗੁਣ ਤੁਹਾਡੇ ਮੂਹਰੇ ਰੱਖਣਾ। ਸਾਰਿਆਂ ਨੂੰ ਪਹਿਲੀ ਗੱਲ, ਜੇ ਉਹ PhD ਕਰ ਵੀ ਜਾਂਦਾ ਤੇ PhD ਦਾ ਜਿਹੜਾ ਰੂਲ ਰੈਗੂਲੇਸ਼ਨ ਨੇ ਉਹ ਤਾਂ ਪੁਜਾਰੀ ਨੇ ਦੇਣੇ ਨੇ। ਬਿਲਕੁਲ ਵੀ ਹਾਂ ਬਈ ਆਹ ਰੂਲ ਰੈਗੂਲੇਸ਼ਨ ਦੇ ਆਧਾਰ ਤੇ ਤੈਨੂੰ PhD ਮਿਲਣੀ ਆ, ਇਹਨੂੰ ਰੂਲ ਰੈਗੂਲੇਸ਼ਨ ਨੂੰ ਫੋਲੋ ਕਰ ਲਾ, ਤੈਨੂੰ PhD ਮਿਲ ਜੂਗੀ। ਬਿਲਕੁਲ। ਸਾਰਿਆਂ ਨੂੰ ਪਹਿਲੀ ਗੱਲ। ਤੇ ਦੂਸਰੀ ਗੱਲ ਇਹ ਆ ਕੁਛ ਉਹਨਾਂ ਬੰਦਿਆਂ ਤੇ ਜਿਨ੍ਹਾਂ ਨੇ PhD ਕਰਕੇ ਬੋਲਦੇ ਨੇ ਉਹਨਾਂ ਦੇ ਤੇ ਡਰਾ ਹੀ ਇੰਨਾ ਕੁ ਪਾਇਆ ਜਾਂਦਾ ਵੀ ਹਾਂ ਕੋਰਟ ਕਚਹਿਰੀਆਂ ਦੀਆਂ ਤਰੀਕਾਂ ਉਹਨਾਂ ਕੋਲ ਭੁਗਤਣੀਆਂ ਹੀ ਔਖੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ। ਕਿਉਂਕਿ ਇਕੱਲਾ ਆਪਣੇ ਇੱਥੇ ਅਸੀਂ ਇੰਗਲੈਂਡ ਦੇ ਵਿੱਚ ਬੈਠੇ ਹਾਂ, ਇੱਥੇ ਇਦਾਂ ਦਾ ਕੋਈ ਰੂਲ ਨਹੀਂ ਹੈ, ਪਰ ਇੰਡੀਆ ਦੇ ਵਿੱਚ ਰੂਲ ਹੈ ਵੀ ਤੁਹਾਡੀਆਂ ਭਾਵਨਾਵਾਂ ਬਹੁਤ ਛੇਤੀ ਭੜਕਦੀਆਂ ਨੇ। ਹਾਂਜੀ ਭਾਵਨਾਵਾਂ ਭੜਕਾਉਣ ਦੇ ਧਾਰਾ ਵੀ ਬਣਾਈਆਂ ਬਹੁਤ ਭੜਕਦੀਆਂ ਨੇ। ਭਾਵੇਂ ਕੋਈ ਵੀ ਗੱਲ ਕਹਿ ਲਓ ਉਹਦੀ ਕੇਸ ਭਾਵਨਾ ਭੜਕਣ ਦਾ ਪੈ ਜਾਂਦਾ। 295 ਦਾ ਪਰਚਾ ਉਹਦੇ ਕਰਦਾ ਜਦੀ ਪਰਚਾ ਪੈ ਜਾਂਦਾ। ਹਾਂਜੀ ਉਹ ਬੰਦਾ ਨਾਰਮਲ ਜਿਹੜਾ PhD ਕਰਦਾ, ਭਾਵੇਂ ਉਹ ਨੌਕਰੀ ਕਰਦਾ, ਭਾਵੇਂ ਪੈਨਸ਼ਨ ਲੈਂਦਾ, ਜਿੱਦਾਂ ਵੀ ਆ, ਉਹਨੇ ਕਹਿਣਾ ਵੀ ਜੇ ਮਾੜੀ ਭਾਵਨਾ ਭੜਕਣ ਵਾਲਾ ਕੇਸ ਮੇਰੇ ਤੇ ਪੈ ਗਿਆ, ਮੇਰੀ ਤਾਂ ਜਿੰਨੀ ਪੈਨਸ਼ਨ ਆਉਂਦੀ ਹੈ ਸਾਰੀ ਕੇਸਾਂ ਤੇ ਰੁਲ ਜਾਣੀ ਆ। ਬਿਲਕੁਲ। ਉਹਦੇ ਨਾਲੋਂ ਚੁੱਪ ਕਰਕੇ ਜੋ ਪੁਜਾਰੀ ਮੈਨੂੰ ਕਹਿੰਦਾ ਮੈਂ ਉਦਾਂ ਹੀ ਬੋਲੀ ਜਾਵਾਂ, ਇਹੀ ਮੇਰੀ ਰੋਜੀ ਰੋਟੀ ਦਾ ਕਾਰਨ ਆ, ਮੈਨੂੰ ਕਿਸੇ ਦਾ ਪ੍ਰਭਾਵ ਕਹਿਣ ਦੀ ਲੋੜ ਹੀ ਨਹੀਂ, ਜਿੱਦਾਂ ਹੈਗਾ ਉਦਾਂ ਹੀ ਚੱਲੀ ਜਾਓ ਬਸ ਠੀਕ। ਹਾਂਜੀ ਇਹਨੂੰ ਗੁਲਾਮੀ ਕਹਿੰਦੇ ਆ। ਇਹਨੂੰ ਗੁਲਾਮੀ ਕਹਿੰਦੇ ਆ। ਹਾਂਜੀ ਭਾਈ ਰਣਜੀਤ ਸਿੰਘ ਜੀ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਇਸ ਗੁਲਾਮੀ ਤੋਂ ਕੱਢਦੇ ਨੇ। ਉਹ ਇਹ ਸਿੱਧਾ ਹੀ ਕਹਿੰਦੇ ਨੇ ਵੀ ਸਾਨੂੰ ਕੋਈ ਪਰਵਾਹ ਨਹੀਂ, ਸਾਡੀਆਂ ਸਟੇਜਾਂ ਜਾਂਦੀਆਂ ਨੇ, ਸਾਨੂੰ ਕੋਈ ਪਰਵਾਹ ਨਹੀਂ। ਬਿਲਕੁਲ। ਅਸੀਂ ਘਰੇ ਬਹਿ ਲਾਂਗੇ। ਪਰ ਮੇਨ ਗੱਲ ਤਾਂ ਹੁਣ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਆਪਣੇ ਸੋਸ਼ਲ ਮੀਡੀਆ ਕੰਮ ਕਰ ਰਿਹਾ ਜਾਂ ਮੀਡੀਆ ਜੋ ਵੀ ਆਪਣਾ ਕੰਮ ਦੇ ਰਿਹਾ, ਆਪਣਾ ਸੱਦਾ ਦੇ ਰਿਹਾ, ਉਹ ਇਹ ਤੋਂ ਉੱਪਰ ਹੋਰ ਕੁਝ ਨਹੀਂ ਹੋ ਸਕਦਾ। ਜਿੱਥੇ ਮਰਜ਼ੀ ਬੰਦਾ ਬੈਠਾ ਹੋਵੇ, ਮਿੰਟਾਂ ਸਕਿੰਟਾਂ ਨਾਲ ਉਹਦੀ ਆਵਾਜ਼ ਧੁਰ ਤੱਕ ਜਿੱਥੇ ਤੱਕ ਮਰਜ਼ੀ ਚਾਹੇ ਪਹੁੰਚਦੀ ਕਰ ਸਕਦਾ। ਹੁਣ ਇਹੀ ਗੱਲ ਆ ਬੁੱਧੀਜੀਵੀਆਂ ਤੇ ਸਾਨੂੰ ਬਾਕੀ ਜੇ ਕਹੀਏ ਨਾ ਸੰਪਰਦਾਇਆਂ ਤੇ ਕੋਈ ਗਿਲਾ ਨਹੀਂ ਹੈਗਾ। ਕੋਈ ਗਿਲਾ ਨਹੀਂ ਜੀ। ਬਾਬਿਆਂ ਤੇ ਕੋਈ ਗਿਲਾ ਨਹੀਂ ਹੈਗਾ, ਜਿਹੜੇ ਸਾਧਾਂ ਦੇ ਚੇਲੇ ਕੋਈ ਗਿਲਾ ਨਹੀਂ ਹੈਗਾ। ਗਿਲਾ ਇਸ ਕਰਕੇ ਬੁੱਧੀਜੀਵੀਆਂ ਦੇ ਜਿਹੜੇ ਤਰਕ ਦੇ ਉੱਤੇ ਹੀ ਇੱਥੋਂ ਤੱਕ ਪਹੁੰਚੇ ਆ। ਹਾਂਜੀ। ਔਰ ਤਰਕ ਦੇ ਉੱਪਰ ਹੀ ਗੱਲ ਕਰਦੇ ਆ। ਤਾਂ ਇੰਨਾ ਤਰਕ ਮੈਂ ਕਹਿੰਦਾ ਕਿ 50% ਵੀ ਜੇ ਕਹਿ ਲਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤਰਕ ਵਾ। ਬਿਲਕੁਲ। ਜਦੋਂ ਕਹਿੰਦੇ ਪਾਂਡੇ ਤੁਮਰਾ ਮਹਾਂ ਦਿਓ ਧੌਲੇ ਬਲਦ ਚੜਿਆ ਆਵ ਦੇਖਿਆ ਥਾ, ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਇਹ ਤਰਕ ਨਹੀਂ ਹੈ, ਕਿੱਡਾ ਵੱਡਾ ਤਰਕ। ਅਗਲੇ ਰੱਬ ਮੰਨਦੇ ਸੀ ਉਹਨੂੰ। ਪਾਂਡੇ ਤੁਮਰਾ ਮਹਾਂ ਚੰਦ ਸੋ ਵੀ ਆਵ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਹੱਦ ਹੋ ਗਈ ਯਾਰ, ਜਿਹੜੇ ਰੱਬ ਮੰਨਦੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਤੁਹਾਡਾ ਜਿੱਦਣ ਉਹਨਾਂ ਨੇ ਸਾਡੇ ਉੱਪਰ ਕੇਸ ਕਰਤਾ ਉਦੋਂ ਕੀ ਕਹੋਗੇ?
ਹੁਣ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਗਾਇਤਰੀ ਮੰਤਰ ਨੂੰ ਮੰਨਦੇ ਨੇ ਹਾਂ। ਹਨਾ। ਉਹਨਾਂ ਨੇ ਸਿੱਧਾ ਕਿਹਾ ਹੈ ਭਗਤਾਂ ਨੇ, ਪਾਂਡੇ ਤੁਮਰੀ ਗਾਇਤਰੀ ਹਾਂ। ਹਨਾ, ਲੋਧੇ ਲੋਧੇ ਦਾ ਦਾ ਖੇਤ ਖੇਤ ਖਾਤੀ। ਖਾਤੀ। ਦੇਖ ਲਓ ਕਿੰਨੇ ਜ਼ਿਆਦਾ ਤਰਕ ਉਹਨਾਂ ਨੇ ਕੀਤੇ ਨੇ। ਬਿਲਕੁਲ ਤੁਰਕ ਸੁਨਤ ਕੀਏ ਤੁਰਕ ਜੇ ਹੋਏਗਾ, ਔਰਤ ਕਿਆ ਕਿਆ ਕਰੇ। ਔਰਤ ਕਾ ਕਿਆ ਕਰੀਏ, ਕਹਿੰਦੇ ਅਰਧ ਸਰੀਰੀ ਨਾਰ ਨਾ ਛੋਡੇ ਤਾਂ ਤੇ ਹਿੰਦੂ ਹੀ ਰਹੀਏ, ਕਿੱਥੇ ਜਾਵਾਂਗੇ ਅਸੀਂ ਜਦੋਂ ਇਹ ਗੱਲਾਂ ਸਾਹਮਣੇ ਆ ਗਈਆਂ। ਹਾਂਜੀ ਬਿਲਕੁਲ ਜੀ, ਜਦੋਂ ਭਾਈ ਸਾਹਿਬ ਨੇ ਗੱਲ ਕੀਤੀ ਆ ਵੀ ਜਾਣੀ ਕਿ ਜਿਹੜੀ 295 ਏ ਧਾਰਾ ਆ ਕਮ ਸੇ ਕਮ ਹੋਰ ਮਜਮਾ ਵਾਲੇ ਧਰਮਾਂ ਵਾਲੇ ਕਰਨ, ਪਰ ਸਿੱਖਾਂ ਨੂੰ ਉਹਦੀ ਹਾਮੀ ਨਹੀਂ ਬਿਲਕੁਲ ਭਰਨੀ ਜੀ, ਚਾਹੀਦੀ। ਠੀਕ ਹੈ ਨਾ, ਜਿੱਦਣ ਅਸੀਂ ਉਹਦੀ ਹਾਮੀ ਭਰ ਕੇ ਆਪ ਲਾਅ ਹੋਰ ਸਖਤ ਬਣਾ ਲਿਆ, ਉਦੋਂ ਸਾਨੂੰ ਕੋਈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਕਿੱਦਾਂ ਪੜਾਂਗੇ। ਬਿਲਕੁਲ ਬਿਲਕੁਲ ਠੀਕ ਹੈ ਨਾ, ਸੋ ਸਾਨੂੰ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ। ਦੂਜੀ ਗੱਲ ਆ, ਇਹ ਬੁੱਧੀਜੀਵ ਜਿਹੜੇ ਆ ਨਾ, ਜਿਹੜੇ ਆਪਣੇ ਬਣੇ ਫਿਰਦੇ ਆ, ਇਹਨਾਂ ਨੂੰ ਇਦਾਂ ਆ ਵੀ ਜਿਹੜੇ ਪਹਿਲਾਂ ਹੋ ਗਏ ਟੀਕੇ ਗੁਰੂ ਗ੍ਰੰਥ ਸਾਹਿਬ ਦੇ, ਜਾਂ ਜਿਹੜੇ ਅਸੀਂ ਵਿਚਾਰ ਦੱਸਦੇ ਇਹੀ ਠੀਕ ਆ। ਹੁਣ ਜਦੋਂ ਦਲਜੀਤ ਭਾਜੀ ਨੇ ਗੱਲ ਕੀਤੀ ਸੀਗੀ ਵੀ ਕਰਵਟ ਭਲਾ ਨਾ ਕਰਵਟ ਤੇਰੀ, ਹੁਣ ਸਾਨੂੰ ਇਦਾਂ ਦੱਸਿਆ ਗਿਆ ਵੀ ਕਰਵਟ ਆਰਾ ਤਾਂ ਭਲ ਝਲ ਮੰਨਗੇ, ਪਰ ਲੇਕਿਨ ਤੇਰੀ ਕਰਵਟ ਨਹੀਂ ਚਾਹੀਦੀ। ਪਰ ਲੇਕਿਨ ਹੁਣ ਜਦੋਂ ਭਾਈ ਸਾਹਿਬ ਦੇ ਨਵੇਂ ਵਿਚਾਰ ਆਏ ਆ, ਹੋਰ ਪੜ੍ਹੇ ਲਿਖੇ ਮੁੰਡੇ ਆ ਰਹੇ, ਉਹ ਕਹਿੰਦੇ ਨਾ ਕਰਵਟ ਨਾ ਅਸੀਂ ਸਾਨੂੰ ਕਰਵਤ ਭਲਾ ਤੇਰਾ, ਬੇਫਜ਼ੂਲੀ ਮੌਤ ਅਸੀਂ ਨਹੀਂ ਲੈਣੀ। ਨਹੀਂ ਜੀ, ਸਾਨੂੰ ਰੱਬ ਨੇ ਦਿਮਾਗ ਦਿੱਤਾ ਆ, ਤੇ ਨਾ ਹੀ ਅਸੀਂ ਗਿਆਨ ਤੋਂ ਕਿਨਾਰਾ ਕਰਨਾ। ਨਹੀਂ ਜੀ, ਸੋ ਅਸੀਂ ਆਪ ਬਾਣੀ ਪੜ੍ਹੀਏ, ਅੱਜ ਨਾ ਹੋ ਸਕੀਏ ਤਾਂ ਅਸੀਂ ਆਪ ਗਿਆਨ ਇਕੱਠਾ ਕਰੀਏ, ਤੇ ਇਹਦੇ ਪੁਜਾਰੀ ਸਿਸਟਮ ਦੇ ਖਿਲਾਫ ਖੜੀਏ, ਚਾਹੇ ਉਹ ਸਾਨੂੰ ਜਿਨ੍ਹਾਂ ਦਾ ਮਰਜ਼ੀ ਵਿਰੋਧ ਕਰਨਾ ਪਵੇ, ਮਤਲਬ ਜੋ ਮਰਜ਼ੀ ਛੁੱਟ ਦੇਵੇ ਜੀ, ਕੋਈ ਗੱਲ ਨਹੀਂ। ਠੀਕ ਹੈ, ਰਸਤਾ ਹੀ ਗਿਆਨ ਦਾ ਇੱਕ ਲੜਾਊ ਵਾਲਾ ਸਿਧਾਂਤ ਜਿਹੜਾ ਆ, ਮੈਨੂੰ ਲੱਗਦਾ ਉਹ ਫਿਰ ਇਦਾਂ ਹੀ ਹਰੇਕ ਤੇ ਮਤਲਬ ਆਉਂਦਾ ਹੈ, ਕਿਤੇ ਨਾ ਕਿਤੇ ਤੁਹਾਨੂੰ ਸਟੈਂਡ ਆਪ ਲੈਣਾ ਪੈਣਾ। ਦੇਖੋ ਜੀ, ਜੇ ਮਾਰਗ ਪੰਡਤ ਗਏ, ਕਹਿੰਦੇ ਪਾਛੇ ਪਰੀ ਵਹੀਰ, ਇਹ ਤਾਂ ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ, ਕਹਿੰਦੇ ਇਹ ਬੜੀ ਘਾਟੀ ਜਿਹੜੀ ਹੈ ਨਾ, ਇਹ ਚੜਨੀ ਬੜੀ ਔਖੀ ਆ। ਇਹ ਤਾਂ ਹੁਣ ਉਹੀ ਆਪਾਂ ਜਿੱਦਾਂ ਪਹਿਲਾਂ ਗੱਲ ਕਰ ਰਹੇ ਆ ਵੀ ਉਹ 200 ਸਾਲ ਪਹਿਲਾਂ ਵਾਲੀ ਜੰਗਲਾਂ ਵਾਲੀ ਗੱਲ ਆ ਵੀ ਜੰਗਲਾਂ 'ਚ ਵੇਖ ਕੇ ਸਿੰਘ ਵਿਚਾਰਾਂ ਕਰਦੇ ਹੁੰਦੇ ਸੀ। ਇਹ ਵਿਚਾਰ ਬਹੁਤ ਫੈਲੂਗੀ ਜੀ, ਆਪਣੇ ਆਪ ਨੂੰ ਵਿਸ਼ਵਾਸ ਆ, ਕਿਉਂਕਿ ਆਪਾਂ ਕਿਸੇ ਲਾਲਚ ਲਈ ਨਹੀਂ ਲੱਗੇ, ਕਿਸੇ ਮਤਲਬ ਇਹ ਨਹੀਂ ਲੱਗੇ ਵੀ ਕੋਈ ਸਾਨੂੰ ਚਾਹੀਦਾ ਵਾ। ਇਹ ਤਾਂ ਵਿਚਾਰ ਇਦਾਂ ਦੀ ਆ, ਇਹਦੇ ਤੇ ਦੇਣਾ ਹੀ ਦੇਣਾ ਕੁਛ ਆ। ਮੈਂ ਕਹਿੰਦਾ ਵੀ ਅਸ਼ਕਾਰ ਉੱਠੀ ਦਾ ਭਾਈ ਸਾਹਿਬ ਵੱਲ ਵੇਖ ਕੇ ਇੰਨੀ ਐਸ਼ੋ ਆਰਾਮ ਛੱਡ ਕੇ ਜਦੋਂ ਸੱਚ ਦਾ ਪਤਾ ਲੱਗ ਜਾਂਦਾ, ਸਤਿਗੁਰੂ ਦਾ ਪਤਾ ਲੱਗ ਜਾਂਦਾ ਵਾ, ਸੱਚ ਦਾ ਪਤਾ ਲੱਗ ਜਾਂਦਾ, ਫਿਰ ਬੰਦਾ ਕੁਛ ਨਹੀਂ ਦੇਖਦਾ, ਇਦਾਂ ਹੀ ਨਿਸ਼ਾਵਰ ਹੋਇਆ ਜਾਂਦਾ। ਇਦਾਂ ਹੀ ਕਹਿੰਦੇ ਸਤਿਗੁਰ ਆਗੇ ਸੀਸ ਭੇਟ ਦਿਉ, ਜੇ ਸਤਿਗੁਰ ਸੱਚੇ ਭਾਵ ਹੈ ਫਿਰ ਹੀ ਬੰਦਾ ਕਹਿੰਦਾ ਮੇਰਾ ਸੀਸ ਵੀ ਜਾਂਦਾ ਰਹੇ ਤਾਂ ਕੀ ਆ, ਕਿ ਸੀਸ ਦੇ ਵਿੱਚ ਆ ਗਿਆਨ। ਜਦੋਂ ਬੰਦੇ ਨੂੰ ਗਿਆਨ ਸੂਝ ਵਿਵੇਕ ਸਮਝ ਆ ਜਾਂਦੀ, ਫਿਰ ਬੰਦਾ ਕਹਿੰਦਾ ਯਾਰ ਹੱਦ ਹੋ ਗਈ ਯਾਰ, ਇਹ ਤੋਂ ਵੱਡਾ ਕੀ ਹੈ, ਇਸ ਤੋਂ ਵੱਧ ਸਭ ਕੁਝ ਨਿਸ਼ਾਵਰ ਕਰਨ ਨੂੰ ਦਿਲ ਕਰਦਾ। ਬਿਲਕੁਲ, ਹਾਂਜੀ ਬਿਲਕੁਲ ਜੀ। ਹਾਂਜੀ ਭਾਜੀ, ਜਿਹੜੀਆਂ ਧਿਰਾਂ ਅੱਜ ਦੇਖ ਲਓ ਤੁਸੀਂ, ਅੱਜ ਜਿਹੜੀਆਂ ਧਿਰਾਂ ਹਮੇਸ਼ਾ ਦੂਜਿਆਂ ਨਾਲ ਧੱਕਾਸ਼ਾਹੀ ਕਰਦੀਆਂ ਰਹੀਆਂ, ਇਹ ਜਿਹੜੇ ਖੋਤੀ ਬੁੱਧੀਜੀਵੀ, ਕਦੇ ਵੀ ਇਹਨਾਂ ਨੇ ਉਹਨਾਂ ਦਾ ਨਾਂ ਲੈ ਕੇ ਕਦੇ ਵੀ ਉਹਨਾਂ ਦੇ ਇੱਕ ਵੀ ਲਫ਼ਜ਼ ਇਹਨਾਂ ਦੇ ਮੂੰਹੋਂ ਨਿਕਲਿਆ ਕਦੇ ਵੀ ਨਹੀਂ। ਪਰ ਅੱਜ ਭਾਈ ਸਾਹਿਬ ਨੇ ਇੱਕ ਵੱਖਰੀ ਲੀਹ ਪਾਈ ਆ ਤੇ ਸਾਰੇ ਉੱਥੇ ਇਕੱਠੇ ਹੋ ਕੇ ਬਹਿ ਗਏ। ਗੁਰਦਰਸ਼ਨ ਢਿੱਲੋਂ ਲੈ ਲਓ, ਗੁਰਤੇਜ ਸਿੰਘ IAS ਲੈ ਲਓ, ਔਰ ਰਜਿੰਦਰ ਸਿੰਘ ਖਾਲਸਾ ਪੰਚਾਇਤ, ਸਭ ਤੋਂ ਪਹਿਲਾਂ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਾ ਉਹ ਸੀ ਇਹਨਾਂ ਪੁਜਾਰੀ ਸ਼੍ਰੇਣੀ ਦਾ। ਅੱਜ ਉਸੇ ਪੁਜਾਰੀ ਸ਼੍ਰੇਣੀ ਨੂੰ ਬਚਾਉਣ ਤੇ ਲੱਗਾ। ਜਸਪਾਲ ਢਿੱਲੋਂ ਲੈ ਲਓ, ਜਸਪਾਲ ਸਿੱਧੂ ਪੱਤਰਕਾਰ ਦੇਖ ਲਓ ਕਿੱਥੇ ਤੇ ਗਿਰ ਗਏ, ਇੰਨੇ ਨੀਵੇਂ ਗਿਰ ਕੇ ਭਾਈ ਸਾਹਿਬ ਦਾ ਵਿਰੋਧ ਕਰ ਰਹੇ, ਹੱਦੋਂ ਵੱਧ ਕਰ ਰਹੇ ਆ। ਇਹ ਤਾਂ ਸਿਰਫ ਤੇ ਸਿਰਫ ਇਹਨਾਂ ਨੂੰ ਇੱਕੋ ਹੀ ਚੀਜ਼ ਮਾਰੀ ਜਾ ਰਹੀ ਹੈ ਵੀ ਸਾਡੇ ਤੋਂ ਗਾਂਹ ਕਿੱਦਾਂ ਵੱਧ ਗਿਆ। ਬਿਲਕੁਲ, ਇੱਕ ਨਵੀਂ ਸੋਚ ਕਾਹਤੇ ਦਿੱਤੀ, ਸਾਨੂੰ ਕਾਹਤੇ ਨਹੀਂ ਪੁੱਛ ਰਿਹਾ ਹਜੇ ਤਾਂ। ਈਰਖਾ ਜਿਹੜੀ ਆ ਉਹੀ ਮੋੜੇ ਆ ਰਹੀ ਹੈ ਇਸ ਵੇਲੇ। ਇੱਕੋ ਹੀ ਕੰਮ ਹੋਇਆ ਨਾ, ਕੋਈ ਬਸ ਸੈਮੀਨਾਰ ਕਰ ਲੈ, ਲੈਕਚਰ ਦੇ ਤੇ ਨਿਕਲ ਕੇ ਆ ਗਿਆ, ਹੋਰ ਕੋਈ ਕੰਮ ਨਹੀਂ। ਕੋਈ ਪੰਥ ਪਵੇ ਟਿੱਠੇ ਖੁਸ਼ੀ ਜਿੱਥੇ ਮਾਜੀ ਆਪਣਾ ਕੰਮ ਕਰਕੇ ਪਰਚਾ ਪੜਿਆ ਤੇ ਆ ਗਿਆ। ਬਸ ਉਹ ਜਿਹੜੀ ਟੇਪ ਰਿਕਾਰਡ ਹੋਈ ਆ ਦਿਮਾਗ 'ਚ, ਉਹ ਚਲਾ ਲਈ ਤੇ ਚਲਾ ਕੇ ਜਦੋਂ ਖਤਮ ਹੋ ਗਈ ਤਾਂ ਉੱਥੋਂ ਸਟੇਜ ਤੋਂ ਲਿਆ ਸਰੋਪਾ ਤੇ ਚਲੋ ਘਰ ਨੂੰ। ਬਸ ਉਹ ਉਦੋਂ ਬਲਾਈਂਡ ਫੇਥ, ਉਹੀ ਤਾਂ ਗੱਲ ਕਰਦੇ ਸੀ ਨਾ, ਜਦੋਂ ਢਿੱਲੋਂ ਕਹਿੰਦਾ ਵੀ ਬਲਾਈਂਡ ਫੇਥ ਦੇਖੋ, ਇੱਕ ਫੇਥ ਦੇ ਉੱਤੇ ਧਰਮ ਖੜਾ ਹੁੰਦਾ, ਉਹ ਹਾਸਾ ਆਉਂਦਾ ਹੈ ਇਹ ਗੱਲਾਂ ਦੇਖ ਕੇ। ਜਦੋਂ ਤੁਸੀਂ ਇਹ ਬੁੱਧੀਜੀਵੀਆਂ ਨੂੰ ਦੇਖਦੇ ਆ ਨਾ ਵੀ ਇਹ ਜਿਹੜੇ ਕਿਹੋ ਜਿਹੀਆਂ ਗੱਲਾਂ ਕਰਦੇ ਆ ਇਹ ਬੰਦੇ, ਇਹਨਾਂ ਤੇ ਤਾਂ ਹੀ ਆਉਂਦਾ ਨਾ। ਉਦਾਂ ਕੋਈ ਆਪਾਂ ਨੂੰ ਕੋਈ ਐਸਰਜ ਨਹੀਂ ਹੁੰਦਾ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਕੋਈ ਗੱਲ ਨਹੀਂ, ਪਰ ਜਦੋਂ ਇਹ ਗੱਲ ਕਰਦੇ ਆ ਨਾ ਫਿਰ ਹੁੰਦਾ ਵਾ। ਕਿਉਂਕਿ ਪੱਤ ਪਰਵਾਣਾ ਪਿੱਛੇ ਪਾਈ ਜਾਂ ਨਾਨਕ ਤੋਲਿਆ ਜਾਪੇ, ਕਹਿੰਦੇ ਪਿਛਲੇ ਕੰਮਾਂ ਦਾ ਕਰਕੇ ਪਤਾ ਲੱਗਦਾ ਵਾ ਵੀ ਜਦੋਂ ਇੱਕ ਬੰਨੇ ਵੱਟੇ ਪਾ ਦੋ ਤੇ ਉਹ ਭਾਰਾ ਪਾਸਾ ਥੱਲੇ ਬਹਿ ਜਾਂਦਾ, ਦੂਰਾ ਚੁੱਕਿਆ ਜਾਂਦਾ ਵਾ। ਕਿਉਂਕਿ ਤੁਸੀਂ ਤਾਂ ਹਰ ਗੱਲ ਤੇ ਤਰਕ ਕਰਕੇ ਇੱਥੋਂ ਤੱਕ ਪਹੁੰਚੇ, ਸਿਰਫ ਇੱਕ ਬੰਦੇ ਦਾ ਵਿਰੋਧ ਕਰਕੇ। ਅੱਜ ਵਿਰੋਧ ਦੇਖ ਲਓ, ਇੱਕ ਬੰਦੇ ਦਾ ਵਿਰੋਧ ਕਰਕੇ। ਯਾਰ ਤੁਸੀਂ ਕੋਈ ਗੱਲ ਨਹੀਂ ਆਪਣੀ ਨਹੀਂ, ਆਪਸ ਵਿੱਚ ਦੋਨਾਂ ਦੀ ਕੋਈ ਆਪਣਾ ਹੁੰਦਾ ਵਾ, ਕੋਈ ਵੀ ਨਹੀਂ ਆਪਾਂ ਗੱਲ ਤੇ ਸਹਿਮਤ ਹੁੰਦੇ, ਤੇ ਫਿਰ ਕੀ ਆ, ਤੁਸੀਂ ਆਪਣੀ ਗੱਲ ਕਹੋ, ਮੈਂ ਆਪਣੀ ਗੱਲ ਕਰਾਂ, ਕੋਈ ਗੱਲ ਨਹੀਂ। ਇਹਦੇ ਵਿੱਚ ਕਿਹੜੀ ਗੱਲ ਆ? ਮੀਡੀਆ ਜਿਹੜਾ ਬਾਕੀ ਸਮਝਦਾਰ ਸੂਝਵਾਨ ਸੱਜਣ ਬੈਠੇ, ਆਪੇ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਕਿਹੜੀ ਗੱਲ ਸੱਚੀ, ਕਿਹਦੇ ਵਿੱਚ ਲੌਜਿਕ ਆ, ਕਿਹਦੇ ਵਿੱਚ ਅਨਲੌਜਿਕ ਵਾਲੀ ਗੱਲ ਵਾ। ਪਰ ਹੁਣ ਆਪਾਂ ਗੱਲ ਕਰਾਂਗੇ
ਜਿਹੜੀ ਭਾਈ ਸਾਹਿਬ ਨੇ ਅਗਰ ਅਖੌਤੀ ਵਿਦਵਾਨ ਆ ਜਿਹੜੇ ਹਨ ਜੀ। ਇਹ ਅਖੌਤੀ ਵਿਦਵਾਨ ਆ ਜਿਹੜੇ ਛੱਜੂ ਤੇ ਕਾਨੇ ਪੀਲੂ ਵਾਲੀ ਹਨਾ ਜਿਹੜੀ ਵਕਾਲਤ ਆ, ਜੀ। ਉਹ ਕਰਦੇ ਆ। ਹਾਂਜੀ ਅਸਲ ਦੇ ਵਿੱਚ ਇਹਨਾਂ ਨੂੰ ਹਨਾ ਆਪਣੀ ਮੱਤ ਨੂੰ ਖੋਰਾ ਨਹੀਂ ਲਾਉਣ ਦੇਣਾ ਚਾਹੀਦਾ ਜੀ। ਇਹ ਸਗੋਂ ਪਾਤਸ਼ਾਹ ਦੀ ਜਿਹੜੀ ਸੱਚੀ ਸੋਚ ਵਾ ਹਨਾ ਉਹਨੂੰ ਮੂਹਰੇ ਰੱਖਣਾ ਚਾਹੀਦਾ। ਇਹ ਆਪਣੀ ਜਿਹੜੀ ਗੰਦੀ ਵਕਾਲਤ ਕਰਕੇ ਹਨਾ ਪੁਜਾਰੀ ਨੂੰ ਖੜਾ ਕਰ ਰਹੇ ਆ, ਉਹ ਬਹੁਤ ਇਹਨਾਂ ਲਈ ਨੁਕਸਾਨਦੇਹ ਹੋਣੀ ਆ। ਜੀ ਬਿਲਕੁਲ ਜੀ ਬਿਲਕੁਲ। ਹਾਂਜੀ ਵੀਰ ਜੀ ਕਹਿਣਾ ਦੂਜੀ ਗੱਲ ਚਾਹੁੰਦੇ ਜੀ ਭਾਈ ਸਾਹਿਬ ਅੱਜ ਕੱਲ੍ਹ ਸਾਨੂੰ ਮਤਲਬ ਜਿਹੜੇ ਅਸਲੀ ਜਿਹੜਾ ਤੱਤ ਆ ਜੀ। ਸਾਨੂੰ ਸੱਚਾ ਗਿਆਨ ਹੈ ਜਿਹੜਾ ਹਰ ਇੱਕ ਦੇ ਕੰਮ ਆਉਣ ਵਾਲਾ ਆ, ਸਿੱਖ ਦੇ, ਹਿੰਦੂ ਦੇ, ਮੁਸਲਮਾਨ ਦੇ, ਉਹ ਬਿਲਕੁਲ। ਸਮਝਾ ਰਹੇ ਆ। ਇੱਕ ਉਹਦਾ ਜਿਹੜਾ ਕਨਸੈਪਟ ਹੈ ਉਹ ਸਾਨੂੰ ਕਲੀਅਰ ਕਰ ਰਹੇ ਆ। ਬਿਲਕੁਲ। ਮਤਲਬ ਹਰ ਇੱਕ ਨੂੰ ਗੁਣ ਇਕੱਠੇ ਕਰਨੇ ਪੈਂਦੇ ਆ। ਪਰ ਮਤਲਬ ਇਹ ਉੱਥੇ ਤਾਂ ਹਾਮੀ ਭਰ ਦਿੰਦੇ, ਜੇ ਹਾਮੀ ਨਹੀਂ ਸੀ ਭਰਨੀ ਚੁੱਪ ਹੀ ਕਰ ਜਾਂਦੇ ਹਨ। ਹਾਂਜੀ। ਉਹ ਜਾਣੀ ਕਿ ਇਹਨਾਂ ਦਾ ਤਾਂ ਉਹ ਆ, ਪੜ੍ਹੇ ਲਿਖ ਕੇ ਵੀ ਜਾਣੀ ਕਿ ਉਮੀ ਸਾਧ ਨਾ ਮਾਰੀਏ। ਆਹ ਪੜਿਆ ਜਾਣੀ ਕਿ ਠੀਕ ਹੈ, ਪੜ੍ਹਿਆ ਹੋਵੇ ਗੁਨਾਹਗਾਰ, ਹਾਂ। ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧ ਨਾ ਮਾਰੀਏ। ਪਰ ਬਿਲਕੁਲ। ਜਿਹੜਾ ਇੱਕ ਓਂਕਾਰ ਦੀ ਗੱਲ ਆ, ਜਿਹੜੇ ਗੁਣਾਂ ਦੀ ਕੋਈ ਮਤਲਬ ਕੋਈ ਇੱਕ ਚੰਗੀ ਗੱਲ ਕਰਦਾ ਹੈ, ਕਮ ਸੇ ਕਮ ਉਹਦੇ ਅਗੇਂਸਟ ਤੇ ਨਾ ਖੜੋ। ਬਿਲਕੁਲ ਬਿਲਕੁਲ ਇਹਨਾਂ ਨੂੰ ਚੁੱਪ ਹੀ ਕਰ ਜਾਣਾ ਚਾਹੀਦਾ ਜੇ ਉਹਦੇ ਵਿੱਚ ਕੁਝ ਯੋਗਦਾਨ ਆਪਣਾ ਨਹੀਂ ਪਾ ਸਕਦੇ। ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ। ਤੁਸੀਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਜਿਹੜੇ ਜਾਗਰੂਕ ਨੇ, ਇਹਨਾਂ ਦੇ ਅੱਗੇ ਨਿਆਣੇ ਹੋਣ ਜਾਂ ਪੋਤੇ ਪੋਤੀਆਂ, ਸ਼ੁਕਰ ਕਰੇ ਵੀ ਇਹ ਨਾ ਲੌਜੀਕਲੀ ਪ੍ਰੈਕਟੀਕਲੀ ਸੋਚਣ ਲੱਗ ਜਾਣ। ਜੇ ਇਹ ਪ੍ਰੈਕਟੀਕਲ ਲੌਜੀਕਲੀ ਸੋਚਣ ਲੱਗ ਗਏ ਨਾ, ਇਹਨਾਂ ਨੇ ਕਹਿਣਾ ਬਾਪੂ 5 ਬੜੇ ਬੰਦੇ ਨੇ ਦੁਨੀਆ ਹਿਲਾ ਕੇ ਰੱਖਤੀ, ਪ੍ਰੈਕਟੀਕਲੀ ਲੌਜੀਕਲੀ ਗੱਲ ਕੀਤੀ, ਤੁਸੀਂ ਮਿਸ਼ਨਰੀ ਕਾਲਜ ਵਿੱਚ ਡਿਪਲੋਮੇ ਕੀਤੇ, ਡਿਗਰੀਆਂ ਕੀਤੀਆਂ, PhD ਕੀਤੀਆਂ, ਕੇਸ ਭਾਣੇ ਹੋ, ਫਿਰ ਤੁਹਾਡੇ ਕੋਲ ਜਵਾਬ ਨਹੀਂ ਦੇ ਹੋਣੇ। ਹਾਲੇ ਵੀ ਮੌਕਾ ਆ, ਸਾਰਾ ਕੁਝ ਛੱਡ ਕੇ ਸਟੈਂਡ ਲੈ ਕੇ ਖੜੇ ਹੋ ਜਾਓ, ਨਹੀਂ ਤਾਂ ਪਤਾ ਹੀ ਆਉਣ ਵਾਲੇ ਸਮੇਂ ਨੇ ਸਾਰਾ ਕੁਝ ਦੱਸ ਹੀ ਦੇਣਾ। ਇੰਟਰਨੈਟ ਤੇ ਸਾਰਾ ਕੁਝ ਹੀ ਪਿਆ ਹੈ। ਬਿਲਕੁਲ ਜੀ ਬਿਲਕੁਲ। ਉਧਰ ਵੀਰ ਜੀ ਜਗਵਿੰਦਰ ਸਿੰਘ ਹੋਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਿੱਦਾਂ ਪਿੱਛੇ ਕਿ ਤੁਹਾਨੂੰ ਪਤਾ ਹੀ ਹੈ ਜੋ ਅੱਜ ਕੱਲ ਮੁੱਦਾ ਚੱਲਿਆ ਹੋਇਆ ਆ, ਮੈਂ ਸੁਣਦਾ ਸੀ ਵਿਦਵਾਨ ਜਿਹੜੇ ਹੈ ਗੁਰਦਰਸ਼ਨ ਸਿੰਘ ਢਿੱਲੋਂ ਜੀ। ਹਾਂਜੀ। ਤਾਂ ਜਿੱਦਾਂ ਲੱਗਦਾ ਸੀ ਕਿ ਪੜ੍ਹੇ ਲਿਖੇ, ਕਿਉਂਕਿ ਇੰਗਲਿਸ਼ ਦੇ ਵਿੱਚ ਜਦੋਂ ਬੋਲਦੇ ਨੇ ਬਹੁਤ ਵਧੀਆ ਇੰਗਲਿਸ਼ ਦੇ ਵਿੱਚ ਥੋੜੀ ਗੱਲਾਂ ਜੋ ਕਰਦੇ ਈਜ਼ੀ ਹੋ ਜਾਂਦਾ ਅੰਡਰਸਟੈਂਡ ਕਰਨਾ, ਕਿਉਂਕਿ ਜਦੋਂ ਪੰਜਾਬੀ ਦੇ ਵਿੱਚ ਕਈ ਗੱਲਾਂ ਬੋਲਦੇ ਨੇ ਸਾਡੇ ਵਰਗਿਆਂ ਨੂੰ ਘੱਟ ਆਉਂਦੀ, ਅਸੀਂ ਫਿਰ ਜ਼ਿਆਦਾ ਵਿਦਵਾਨ ਸਮਝ ਲਈਏ। ਤਾਂ ਥੋੜਾ ਜਿਹਾ ਇਦਾਂ ਹੋ ਜਾਂਦਾ ਕਿ ਯਾਰ ਬੰਦਾ ਇੰਗਲਿਸ਼ ਦੇ ਵਿੱਚ ਗੱਲ ਕਰ ਰਿਹਾ, ਕਿ ਬੰਦਾ ਭੁਲੇਖਾ ਖਾ ਜਾਂਦਾ ਕਿ ਇਹਨੂੰ ਸ਼ਾਇਦ ਗੁਰਸਿੱਖ ਬੰਦਾ ਹੈਗਾ, ਦਾੜੀ ਕੇਸ ਰੱਖਿਆ ਇੰਗਲਿਸ਼ ਦੇ ਵਿੱਚ। ਵਾਕਈ ਸਾਡੇ ਸਿੱਖਾਂ 'ਚ ਸਾਰਿਆਂ ਨਾਲ ਵੱਡਾ ਬੰਦਾ ਇਹੀ ਲੱਗਦਾ ਕਿ ਇਹਦੀ ਗੱਲ ਚੰਗੀ ਸਮਝ ਆਏਗੀ। ਪਰ ਪਿਛਲੇ 2 ਵੀਕ ਪਹਿਲਾਂ ਜੋ ਉਹਨਾਂ ਦੀ ਪਿਛਲੀਆਂ ਦੇਖੀਆਂ ਵੀਡੀਓ, ਜਿੰਨੇ ਕਿ ਉਹਨਾਂ ਨੇ ਇੱਜ਼ਤ ਕਮਾਈ ਸੀ, ਸਾਰੀ ਖੂਹ ਖਾਤੇ ਪਾਤੀ। ਹਾਂਜੀ। ਕਦੇ ਉਹਨਾਂ ਨੇ ਸੋਚਿਆ ਨਹੀਂ ਸੀ ਕਿ ਉਹ ਐਦਾਂ ਦੀਆਂ ਵੀ ਗੱਲਾਂ ਕਰਨਗੇ, ਕਿ ਜਿੱਦਾਂ ਕਿ ਉਹਨਾਂ ਨੇ ਕਦੇ ਐਦਾਂ ਨਹੀਂ ਸੀ ਕਿ ਉਹਨਾਂ ਨੇ ਜੋ ਗੱਲਾਂ ਕੀਤੀਆਂ ਕਿ ਐਦਾਂ ਕਿ ਵਿਵੇਕ ਕਰੋ ਜੀ, ਵਿਸ਼ਵਾਸ ਰੱਖੋ ਜੀ, ਐਦਾਂ ਦੀ। ਫਿਰ ਉਹਨਾਂ ਨੇ ਕਿੱਥੇ ਜਾ ਕੇ ਦੱਸੀਆਂ ਜੀ, ਈਸਾਈ ਟੱਕਰਾਂ ਮਾਰਦੇ ਨੇ, ਉਹ ਇੱਥੇ ਜਾਂਦੇ ਨੇ, ਐਦਾਂ ਦੀ ਗੱਲਾਂ। ਕਿ ਜੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਸ਼ੁਰੂ ਹੋਏ, ਉਹ ਤਾਂ ਤਰਕ ਤੋਂ ਸ਼ੁਰੂ ਹੋਏ, ਜਦੋਂ ਸ਼ੁਰੂਆਤ ਹੀ ਉਹਨਾਂ ਦੀ ਉੱਥੋਂ ਹੋਈ ਹੈ। ਬਿਲਕੁਲ ਜੀ ਪਰ ਬਿਲਕੁਲ। ਜਦ ਤੁਸੀਂ ਜਾ ਕੇ ਕਹਿੰਦੇ ਹੋ ਟੱਕਰਾਂ ਮਾਰਦੇ ਨੇ, ਉਹ ਕਰਦੇ, ਹੁਣ ਸਾਰਿਆਂ ਨੂੰ ਮਨੁੱਤਾਂ ਨੂੰ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰਾ ਹੀ ਕੱਟਤਾ ਉਹਨਾਂ ਨੂੰ। ਬਿਲਕੁਲ ਜੀ, ਹਾਂ ਬਿਲਕੁਲ ਤੁਹਾਡੀ ਗੱਲ ਸਹੀ ਆ। ਆਮ ਜਿਹੜਾ ਸਿੱਖ ਵੀ ਹੈ ਨਾ ਜੀ, ਹੁਣ ਇਹ ਗੱਲ ਸੋਚਣ ਲੱਗ ਗਿਆ, ਪਰ ਪ੍ਰੋਬਲਮ ਕਿੱਥੇ ਆ ਰਹੀ ਹੈ ਕਿ ਉਹ ਸਾਹਮਣੇ ਨਹੀਂ ਆਉਣਾ ਚਾਹੁੰਦਾ ਜੀ। ਕਿਉਂਕਿ ਪੁਜਾਰੀ ਜਿਹੜਾ ਨਾ, ਪੁਜਾਰੀ ਦਾ ਗਲਬਾ 2-250 ਸਾਲ ਤੋਂ, ਇਸ ਕਰਕੇ ਆਮ ਸਿੱਖ ਜਿਹੜਾ ਡਰਦਾ ਵਾ, ਕਿਉਂਕਿ ਅਸੀਂ ਸਭ ਪਰਿਵਾਰਾਂ ਵਾਲੇ, ਕਿਉਂਕਿ ਪਤਾ ਕਿੱਦਾਂ ਮੀਡੀਆ ਦੇ ਵਿੱਚ ਇੱਕ ਦੂਸਰੇ ਨੂੰ ਬੇਇੱਜ਼ਤ ਕਰਦੇ ਆ, ਹਰ ਇੱਕ ਬੰਦਾ ਡਰਦਾ ਵਾ। ਪਰ ਇਹ ਜਿਹੜਾ ਡਰ ਵਾ ਨਾ, ਇਹ ਇੱਜ਼ਤ ਤੇ ਜਿਹੜੀ ਬੇਇੱਜ਼ਤੀ ਆ, ਇਹ ਬੰਦਾ ਆਪਣੇ ਆਪ ਮਹਿਸੂਸ ਕਰੇ ਤਾਂ ਬਣਦੀ ਆ। ਕੋਈ ਨਹੀਂ ਇੱਜ਼ਤ ਬੇਇੱਜ਼ਤੀ। ਬਿਲਕੁਲ ਸਹੀ ਗੱਲ। ਮੈਂ ਆਪਣੇ ਥਾਂ, ਮੈਨੂੰ ਪਤਾ ਵਾ ਵੀ ਆਪਣੇ ਥਾਂ ਸਹੀ, ਮੈਨੂੰ ਕੋਈ ਕੁਛ ਵੀ ਕਹੀ ਜਾਵੇ, ਇਹ ਇਸ ਤਰ੍ਹਾਂ ਚੱਲਣਾ ਪੈਣਾ ਵਾ, ਇਹ ਫਿਰ ਗੱਲ ਬਣਨੀ ਆ। ਨਹੀਂ ਤੇ ਕਿਸੇ ਦੇ ਦੋਸ਼ ਦਿੱਤਿਆਂ ਅਸੀਂ ਦੋਸ਼ੀ ਨਹੀਂ ਬਣ ਜਾਣਾ, ਤੇ ਕਿਸੇ ਦੇ ਕਿਸੇ ਦੇ, ਜਿੱਦਾਂ ਉਹ ਅਕਾਲੀ ਦਲ 'ਚ ਜਦੋਂ ਸਾਰੀਆਂ ਵਧੀਕੀਆਂ ਕੀਤੀਆਂ ਤੇ ਅਕਾਲੀ ਦਲ 'ਚ ਆ ਜਾਂਦਾ ਤਾਂ ਉਹ ਕਹਿੰਦੇ ਹੁਣ ਕੋਈ ਪ੍ਰੋਬਲਮ ਨਹੀਂ, ਹੁਣ ਇਹ ਪਾਕ ਪਵਿੱਤਰ ਹੋ ਗਿਆ। ਉਹ ਜਦੋਂ ਪੁਜਾਰੀਆਂ ਦੇ ਨਾਲ ਰਲ ਜਾਈਦਾ ਉਹ ਕਹਿੰਦੇ ਵੀ ਹੁਣ ਕੋਈ ਪ੍ਰੋਬਲਮ ਨਹੀਂ, ਹੁਣ ਇਹਦੇ ਸਾਰੇ ਪਾਪ ਜਿਹੜੇ ਧੋਤੇ ਗਏ। ਨਹੀਂ, ਅੱਜ ਤੱਕ ਸਾਰੀ ਜ਼ਿੰਦਗੀ ਪਰ ਉਹ ਤਰਕ ਦੀਆਂ ਗੱਲਾਂ ਕਰਦੇ ਰਹੇ। ਜਿੰਨੇ ਵੀ ਉਹਨਾਂ ਦੇ ਤੁਸੀਂ ਟੀਵੀ ਡਿਬੇਟਸ ਦੇਖ ਲਓ, ਕਿਤੇ ਵੀ ਜਾ ਕੇ ਉਹ ਗੱਲ ਕਰਦੇ ਨੇ, ਹਮੇਸ਼ਾ ਉਹਨਾਂ ਨੇ ਗੱਲ ਕਰੀ ਤਰਕ ਦੀ, ਕਰੋ ਜੀ ਐਦਾਂ। ਹੁਣ ਇਹ ਕਹਿੰਦੇ ਵਿਸ਼ਵਾਸ ਰੱਖੋ, ਹੁਣ ਵਿਸ਼ਵਾਸ ਤੁਸੀਂ ਬੋਲੋ ਨਾ, ਵਿਸ਼ਵਾਸ ਦੇ ਉੱਤੇ ਸਭ ਕੁਝ ਟਿਕਿਆ ਹੋਇਆ ਆ। ਕਿ ਸਾਰੀਆਂ ਗੱਲਾਂ ਉਹਨਾਂ ਨੇ ਦੱਸੀਆਂ ਜੀ, ਕੇਜਰੀਵਾਲ ਐਦਾਂ ਜਿੱਤ ਗਿਆ, ਕਿ ਕਹੀ ਜੀ ਗੱਲਾਂ ਉਹ ਕਰਦੇ ਆ। ਅਸੀਂ ਤਾਂ ਸੋਚ ਕੇ ਹੈਰਾਨ ਹੋ ਜਾਂਦੇ ਕਿ ਇੰਨੇ ਪੜ੍ਹੇ ਲਿਖੇ PhD ਕਰੇ ਹੋਏ ਜਿਹੜੇ ਵਿਦਵਾਨ ਨੇ ਐਦਾਂ ਦੀ ਗੱਲਾਂ ਵਿਸ਼ਵਾਸ ਕਰਦੇ। ਐਦਾਂ ਤਾਂ ਜਿਹੜਾ ਪੁਜਾਰੀ ਆ ਗੁਰੂ ਨਾਨਕ ਦੇਵ ਮਹਾਰਾਜ ਨੂੰ ਵੀ ਜਨਾਊ ਪਾਉਣ ਦੇ ਟਾਈਮ ਸੀ ਕਰਦਾ ਹੀ ਹੋਊਗਾ। ਬਿਲਕੁਲ ਕਿੱਦਾਂ ਹੋਊਗਾ ਜੀ। ਹਾਂ, ਕਿ ਤੂੰ ਵਿਸ਼ਵਾਸ ਰੱਖ, ਤੂੰ ਜਨਾਊ ਪਾ ਯਾਰ, ਤੂੰ ਵਿਸ਼ਵਾਸ ਰੱਖ। ਅੱਜ ਤੱਕ ਸਾਰੇ ਹੀ ਪਾਉਂਦੇ, ਤੂੰ ਕਿਉਂ ਨਹੀਂ ਪਾਉਂਦਾ ਜਨਾਊ? ਬਿਲਕੁਲ ਜੀ, ਉਦੋਂ ਕਹਿੰਦਾ ਹੀ ਹੋਏਗਾ ਕਿ ਜਨਾਊ ਪਾਉਣ ਵਾਲੇ ਦੇਖ ਕਿੱਥੇ ਕਿੱਥੇ ਪਹੁੰਚੇ ਹੋਏ ਨੇ, ਦੇਖ ਵੈਦ ਹਕੀਮ ਬਣੇ ਹੋਏ ਨੇ, ਦੇਖ ਕੀ ਕੀ ਕਰਦੇ ਨੇ। ਜਨਾਊ ਪਾਇਆ, ਉਹ ਦੇਖੋ ਉਹਦੇ ਕਿਤੇ ਤੇ ਕਿਤੇ ਪਹੁੰਚ ਗਿਆ ਹਨਾ। ਕਿ ਫਿਰ ਗੰਗਾ ਦੇ ਜਿਹੜੇ ਨਹਾਉਣ ਜਾਂਦੇ ਹੋਣਗੇ ਉੱਥੇ ਵੀ ਕਹਿੰਦੇ ਹੋਣਗੇ ਇੱਥੇ ਨਹਾ ਕੇ ਇੱਥੇ ਮੋਕਸ਼ ਮਿਲਦਾ, ਵਿਸ਼ਵਾਸ ਰੱਖ। ਮੈਂ ਤੈਨੂੰ ਕਹਿ ਰਿਹਾ ਕੋਈ ਅੱਜ ਤੱਕ ਕੋਈ ਬੰਦਾ ਮੁੜ ਕੇ ਨਹੀਂ ਆਇਆ ਹਨਾ ਕਿ ਤੂੰ ਤਰਕ ਕਰਦਾ ਆ। ਤਾਂ ਇਹ ਗੱਲਾਂ ਸੋਚਣ ਵਾਲੀਆਂ ਨੇ ਕਿ ਪੜ੍ਹ ਲਿਖ ਕੇ ਤੁਸੀਂ ਅੱਜ ਤੱਕ ਇੱਜ਼ਤ ਕਮਾਈ ਆ,
ਇੱਜ਼ਤ ਆਪਣੀ ਬਣਾ ਕੇ ਰੱਖੋ। ਹੁਣ ਤੁਹਾਡੇ ਕੋਲ ਮੌਕਾ ਹੈਗਾ, ਤੁਸੀਂ ਇੱਕ ਸਾਈਡ ਲੈ ਲਓ, ਨਹੀਂ ਤਾਂ ਫਿਰ ਉਹ ਹਿਸਾਬ ਹੁੰਦਾ ਧੋਬੀ ਦਾ ਕੁੱਤਾ ਨਾ ਘਰਦਾ ਨਾ ਫਿਰ ਘਾੜਦਾ। ਨਹੀਂ ਇਸ ਤਰ੍ਹਾਂ ਹੀ ਹੁਣ ਜਿੱਦਾਂ ਭਾਈ ਸਾਹਿਬ ਹੋਣਾ ਨੇ ਜਦੋਂ ਅੰਦਰ ਦੀ ਗੱਲ ਕੀਤੀ ਵੀ ਤੁਸੀਂ ਇਹ ਦੁੱਧ ਨਾ ਧੋਂਦੇ ਜੇ, ਵੀ ਜੇ ਉਹ ਸ਼ਿਵਲਿੰਗ ਨੂੰ ਧੋਂਦੇ ਤੇ ਤੁਸੀਂ ਇਹਨੂੰ ਧੋਂਦੇ, ਜਾਂ ਮੂਰਤੀ ਨੂੰ ਧੋਂਦੇ ਤੁਸੀਂ ਇੱਥੇ ਧੋਂਦੇ, ਵੀ ਫਰਕ ਕੀ ਰਹਿ ਗਿਆ ਸਾਡਾ? ਕਿੱਦਾਂ ਅਸੀਂ ਸਿੱਖ ਇੱਕ ਵੱਖਰੀ ਕੌਮ ਕਿੱਦਾਂ ਖਵਾਵਾਂਗੇ ਸਿੱਖ ਇੱਕ ਵੱਖਰੀ ਕੌਮ? ਫਿਰ ਗੱਲ ਉੱਥੇ ਆ ਜਾਂਦੀ ਆ, ਜੇ ਅਸੀਂ ਗੁਰਬਾਣੀ ਤੋਂ ਵੀ ਸੇਧ ਲੈਣੀ ਹੈ, ਗੁਰਬਾਣੀ ਕਹਿੰਦੀ ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੈ, ਕਹਿੰਦੇ ਆਵੈ ਝੂਠੈ ਜਾਹੇ ਵੀ ਝੂਠੇ, ਝੂਠੇ ਮਰੇ ਭਾਗੇ। ਕਹਿੰਦੇ ਅੱਗੇ ਸਵਾਲ ਕੀਤਾ, ਕਹਿੰਦੇ ਕਹੋ ਪੰਡਤ ਸੁੱਚਾ ਕਵਨ ਠਾਓ, ਹਾਂਜੀ ਦੱਸ ਮੈਨੂੰ ਪੰਡਤ ਸੁੱਚਾ ਕਿਹੜੀ ਥਾਂ, ਜਹਾਂ ਬੈਸੂੰ ਭੋਜਨ ਖਾਉ, ਕਿਹੜੀ ਥਾਂ ਸੁੱਚੀ ਆ ਜਿੱਥੇ ਬਹਿ ਕੇ ਭੋਜਨ ਕਿੱਥੇ ਖਾਵਾਂ ਮੈਂ ਭੋਜਨ? ਹਾਂਜੀ। ਕਿੱਡਾ ਤਕੜਾ ਸਵਾਲ ਆ, ਲੌਜਿਕ ਆ। ਇਸ ਕਰਕੇ ਜਦੋਂ ਭਾਈ ਸਾਹਿਬ ਹੁਣ ਇਹੋ ਜਿਹੀਆਂ ਗੱਲਾਂ ਕਰਦੇ ਆ ਨਾ, ਤੇ ਫਿਰ ਦੇਖੋ ਗੱਲ ਇਹ ਆ ਵੀ ਪੁਜਾਰੀ ਨਹੀਂ, ਫਿਰ ਉਦੋਂ ਵੀ ਢਿੱਲੋਂ ਵਰਗਾ ਵਿਦਵਾਨ ਕਹਿੰਦਾ ਹੋਣਾ ਉੱਥੇ ਮੋਰੇ ਬੈਠਾ ਹੋਣਾ ਪੁਜਾਰੀ, ਉਹ ਕਹਿੰਦਾ ਹੋਣਾ ਨਹੀਂ ਮੇਰਾ ਫੇਥ ਹੈ ਇਹਦੇ 'ਚ, ਉਹ ਕਹਿੰਦਾ ਹੋਣਾ ਮੇਰਾ ਵਿਸ਼ਵਾਸ, ਤੂੰ ਵਿਸ਼ਵਾਸ ਰੱਖ, ਇਹ ਗੋਹੇ ਦੇ ਜਿਹੜੇ ਲੇਪ ਨਾਲੇ ਚੌਂਕਾ ਲਿਪਿਆ ਇਹ ਪਵਿੱਤਰ ਹੈ, ਇਹਦੇ 'ਚ ਮੇਰਾ ਵਿਸ਼ਵਾਸ ਹੈ, ਤੂੰ ਕਿਉਂ ਨਹੀਂ ਕਰਦਾ ਵਿਸ਼ਵਾਸ? ਤੂੰ ਸ਼ਰਧਾ ਰੱਖ, ਤੂੰ ਵਿਸ਼ਵਾਸ ਰੱਖ। ਇਹ ਵਿਸ਼ਵਾਸ ਦੇ ਉੱਤੇ ਧਰਮ ਟਿਕੇ ਹੋਏ ਨੇ, ਇਹ ਜਿਹੜੇ ਮਜ਼ਹਬ ਨੇ ਇਹ ਵਿਸ਼ਵਾਸ ਦੇ ਸਿਰ ਤੇ ਹੀ ਚੱਲਦੇ ਨੇ। ਇਹੋ ਜਿਹੇ ਕੁਝ ਗੁਰੂ ਸਾਹਿਬ ਨੂੰ ਕਿਹਾ ਹੋਏਗਾ ਨਾ। ਬਿਲਕੁਲ ਬਿਲਕੁਲ। ਜਿਸ ਦਿਨ ਹਾਂਜੀ ਅਖੌਤੀ ਬੁੱਧੀਜੀਵੀ ਹਨਾ ਵੱਡੀ ਧੈਰਵਾਜ ਜੀ, ਉਹਦੇ ਸਾਹਮਣੇ ਖੰਡ ਦੀ ਬਜਾਏ ਹਮੇਸ਼ਾ ਪਿਛਲੇ ਦਰਵਾਜ਼ੇ ਵਿੱਚ ਦੀ ਨਿਕਲਣ ਨੂੰ ਜ਼ਿਆਦਾ ਤਜਵੀਜ਼ ਦਿੰਦੇ ਆ। ਬਿਲਕੁਲ। ਇਸ ਮੌਕੇ ਤੇ ਤਾਂ ਇਹਨਾਂ ਨੂੰ ਵਿੱਚੇ ਬੁੱਧੀਜੀਵੀ ਸੀ, ਵਿੱਚੇ ਪ੍ਰੋਫੈਸਰ ਆ, ਜਿੰਨੇ ਵੀ ਆਪਣੇ ਆਪ ਨੂੰ ਜਾਗਰੂਕ ਮਸ਼ੀਨਰੀ, ਸਾਰਿਆਂ ਨੂੰ ਇਹਨਾਂ ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੇ ਹੱਕ 'ਚ ਖੜਨਾ ਤਾਂ ਨਹੀਂ ਸੀ, ਪਰ ਇਹ ਵਿਰੋਧ 'ਚ ਬਣਾ ਖੜਦੇ। ਹਾਂਜੀ, ਚੁੱਪੇ ਕਰ ਜਾਂਦੇ, ਚੁੱਪੇ ਰਹਿ ਜਾਂਦੇ, ਉਹਦੇ ਨਾਲ ਵੀ ਇਹਨਾਂ ਦੀ ਇੱਜ਼ਤ ਬਣੀ ਰਹੀ। ਬਿਲਕੁਲ ਸਹੀ ਗੱਲ ਆ। ਇਹਨਾਂ ਨੇ ਆਪਣੇ ਪੈਰ ਕੁਹਾੜਾ ਮਾਰਿਆ ਭਾਈ ਸਾਹਿਬ ਦਾ ਵਿਰੋਧ ਕਰਕੇ। ਇਹ ਆਪ ਖੁਦ ਇਹ ਗੱਲਾਂ ਇੱਥੇ ਸਾਰਿਆਂ ਕੋਲ ਕਰਦੇ ਰਹੇ ਆ। ਬਿਲਕੁਲ। ਮਸ਼ੀਨਰੀ ਪ੍ਰਚਾਰਕ ਵੀ, ਬੁੱਧੀਜੀਵੀ ਵੀ ਆਹ ਗੱਲਾਂ ਗਲਤ ਹੋ ਜੇ ਅੱਜ ਭਾਈ ਸਾਹਿਬ ਕਰਨ ਲੱਗ ਪਏ ਤਾਂ ਇਹਨਾਂ ਨੂੰ ਜ਼ਹਿਰ ਦਿਖਾਈ ਦਿੰਦੇ। ਬਿਲਕੁਲ। ਹਾਂਜੀ, 1 ਘੰਟਾ 26 ਮਿੰਟ ਦੀ ਜਿਹੜੀ ਵੀਡੀਓ ਭਾਈ ਸਾਹਿਬਾਂ ਦੀ ਹੁਣ ਆਈ ਆ ਨਾ, ਮੈਂ ਕਹਿੰਦਾ ਉਹ ਬੰਦਾ ਨਿਊਟਰਲ ਹੋ ਕੇ ਕੋਈ ਵੀ ਸੁਣ ਲੇ ਨਾ, ਹਾਂਜੀ, ਤੇ ਮੈਨੂੰ ਨਹੀਂ ਲੱਗਦਾ ਵੀ ਉਹਦੇ ਵਿੱਚ ਕੋਈ ਕਿਸੇ ਦਾ ਗਿਲਾ ਰਹਿ ਜਾਊਗਾ, ਕਿਉਂਕਿ ਨਾ ਉਹਨਾਂ ਨੇ ਕਿਸੇ ਨੂੰ ਇਦਾਂ ਟਾਰਗੇਟ ਕੀਤਾ ਨਾ, ਸਿਰਫ ਜਿਹੜਾ ਉਹਨਾਂ ਨੇ ਸੰਵਾਦ ਕੀਤਾ ਨਾ ਹਾਂਜੀ ਇੱਕ ਆਪਣਾ ਭਤੀਜਾ ਲੈ ਕੇ ਨਾਲ, ਵੀ ਜਾਂ ਮੇਰਾ ਭਰਾ ਜਾਂ ਭਤੀਜਾ ਅਸੀਂ ਦਰਬਾਰ ਸਾਹਿਬ ਚੱਲੇ ਆ, ਤੇ ਉੱਥੇ ਅਸੀਂ ਫਿਰ ਜਿਹਨੂੰ ਇਹ ਦੁੱਖ ਭੰਜਨੀ ਬੇਰੀ ਕਹਿੰਦੇ ਆ, ਵੀ ਬੇਰੀ ਦੇ ਥੱਲੇ ਮੈਂ ਇਹਨੂੰ ਦੱਸਾਂ ਵੀ ਇਸ ਬੇਰੀ ਦੇ ਥੱਲੇ ਮੇਰੇ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਦੇ ਤਰਕ ਕੀਤੇ ਆ ਕਿ ਜਲ ਕੇ ਮੱਜਨ ਜੇ ਕਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਇਸ ਤਰ੍ਹਾਂ ਦੇ ਕੀਤੇ ਵੀ ਮਤਲਬ ਤੀਰਥ ਨਾਵਣ ਜਾਊਂ, ਤੀਰਥ ਨਾਮ ਹੈ। ਇੱਥੇ ਬਹਿ ਕੇ ਮੇਰੇ ਗੁਰੂ ਸਾਹਿਬ ਨੇ ਇਸ ਬੇਰੀ ਦੇ ਥੱਲੇ ਬਹਿ ਕੇ ਬਾਣੀ ਉਚਾਰੀ ਆ। ਫਿਰ ਮੈਂ ਅੱਗੇ ਆਪਣੇ ਭਤੀਜੇ ਨੂੰ ਲੈ ਕੇ ਜਾਂ ਭਰਾ ਨੂੰ ਲੈ ਕੇ ਅੱਗੇ ਚੱਲਾਂ, ਅੱਗੇ ਥੜਾ ਸਾਹਿਬ ਆ ਜਿੱਥੇ ਉਹਨੂੰ ਮੈਂ ਦੱਸਾਂ ਵੀ ਇੱਥੇ ਬਾਬਾ ਬੁੱਢਾ ਸਾਹਿਬ ਜੀ ਬਹਿੰਦੇ ਹੁੰਦੇ ਸੀ, ਪੰਚਮ ਪਾਤਸ਼ਾਹ ਨੇ ਇੱਥੇ ਗੁਰੂ ਸਾਹਿਬਾਂ ਨੇ ਬਹਿ ਕੇ ਜਿਹੜਾ ਸਾਨੂੰ ਅੱਜ ਸ਼ਬਦ ਰੂਪ ਦੇ ਵਿੱਚ, ਗ੍ਰੰਥ ਦੇ ਰੂਪ ਦੇ ਵਿੱਚ ਸ਼ਬਦ ਗੁਰੂ ਮਿਲਿਆ ਵਾ, ਗਿਆਨ ਗੁਰੂ ਮਿਲਿਆ ਵਾ, ਉਹ ਇੱਥੇ ਗੁਰੂ ਸਾਹਿਬਾਂ ਨੇ ਬਹਿ ਕੇ ਮਤਲਬ ਲਿਖਿਆ ਵਾ, ਇੱਥੇ ਉਹਨਾਂ ਦੀ ਵਿਚਾਰ ਕੀਤੀ ਆ। ਫਿਰ ਮੈਂ ਅੱਗੇ ਦਰਬਾਰ ਸਾਹਿਬ ਚੱਲ ਜਾਂ ਤੇ ਉੱਥੇ ਪੁੱਛਾਂ, ਉੱਥੇ ਜਾ ਕੇ ਦੱਸਾਂ ਵੀ ਇਹ ਮੇਰੇ ਗੁਰੂ ਸਾਹਿਬਾਂ ਨੇ ਸਾਰਿਆਂ ਨੇ ਜਿਹੜਾ ਉੱਥੇ ਲਿਖਿਆ ਸੀ ਵੀ ਇੱਥੇ ਸੁਸ਼ੋਭਿਤ ਕਰਤਾ, ਤੇ ਕਿੱਦਾਂ ਨਾ ਉਹ ਬੱਚੇ ਨੂੰ ਸਮਝ ਲੱਗੂਗੀ ਜਦੋਂ ਇਹ ਬੱਚੇ ਨੂੰ ਥੱਲੇ ਅੰਦਰ ਵੜਨਾ ਵੀ ਤੂੰ ਇੱਥੇ ਸੁਖਣਾ ਸੁਖਲਾ, ਤੂੰ ਪਾਸ ਹੋ ਜਾਏਗਾ, ਤੂੰ ਫਸਟ ਡਿਵੀਜ਼ਨ ਆ ਜਾਏਗਾ, ਤੇਰੀ ਨੌਕਰੀ ਲੱਗ ਜੂਗੀ, ਤੇਰੇ ਬੱਚਾ ਆ ਜਾਊਗਾ, ਤੇਰਾ ਵਿਆਹ ਹੋ ਜਾਊਗਾ, ਤੇਰੀ ਜਿਹੜੀ ਬਿਮਾਰੀ ਉਹ ਠੀਕ ਹੋ ਜਾਊਗੀ। ਜਦੋਂ ਨਹੀਂ ਹੁੰਦਾ ਅਗਲਾ ਬਾਗੀ ਹੋ ਜਾਂਦਾ। ਬਿਲਕੁਲ। ਇਸ ਕਰਕੇ ਉਹਦੀ ਜਿਹੜੀ ਇੰਟਰਪ੍ਰੀਟੇਸ਼ਨ ਉਹ ਗਲਤ ਕੀਤੀ। ਹਾਂਜੀ, ਇੰਟਰਪ੍ਰੀਟੇਸ਼ਨ ਦੇ ਹਾਂਜੀ ਇਹ ਵੀ ਗੱਲ ਆ ਨਾ, ਜਦੋਂ ਤੁਸੀਂ ਬੱਚੇ ਨੂੰ ਲੈ ਕੇ ਵੀ ਜਾਂਦੇ ਆ, ਉਹ ਜਿਹੜੀਆਂ ਮੇਨ ਪਲੇਸਾਂ ਬੇਰੀਆਂ ਦੁੱਖ ਭੰਜਣੀ ਬੇਰੀ ਉੱਥੇ ਨਲਾਉਣੇ ਆ ਜਾ ਕੇ। ਹਾਂਜੀ, ਉਹੀ ਉਹਨਾਂ ਨੇ ਗੱਲ ਕੀਤੀ ਨਾ, ਜੇ ਤੁਸੀਂ ਦੱਸਿਆ ਹੁੰਦਾ ਨਾ ਇਸ ਬੇਰੀ ਦੇ ਥੱਲੇ ਬਹਿ ਕੇ ਗੁਰੂ ਸਾਹਿਬ ਨੇ ਬਾਣੀ ਉਚਾਰੀ ਤੇ ਆਹ ਸ਼ਬਦ ਉਚਾਰੇ ਆ, ਜਿੰਨੇ ਪੁਜਾਰੀ ਦਾ ਘਾਣ ਕੀਤਾ, ਫਿਰ ਤਾਂ ਉਹਨੂੰ ਸਮਝ ਆਉਂਦੀ। ਅਸੀਂ ਉਹ ਕਹਿਤਾ ਵੀ ਇਹ ਬੇਰੀ ਜਿਹੜੀ ਇਹ ਬੇਰੀ ਦੇ ਤੂੰ ਥੱਲੇ ਨਾ ਆਏਗਾ ਤੇ ਤੈਨੂੰ ਆਹ ਕੁਛ ਮਿਲਣਾ, ਕਿਉਂਕਿ ਉਲਟ ਕਰਤਾ ਨਾ, ਗੁਰ ਸਥਾਨ ਨੂੰ ਗੁਰ ਤੀਰਥ ਬਣਾਤਾ। ਬਿਲਕੁਲ। ਤੀਰ ਉਹੀ ਭਾਈ ਸਾਹਿਬ ਉਹਨਾਂ ਨੇ ਜਿਹੜਾ ਦੋਨਾਂ 'ਚ ਡਿਫਰੈਂਟ ਦੱਸਿਆ ਕਿੰਨੀ ਵਧੀਆ ਤਰੀਕੇ ਨਾਲ। ਚਲੋ ਜਿੱਦਾਂ ਉਹ ਐਕਸਪਲੇਨ ਕਰਦੇ, ਸਾਡੇ 'ਚ ਨਹੀਂ ਇਹ ਆ ਵੀ ਚਲੋ ਅਸੀਂ ਉਹਨਾਂ ਨੂੰ ਸੁਣ ਕੇ ਹਿੰਮਤ ਕੀਤੀ ਆ ਇੰਨੀ ਕਿ ਵੀ ਅਸੀਂ ਵੀ ਕੋਈ ਗੱਲ ਆਪਣੇ ਵੀਰਾਂ ਨਾਲ ਸੰਗਤ ਨਾਲ ਕਰ ਸਕੀਏ। ਹੋ ਸਕਦਾ ਕਿਸੇ ਦੀ ਹੋਰ ਵੀ ਜ਼ਮੀਰ ਜਾਗ ਜੇ। ਇਹ ਨਹੀਂ ਹੈ ਕਿ ਜਿੱਦਾਂ ਤੁਸੀਂ ਵੀ ਗੱਲ ਕੀਤੀ ਵੀ ਜਿਹੜੇ ਜਾਗਰੂਕ ਆ ਜਿੱਦਾਂ ਕਰ ਰਿਹਾ, ਮੈਨੂੰ ਲੱਗਦਾ ਵੀ ਇਹ ਵੀਡੀਓ ਸੁਣ ਕੇ ਤਾਂ ਉਹ ਵੀ ਥੋੜ੍ਹਾ ਸੋਚਣਗੇ, ਜ਼ਰੂਰ ਸੋਚਣਗੇ, ਕਿਉਂਕਿ ਜਿਹੜਾ ਸਮਾਂ ਕਿਸੇ ਨੂੰ ਮਾਫ਼ ਨਹੀਂ ਕਰਦਾ। ਦੇਖੋ ਜਿਹੜੀ ਬੰਦੇ ਦੀ ਚੰਗਿਆਈ ਹੈ ਨਾ, ਉਹ ਜਾਂ ਤਾਂ ਬੰਦੇ ਦੇ ਜਾਣ ਤੋਂ ਬਾਅਦ ਮਿਲਦੀ ਆ ਤੇ ਜਾਂ ਮਰ ਜਾਣ ਤੋਂ ਬਾਅਦ, ਜਾਂ ਉਹ ਸਥਾਨ ਛੱਡ ਜੇ ਤੇ ਜਾਂ ਮਰ ਜੇ।
ਤੁਸੀਂ ਇਹ ਵੀ ਦੇਖ ਲਓ ਵੀ ਜਿੱਦਾਂ ਪ੍ਰੋਫੈਸਰ ਜਿਨ੍ਹਾਂ ਨੂੰ ਛੇਕਿਆ ਸੀ ਉਹਨਾਂ ਨੂੰ 95 ਸਾਲ ਬਾਅਦ ਫਿਰ ਗੁਰਮੁਖ ਸਿੰਘ ਜੀ ਉਹਨਾਂ ਨੂੰ ਫਿਰ ਉਹਨਾਂ ਨੂੰ ਵੇਚ ਲਿਆ, ਜਾਂ ਹੋਰ ਵੀ ਆਪਾਂ ਕਈ ਆਪਣੇ ਕੋਲ ਉਦਾਹਰਨਾਂ, ਕਿਉਂਕਿ ਬੰਦੇ ਦਾ ਪਤਾ ਹੀ ਫਿਰ ਬਾਅਦ ਚ ਲੱਗਦਾ। ਇਸ ਕਰਕੇ ਹੋ ਸਕਦਾ ਕਿਉਂਕਿ ਪੜ੍ਹੇ ਲਿਖੇ ਆ, ਸਿਆਣੇ ਆ, ਸਮਝਦਾਰ ਆ, ਇਹ ਨਹੀਂ ਕਿ ਨਹੀਂ ਸਿਰਫ ਇੱਕ ਹਉਮੈ ਦੇ ਵਿੱਚ ਤੇ ਜੈਲਸੀ ਦੇ ਵਿੱਚ ਆਣ ਕੇ ਹੀ ਵਿਰੋਧ ਕਰ। ਹਾਂਜੀ ਦਲਜੀਤ ਸਿੰਘ ਜੀ। ਹਾਂਜੀ, ਅਕਾਲ ਤਖਤ ਸਾਹਿਬ ਬਾਰੇ ਕਿੱਦਾਂ ਕਹੋਗੇ? ਜਿੱਦਾਂ ਭਾਈ ਸਾਹਿਬ ਹੋਣਾ ਨੇ ਇੱਕ ਅਕਾਲ ਤਖਤ ਸਾਹਿਬ ਦਾ ਵੀ ਕੰਸੈਪਟ ਬੜਾ ਸੋਹਣਾ ਕਲੀਅਰ ਕੀਤਾ ਉਹਨਾਂ ਨੇ ਵੀ ਅਕਾਲ ਤਖਤ ਨਹੀਂ ਮਤਲਬ ਤਖਤ, ਹਾਂਜੀ, ਜਿਹੜਾ ਤਖਤ ਸੀ ਨਾ, ਤਖਤ ਉਸ ਟਾਈਮ ਦੇ ਰਾਜੇ ਮਹਾਰਾਜੇ ਹੀ ਬਣਾਉਂਦੇ ਸੀ, ਰਾਜੇ ਮਹਾਰਾਜੇ ਬਣਾਉਂਦੇ ਸੀ। ਜਿੱਦਾਂ ਕਿ ਆਪਾਂ ਦਿੱਲੀ ਦੇ ਤਖਤ ਨੂੰ ਇੱਕ ਮੰਨਦੇ ਵੀ ਦਿੱਲੀ ਦਾ ਤਖਤ ਸੀ ਉਦੋਂ, ਤੇ ਉਦੋਂ ਦਾ ਰਾਜਾ ਇਹ ਕਹਿੰਦਾ ਸੀ ਵੀ ਘੋੜ ਸਵਾਰੀ ਵੀ ਕੋਈ ਨਹੀਂ ਕਰ ਸਕਦਾ। ਬਿਲਕੁਲ, ਉਦੋਂ ਦਾ ਰਾਜਾ ਇਹ ਕਹਿੰਦਾ ਸੀ ਵੀ ਕੋਈ ਨਿਸ਼ਾਨ ਨਹੀਂ ਲਾ ਸਕਦਾ। ਪਰ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਮੈਂ ਤਖਤ ਵੀ ਬਣਾਉਂਗਾ, ਮੈਂ ਨਿਸ਼ਾਨ ਵੀ ਲਾਉਂਗਾ, ਤੇ ਮੈਂ ਘੋੜ ਸਵਾਰੀ ਵੀ ਕਰੂੰਗਾ। ਹਾਂਜੀ, ਕਿਉਂਕਿ ਮਸਲਾ ਤਾਂ ਸਿਰਫ ਉਹੀ ਸੀ ਨਾ ਜਿਹੜਾ ਆਪਾਂ ਅੱਜ ਗੱਲ ਕਰਦੇ ਹਾਂ। ਮਸਲਾ ਤਾਂ ਸੀਗਾ ਕਿ ਉਹ ਗੁਲਾਮੀ ਕੱਟਣਾ, ਗੁਲਾਮੀ ਕੱਟਣਾ। ਆਮ ਇਨਸਾਨ ਉਹ ਕਿਸ ਤਰੀਕੇ ਨਾਲ ਇਸ ਡਿਕਟੇਟਰਸ਼ਿਪ ਜਿਹੜੀ ਉਸ ਵੇਲੇ ਚੱਲ ਰਹੀ ਸੀ, ਉਸ ਜਿਹੜਾ ਸ਼ਾਸਨ ਚੱਲ ਰਿਹਾ ਸੀਗਾ, ਉਹਦੇ ਵਿਰੁੱਧ ਉਹ ਕਿਸ ਤਰੀਕੇ ਨਾਲ ਆਵਾਜ਼ ਉਠਾਵੇ, ਉਹਦੇ ਲਈ ਇੱਕ ਆਗੂ ਨੂੰ ਆਪ ਮੂਹਰੇ ਹੋ ਕੇ ਫੈਸਲੇ ਲੈਣੇ ਸੀ। ਜਿਹੜੇ ਗੁਰੂ ਸਾਹਿਬਾਨਾਂ ਨੇ ਉਸ ਵੇਲੇ ਫੈਸਲੇ ਲਏ, ਜਿਹੜਾ ਉਹ ਤਖਤ ਬਣਾਇਆ ਬਈ ਜੇ ਤੇਰਾ ਦਿੱਲੀ ਦਾ ਤਖਤ ਹੈ ਤਾਂ ਇਹ ਸਾਡਾ ਆਪਣਾ ਤਖਤ ਹੋਊਗਾ, ਹਨਾ ਜੀ। ਜੇ ਤੂੰ ਕਹਿੰਦਾ ਨਿਸ਼ਾਨ ਨਹੀਂ ਲਾ ਸਕਦੇ, ਮੈਂ 2 ਲਾਵਾਂਗਾ। ਬਿਲਕੁਲ, ਹਨਾ। ਤੂੰ ਕਹਿੰਦਾ ਆਪ ਸ਼ਸਤਰ ਨਹੀਂ ਪਾ ਸਕਦੇ, ਮੈਂ 2 ਪਾਵਾਂ, ਹਨਾ। ਇੱਕ ਤੂੰ ਹੁੰਦਾ ਕੌਣ ਹੈ ਜਾਣੀ ਸਾਨੂੰ ਰੋਕਣ ਵਾਲਾ, ਤੂੰ ਹੈ ਕੌਣ ਜਾਣੀ, ਤੂੰ ਦੂਜੇ ਰਾਹ ਥੋੜੀ ਹੈ, ਹਨਾ। ਗੁਰਬਾਣੀ ਇਹੀ ਤਾਂ ਸਾਨੂੰ ਸਮਝਾਉਂਦੀ ਹੈ, ਹਨਾ, ਕਿ ਤੂੰ ਦੂਜੇ ਰਸਤੇ ਨਹੀਂ ਆਇਆ, ਹਨਾ। ਜਿਉਂ ਤੋਂ ਬ੍ਰਾਹਮਣੀ ਜਾਇਆ ਤੋਂ ਆਣ ਬਾਟ ਕਾਹੀ ਨਹੀਂ ਆਇਆ। ਗੱਲ ਤਾਂ ਫਿਰ ਉੱਥੇ ਹੋ ਜਾਂਦੀ ਹੈ। ਤਾਂ ਹੀ ਕਰਕੇ ਉਹਨਾਂ ਨੇ ਆਮ ਲੋਕਾਂ ਦੇ ਵਿੱਚ ਇਹ ਜਿਹੜਾ ਜਜ਼ਬਾ ਸੀ ਉਸ ਵੇਲੇ ਭਰਿਆ। ਜੇ ਅੱਜ ਉਹ ਅਕਾਲ ਤਖਤ ਦੇ ਉੱਤੇ ਆਪਾਂ ਕਿਸੇ ਆਪਣੇ ਬੱਚੇ ਨੂੰ ਲੈ ਕੇ ਜਾਈਏ, ਜਦੋਂ ਉਹਨੂੰ ਦੱਸੀਏ ਕਿ ਮੇਰੇ 6ਵੇਂ ਪਾਤਸ਼ਾਹ ਨੇ ਉਸ ਵੇਲੇ, ਜਿਸ ਵੇਲੇ ਪੂਰਾ ਹਿੰਦੁਸਤਾਨ, ਪੂਰਾ ਇਹ ਭਾਰਤ ਜਿਹੜਾ ਸੀਗਾ, ਇਹ ਡਿਕਟੇਟਰਸ਼ਿਪ ਸੀਗੀ, ਇਹਦੇ ਵਿੱਚ ਇੱਕ ਰਾਜੇ ਦਾ ਰਾਜ ਹੁੰਦਾ ਸੀਗਾ, ਜਿਹੜੇ ਰਾਜੇ ਦੇ ਆਹ ਕਾਨੂੰਨ ਸੀ ਉਹਨੂੰ ਤੋੜਦਿਆਂ ਹੋਇਆਂ ਕਿਹਾ ਕਿ ਅਸੀਂ ਏਦਾਂ ਕਰਾਂਗੇ ਭਾਈ, ਜੇ ਰੋਕ ਹੁੰਦਾ ਹੈ ਤਾਂ ਰੋਕ ਲੈ, ਹਨਾ। ਉਸ ਹਿਸਾਬ ਦੇ ਨਾਲ ਜਦੋਂ ਆਪਾਂ ਉਹਨੂੰ ਸਮਝਾਵਾਂਗੇ ਤਾਂ ਫਿਰ ਉਹ ਬੱਚੇ ਦੇ ਦਿਮਾਗ 'ਚ ਆਊਗਾ, ਉਸ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਫੈਸਲਾ ਲੈਣ ਦੀ ਤਾਕਤ ਆਊਗੀ, ਹਨਾ। ਉਸ ਬੱਚੇ ਦੇ ਦਿਮਾਗ ਦੇ ਵਿੱਚ ਜ਼ੁਲਮ ਦੇ ਵਿਰੁੱਧ ਖੜਨ ਦੀ ਤਾਕਤ ਆਊਗੀ। ਪਰ ਤੁਸੀਂ ਦੇਖੋ 6ਵੇਂ ਪਾਤਸ਼ਾਹ ਤੇ ਦਰਬਾਰ ਸਾਹਿਬ ਛੱਡ ਕੇ ਚਲੇ ਗਏ। ਉਸ ਤੋਂ ਬਾਅਦ ਇਹਨਾਂ ਦਾ ਇਤਿਹਾਸ ਕਹਿੰਦਾ ਕਿ 9ਵੇਂ ਪਾਤਸ਼ਾਹ ਆਏ, ਉਹਨਾਂ ਨੇ ਵੜਨ ਨਹੀਂ ਦਿੱਤਾ। 10ਵੇਂ ਪਾਤਸ਼ਾਹ ਨੇ ਉਧਰ ਨਹੀਂ ਗਏ, ਹਨਾ। 10ਵੇਂ ਪਾਤਸ਼ਾਹ ਕਿੱਥੇ ਨੰਦੇੜ ਤੱਕ ਵੀ ਪਹੁੰਚ ਗਏ, ਪਰ ਉਹਨਾਂ ਨੇ ਉਧਰ ਨੂੰ ਮੂੰਹ ਨਹੀਂ ਕੀਤਾ। ਤੇ ਪਰ ਇਹ ਬਾਅਦ ਚ ਨਹੀਂ ਦੱਸਦੇ ਕਿ ਮੁੜ ਕੇ ਉੱਥੇ ਦੇ ਜਥੇਦਾਰ ਕੌਣ ਬਣੇ, ਉੱਥੇ ਫੈਸਲੇ ਫਿਰ ਕੌਣ ਕਰਦਾ ਸੀ, ਜਦੋਂ ਕਿ ਅੱਜ ਇਹ ਉਸ ਜਥੇਦਾਰ ਦਾ ਸਭ ਤੋਂ ਵੱਡਾ ਡਰ ਇੱਕ ਤਰੀਕੇ ਨਾਲ ਬਣਾ ਕੇ, ਅਕਾਲ ਤਖਤ ਦੇ ਜਥੇਦਾਰ ਦਾ ਇੱਕ ਬਹੁਤ ਵੱਡਾ ਡਰ ਜਿਹੜਾ ਬਣਾ ਕੇ ਸਾਡੇ ਮੂਹਰੇ ਜਿਹੜਾ ਪੇਸ਼ ਕੀਤਾ ਜਾਂਦਾ। ਇੱਕ ਸਿੱਖ ਨੂੰ ਇਸ ਤਰੀਕੇ ਨਾਲ ਲਿਆਇਆ ਜਾਂਦਾ ਵੀ ਤੂੰ ਬਈ ਇਹਦੇ ਤੋਂ ਵਿਰੁੱਧ ਜੇ ਹੋ ਗਿਆ ਤੇ ਫਿਰ ਤੂੰ ਕਿਸੇ ਕੰਮ ਦਾ ਨਹੀਂ, ਫਿਰ ਤੂੰ ਸਿੱਖ ਨਹੀਂ ਹੈਗਾ। ਉਹਨੂੰ ਪ੍ਰਵਾਸ਼ਿਤ ਇਸੇ ਤਰੀਕੇ ਨਾਲ ਕੀਤਾ ਜਾਂਦਾ ਕਿਉਂਕਿ ਇਸ ਕੁੰਡੇ ਦੇ ਥੱਲੇ ਤੈਨੂੰ ਰਹਿਣਾ ਪੈਣਾ। ਜਦ ਉਹ ਭਾਈ ਸਾਹਿਬ ਨੇ ਵੀਡੀਓ 'ਚ ਗੱਲ ਕੀਤੀ ਹੈ ਕਿ ਜਥੇਦਾਰ ਦੇ ਉੱਤੇ ਇਲਜ਼ਾਮ ਲੱਗਿਆ ਕਿ ਬਲਾਤਕਾਰੀ ਨੂੰ ਵਰੀ ਕਰਨ ਦੇ 70,000 ਰੁਪਇਆ ਰਿਸ਼ਵਤ ਲੈ ਕੇ, ਕਿਉਂ ਉਸ ਵੇਲੇ ਅਕਾਲ ਤਖਤ ਨੇ ਬਾਂਹ ਨਹੀਂ ਫੜੀ, ਕਿਉਂ ਨਹੀਂ ਉਸ ਵੇਲੇ ਉਸ ਨੂੰ ਕੋਈ ਵੀ ਐਸੀ ਜਿਹੀ ਸਜ਼ਾ ਲੱਗੀ? ਦੁਨਿਆਵੀ ਅਦਾਲਤ ਉਸ ਸਾਧ ਨੂੰ 10 ਸਾਲਾਂ ਦੀ ਸਜ਼ਾ ਕਰਦੀ ਹੈ, ਪਰ ਅਕਾਲ ਤਖਤ ਤੇ ਰਿਸ਼ਵਤ ਲੈ ਕੇ ਉਹਨੂੰ ਬਰੀ ਕੀਤਾ ਜਾਂਦਾ। ਆਪਣੇ ਦੇਖਦਿਆਂ ਦੀਆਂ ਗੱਲਾਂ ਨੇ ਰਾਮ ਰਹੀਮ ਨੂੰ ਕਿਸ ਤਰੀਕੇ ਨਾਲ ਬਰੀ ਕੀਤਾ ਗਿਆ, ਉੱਥੋਂ ਕਿਸ ਤਰੀਕੇ ਨਾਲ 90 ਲੱਖ ਦੇ ਜਿਹੜੇ ਇਸ਼ਤਿਹਾਰ ਸੀਗੇ ਉਹ ਵੰਡੇ ਗਏ ਸਹੀ ਪ੍ਰੂਫ ਕਰਨ ਵਾਸਤੇ, ਹਨਾ, ਉਹਨੂੰ ਸਹੀ ਪ੍ਰੂਫ ਕਰਨ ਵਾਸਤੇ। ਜਿਸ ਵੇਲੇ ਭਾਈ ਸਾਹਿਬ ਦੇ ਉੱਤੇ ਸ਼ਬੀਰ ਲਾ ਕੇ ਹਮਲਾ ਕੀਤਾ ਗਿਆ, ਉਹਨਾਂ ਦਾ ਇੱਕ ਬੰਦਾ ਸਾਥੀ ਵੀ ਮਾਰਿਆ ਗਿਆ। ਮਾਰਨ ਤਾਂ ਉਹ ਭਾਈ ਸਾਹਿਬ ਨੂੰ ਆਏ ਸੀ, ਪਰ ਉਹਨਾਂ ਨੇ ਭਾਈ ਭੁਪਿੰਦਰ ਸਿੰਘ ਦੀ ਉਸ ਵੇਲੇ ਜਿਹੜੀ ਆ ਮੌਤ ਹੁੰਦੀ ਹੈ। ਇੱਕ ਸ਼ਬਦ ਉਸ ਅਕਾਲ ਤਖਤ ਦੇ ਮੂੰਹ ਤੋਂ ਨਹੀਂ ਨਿਕਲਿਆ, ਨਹੀਂ ਬੋਲੇ, ਹਨਾ। ਕਮ ਸੇ ਕਮ ਉਸ ਵੇਲੇ ਤਾਂ ਹਜੇ ਉਹ ਥੋੜਾ ਟਾਈਮ ਹੀ ਹੋਇਆ ਸੀ, ਉਹਨਾਂ ਨੂੰ ਇੱਕ ਆਪਣੇ ਸਿੱਖ ਰਹਿਤ ਮਰਿਆਦਾ ਲਾਗੂ ਕੀਤੀ, ਅਕਾਲ ਤਖਤ ਦੀ ਰਹਿਤ ਮਰਿਆਦਾ ਉਹਨਾਂ ਨੇ ਮੰਨਣੀ ਸ਼ੁਰੂ ਕੀਤੀ ਸੀ। ਸ਼ਾਬਾਸ਼ੀ ਤਾਂ ਸਭ ਤੋਂ ਜ਼ਿਆਦਾ ਅਕਾਲ ਤਖਤ ਨੂੰ ਦੇਣੀ ਬਣਦੀ ਸੀ, ਉਸਥੋਂ ਦੇ ਜਥੇਦਾਰ ਨੂੰ ਦੇਣੀ ਬਣਦੀ ਸੀ। ਬਈ ਰਣਜੀਤ ਸਿਆਂ, ਤੂੰ ਬਾਬਾ ਨੰਬਰ 1 ਸੀ, ਬਾਬਿਆਂ ਦੇ ਵਿੱਚ ਤੂੰ ਸਰਵ ਉੱਤਮ ਬਾਬਾ ਸੀ। ਤੇਰੀ ਇੱਕ ਝਲਕ ਪਾਉਣ ਨੂੰ ਲੋਕੀ ਏਦਾਂ ਤਰਸਦੇ ਸੀ, ਦੂਰੋਂ ਦੂਰੋਂ ਇੱਕ ਦੂਏ ਦੇ ਉੱਪਰ ਦੀ ਉਹ ਡਿੱਗਦੇ ਸੀ ਕਿ ਅਸੀਂ ਰਣਜੀਤ ਸਿੰਘ ਦਾ ਇੱਕ ਵਾਰੀ ਚਿਹਰਾ ਦੇਖ ਲਈਏ, ਸਾਡੇ ਸਾਰੇ ਕਾਰਜ ਰਾਸ ਹੋ ਜਾਣਗੇ। ਮੈਂ ਖੁਦ ਇੰਗਲੈਂਡ ਦੇ ਵਿੱਚ ਇਹ ਸਾਰਾ ਕੁਝ ਦੇਖਿਆ ਹੈ, ਜਦੋਂ 2013-14 ਦੇ ਵਿੱਚ ਭਾਈ ਰਣਜੀਤ ਸਿੰਘ ਇੱਥੇ ਆਏ ਸੀਗੇ।
ਸੋ ਜਦੋਂ ਉਹ ਚੀਜ਼ਾਂ ਤੁਸੀਂ ਦੇਖਦੇ ਆ, ਪਰ ਉਸ ਵੇਲੇ ਅਕਾਲ ਤਖਤ ਦਾ ਮੂੰਹ ਕਿਉਂ ਨਹੀਂ ਖੁੱਲਿਆ ਜਦੋਂ ਉੱਥੇ ਹਮਲਾ ਕੀਤਾ ਗਿਆ? ਤਾਂ ਫਿਰ ਉਸ ਨੂੰ ਅਸੀਂ ਕੀ ਸਮਝੀਏ? ਮੁੜ ਕੇ ਕਹਿੰਦੇ ਨੇ ਅਕਾਲ ਤਖਤ ਮਹਿਸੂਸ ਕਰਦਾ, ਜਦ ਕਿ ਮਹਿਸੂਸ ਅਕਾਲ ਤਖਤ ਨਹੀਂ ਕਰਦਾ ਭਾਈ। ਮਹਿਸੂਸ ਜਿਹੜੇ ਉੱਥੇ ਬੈਠੇ ਉਸ ਵੇਲੇ ਦੇ ਪੁਜਾਰੀ ਨੇ ਉਹ ਮਹਿਸੂਸ ਕਰਦੇ ਨੇ। ਉਹ ਢਾਂਚਾ ਜਿਹੜਾ ਆ ਉਹ ਸਾਡੇ ਉੱਤੇ ਬਣਾ ਕੇ ਰੱਖਿਆ ਗਿਆ ਕਿ ਇੱਕ ਬੰਦਾ ਜਿਹੜਾ ਆਪਣੀ ਮਰਜ਼ੀ ਦਾ ਉੱਥੇ ਬਿਠਾਇਆ ਜਾਵੇ, ਉਹ ਬੰਦਾ ਪੂਰੀ ਕੌਮ ਨੂੰ ਡਿਕਟੇਟ ਕਰੇ। ਅੱਜ ਡੈਮੋਕ੍ਰੇਸੀ ਦੇ ਵਿੱਚ ਇਹ ਡਿਕਟੇਟਰਸ਼ਿਪ ਵਾਲਾ ਜਿਹੜਾ ਸਿਸਟਮ ਹੈ ਇਹ ਸਾਡੇ ਉੱਤੇ ਲਾਗੂ ਕੀਤਾ ਗਿਆ। ਉੱਥੇ ਜਦੋਂ ਕੋਈ ਬੰਦਾ ਆਪਣੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹਨੂੰ ਉੱਥੇ ਸੱਦਿਆ ਜਾਂਦਾ ਹੈ, ਉੱਥੇ ਜਲੀਲ ਕੀਤਾ ਜਾਂਦਾ ਹੈ, ਉੱਥੇ ਹੱਥ ਜੋੜ ਕੇ ਉਹਨੂੰ ਖੜਾ ਕੀਤਾ ਜਾਂਦਾ। ਫਿਰ ਲੋਕਾਂ ਦੇ ਮੂਹਰੇ ਕਹਿੰਦੇ ਹੁਣ ਕਹਿ ਬਈ ਮੰਗ ਮਾਫੀ। ਅੱਜ ਚਾਹੁੰਦੇ ਉਹ ਭਾਈ ਰਣਜੀਤ ਸਿੰਘ ਤੋਂ ਵੀ ਇਹੀ ਕੁਛ ਨੇ ਹਨਾ। ਜਿਹੜੀ ਇਹ 5 ਮੈਂਬਰੀ ਕਮੇਟੀ ਜਿਹੜੀ ਆਪਣਾ ਹੁਣ ਇਹ ਵਿਸ਼ਾ ਅਗਲਾ ਆਇਆ 5 ਮੈਂਬਰੀ ਕਮੇਟੀ ਅੱਗੇ ਉਹ ਕਹਿੰਦੇ ਮੈਂ ਪੇਸ਼ ਕਿਉਂ ਨਹੀਂ ਹੋਇਆ, ਉਹਦਾ ਵਿਸ਼ੇ ਦੇ ਵਿੱਚ ਆਪਣੀ ਗੱਲ ਵੀ ਇਹੀ ਕਰਨੀ ਬਣਦੀ ਹੈ ਕਿ ਕੀ ਉਸ 5 ਮੈਂਬਰੀ ਕਮੇਟੀ ਉਦੋਂ ਕਿਉਂ ਨਾ ਬਣਾਈ ਗਈ ਜਦੋਂ ਭਾਈ ਸਾਹਿਬ ਦੇ ਉੱਤੇ ਸ਼ਬੀਲ ਲਾ ਕੇ ਹਮਲਾ ਕੀਤਾ ਗਿਆ ਸੀਗਾ। 1-2 ਛੋਟੇ ਬੱਚਿਆਂ ਦਾ ਬਾਪ ਜਿਹੜਾ ਉਹ ਬਿਨਾਂ ਕਿਸੇ ਉਸ ਦੇ ਕਸੂਰ ਤੋਂ ਮਾਰ ਦਿੱਤਾ ਗਿਆ। ਕੀ ਅਕਾਲ ਤਖਤ ਨੇ ਮਹਿਸੂਸ ਨਹੀਂ ਕੀਤਾ ਉਸ ਵੇਲੇ ਕੁਝ? ਉਸ ਵੇਲੇ ਅਕਾਲ ਤਖਤ ਦੀਆਂ ਭਾਵਨਾਵਾਂ ਉਹਨਾਂ ਬੱਚਿਆਂ ਦੇ ਨਾਲ ਨਹੀਂ ਖੜੀਆਂ ਸੀ? ਕੀ ਉਹ ਬੱਚੇ ਸਿੱਖ ਬਾਪ ਦੇ ਬੱਚੇ ਨਹੀਂ ਸੀ? ਕੀ ਉਹ ਜਿਹੜਾ ਉਸ ਵੇਲੇ ਜਿਹੜੇ ਸਿਰ 'ਚ ਗੋਲੀ ਮਾਰੀ ਗਈ ਕੀ ਉਹ ਸਿੱਖ ਨਹੀਂ ਸੀ? ਵਿਚਾਰਧਾਰਕ ਮਤਭੇਦ ਹੋ ਸਕਦਾ, 20 ਵਾਰੀ 100 ਵਾਰੀ ਹੋ ਸਕਦਾ, ਪਰ ਕੀ ਇਹ ਇਸ ਤਰੀਕੇ ਦੇ ਨਾਲ ਕਾਰਵਾਈ ਕਰਨੀ ਇਹ ਜਾਇਜ਼ ਸੀ? ਇੱਕ ਅੱਖਰ ਤੇ ਬੋਲਦੇ, ਪਰ ਨਹੀਂ, ਉਸ ਵੇਲੇ ਮੂੰਹ 'ਚ ਘੁੰਗਣੀਆਂ ਪਾ ਲਈਆਂ। ਆਮ ਨੌਜਵਾਨੀ ਮੇਰੇ ਵਰਗੀ ਨੂੰ ਅੱਜ ਜਿਹੜਾ ਬੋਲਣ ਦਾ ਜਿਹੜੀ ਸ਼ਕਤੀ ਅੱਜ ਮਿਲੀ ਹੈ, ਜਦ ਕਿ ਮੇਰੇ ਵਰਗਾ ਬੰਦਾ ਕਿੱਥੇ ਬੋਲ ਸਕਦਾ ਸੀ? ਉਹ ਜਦੋਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਅੱਖਾਂ ਦੇ ਨਾਲ ਆਪਣਿਆਂ ਨਾਲ ਦੇਖੀਆਂ ਗਈਆਂ, ਇਸ ਤਰੀਕੇ ਨਾਲ ਧੱਕਾ ਹੁੰਦਾ ਦੇਖਿਆ ਗਿਆ, ਫਿਰ ਯਾਰ ਸੋਚਿਆ ਕਿ ਸਾਡਾ ਇਹਨਾਂ ਦੇ ਮੂਹਰੇ ਕੀ ਬਸ ਚੱਲਦਾ ਜਦੋਂ ਏਡਾ ਵੱਡਾ ਪ੍ਰਚਾਰਕ ਜਿਹਦੇ ਉੱਤੇ ਇਹਨਾਂ ਨੇ ਬੰਦਾ ਮਾਰਿਆ ਹਮਲਾ ਕਰਕੇ, ਪਰ ਉਸ ਨੂੰ ਵੀ ਇਹਨਾਂ ਨੇ ਜਾਣੀ ਆਪਣਾ ਪੱਖ ਰੱਖਣ ਦੇ ਲਈ ਇੱਕ ਮੌਕਾ ਤੱਕ ਨਹੀਂ ਦਿੱਤਾ। ਤਾਂ ਫਿਰ ਅੱਜ ਉਸ ਤਰੀਕੇ ਉਹਦਾ ਕਿਸ ਤਰੀਕੇ ਨਾਲ ਹੱਕ ਬਣਦਾ ਵੀ ਉਹਨਾਂ ਦੀ ਬਣਾਈ ਹੋਈ 5 ਮੈਂਬਰੀ ਕਮੇਟੀ ਮੂਹਰੇ ਪੇਸ਼ ਹੋਵੇ? ਕਿੱਦਾਂ ਆਪਾਂ ਸੋਚ ਸਕਦੇ ਹਾਂ? ਆਮ ਲੋਕ ਇਸ ਚੀਜ਼ ਨੂੰ ਸੋਚਣ ਕਿ ਉਹ ਕਿਸ ਤਰੀਕੇ ਨਾਲ ਸੋਚ ਸਕਦੇ ਆ ਕਿ ਜਿਹੜਾ ਬੰਦਿਆਂ ਨੇ ਉਹ 4 ਸਾਲ ਪਹਿਲਾਂ ਹੋਈ ਘਟਨਾ ਦਾ ਅੱਜ ਤੱਕ ਇਨਸਾਫ ਨਹੀਂ ਦਿੱਤਾ, ਉਹ ਅੱਜ ਕਿਸ ਤਰੀਕੇ ਨਾਲ ਇਨਸਾਫ ਕਰ ਸਕਦੇ ਆ? 5 ਮੈਂਬਰੀ ਜਿਹੜੀ ਕਮੇਟੀ ਆ ਉਹਨਾਂ ਦੀ ਹੈ, ਜਥੇਦਾਰ ਤੁਹਾਨੂੰ ਪਤਾ ਆ ਕਿਸ ਤਰੀਕੇ ਨਾਲ ਬਣਾਇਆ ਜਾਂਦਾ, ਕਿਹਨਾਂ ਦਾ ਜਥੇਦਾਰ ਹੁੰਦਾ, ਕਿਹਨਾਂ ਦੀ ਕਮੇਟੀ ਹੁੰਦੀ ਹੈ, ਕਿੱਥੋਂ ਜਾ ਕੇ ਇਹਨਾਂ ਨੂੰ ਆਸ਼ੀਰਵਾਦ ਮਿਲਦਾ, ਕਿੱਥੋਂ ਜਾ ਕੇ ਇਹ ਬੰਦੇ ਸੈਂਕਸ਼ਨ ਹੁੰਦੇ ਆ ਵੀ ਆਹ ਬੰਦਾ ਹਾਂ ਠੀਕ ਹੈ ਵੀ ਇਹ ਆਪਣੇ ਥੱਲੇ ਚੱਲੂਗਾ ਇਹ ਸਾਰੀ ਉਮਰ, ਇਹਨੂੰ ਜਥੇਦਾਰ ਲਾ ਦਿਓ, ਇਹ ਸਾਡੇ ਕਹਿਣੇ ਤੋਂ ਬਾਹਰ ਨਹੀਂ ਹੁੰਦਾ। ਜਦੋਂ ਉਹ ਬਾਹਰ ਹੋ ਜਾਵੇ ਉਹਨੂੰ ਲੱਤ ਮਾਰ ਕੇ ਬਾਹਰ ਕਰ ਦਿੱਤਾ ਜਾਂਦਾ, ਤੇ ਜਦੋਂ ਉਹ ਜਿੰਨਾ ਚਿਰ ਉਹ ਹੁਕਮ 'ਚ ਚੱਲਦਾ ਤਾਂ ਉਹਨਾਂ ਚਿਰ ਉਹਨੂੰ ਉੱਥੇ ਸਥਾਪਿਤ ਰਹਿਣ ਦਿੱਤਾ ਜਾਂਦਾ। ਸੋ ਉਹ ਜਿਹੜੀ 5 ਮੈਂਬਰੀ ਕਮੇਟੀ ਹੈ ਉਹ ਇੱਕ ਉਹੋ ਜਿਹੇ ਪੁਜਾਰੀ ਦੇ ਬਣਾਏ ਹੋਏ ਤੇ ਇੱਕ ਤਰੀਕੇ ਨਾਲ ਅੱਗੇ ਏਜੰਟ ਨੇ ਜਿਹੜੇ ਚਾਹੁੰਦੇ ਨੇ ਕਿ ਇੱਕ ਭਾਈ ਰਣਜੀਤ ਸਿੰਘ ਸਾਡੇ ਕਿਸੇ ਤਰੀਕੇ ਨਾਲ ਆ ਕੇ ਸਾਡੇ ਮੂਹਰੇ ਬੈਠੇ, ਫਿਰ ਅਸੀਂ ਉਹਨੂੰ ਧੱਕੇ ਦੇ ਨਾਲ ਇਸ ਅਕਾਲ ਤਖਤ ਦੇ ਪੈਰਾਂ 'ਚ ਬਿਠਾ ਲਈਏ। ਪਰ ਅੱਜ ਜਿਹੜੀ ਉਹਨਾਂ ਨੇ ਜਿਹੜੀ ਉਹ ਫੈਸਲਾ ਲਿਆ ਉਹਨਾਂ ਦੇ ਮੂਹਰੇ ਨਹੀਂ ਪੇਸ਼ ਹੋਣ ਦਾ, ਉਹ ਅੱਜ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੇ ਰੀਜ਼ਨ ਬਹੁਤ ਦੇਖੋ ਕਿੰਨਾ ਪਿਆਰਾ ਦੱਸਿਆ, ਰੀਜ਼ਨ ਕਾਰਨ ਕਿੰਨੇ ਵਧੀਆ ਦੱਸਿਆ ਵੀ ਤੁਸੀਂ ਦੇਖੋ ਇੰਨੇ ਵੱਡੇ ਕਾਂਡ ਹੋ ਗਿਆ ਤੁਸੀਂ ਕਿਤੇ ਮੂੰਹ ਨਹੀਂ ਖੋਲਿਆ। ਹਾਂਜੀ ਦੇਖੋ ਜਿਹੜਾ ਸਰਪੰਚ ਹੋਵੇ ਪਿੰਡ ਦਾ, ਜੇ ਉਹ ਦੋਨਾਂ ਤਰ੍ਹਾਂ ਦੀ ਗੱਲ ਨਹੀਂ ਕਰਦਾ ਤਾਂ ਉਹ ਸਰਪੰਚ ਕਾਹਦਾ ਵਾ? ਬਿਲਕੁਲ ਬਗਾਵਤ ਹੀ ਹੋਣੀ ਉਹਦੇ ਵਿਰੁੱਧ। ਸੇਮ ਤੁਸੀਂ ਲਾ ਲਓ ਵੀ ਉਹ ਜਦੋਂ ਤੁਸੀਂ ਜਿੱਦਾਂ ਦੱਸਿਆ ਹੀ ਹੁਣ ਵੀ ਛੋਟੇ ਬੱਚਿਆਂ ਦੇ ਬਾਪ ਨੂੰ ਮਾਰਤਾ ਵੀ ਕਿਤੇ ਇੱਕ ਵਾਰੀ ਸ਼ਬਦ ਨਹੀਂ ਦੋ ਬੋਲੇ। ਚਲੋ ਪਹਿਲਾਂ ਤੇ ਉਹਨਾਂ ਦਾ ਸਮਝ ਲਓ ਵੀ ਗੁਲਾਮ ਸੀ ਬਹੁਤ ਜ਼ਿਆਦਾ, ਪਰ ਤੂੰ ਨਵਾਂ ਆਇਆ ਸੀ ਹਰਪ੍ਰੀਤ ਸਿੰਘ ਜੀ ਵੀ ਤੁਸੀਂ ਆਣ ਕੇ ਕਹਿੰਦੇ ਵੀ ਭਾਈ ਸਾਹਿਬ ਉਹਨਾਂ ਨਾਲ ਬਹੁਤ ਵਧੀਕੀ ਹੋਈ ਹੈ। ਬਿਲਕੁਲ ਵੀ ਇਹਦੀ ਮੈਂ ਜ਼ਰੂਰ ਸਮੀਖਿਆ ਕਰੂੰਗਾ ਵੀ ਇਦਾਂ ਕਿਉਂ ਹੋਇਆ। ਬਾਕੀ ਤਾਂ ਬਾਅਦ ਦੀਆਂ ਗੱਲਾਂ ਸੀ, ਪਰ ਇੰਨੀ ਗੱਲ ਤਾਂ ਕਹਿਣੀ ਆ ਅਗਲੇ ਦਾ ਮਨ ਤਾਂ ਠੰਡਾ ਹੋਵੇ ਵੀ ਭਾਈ ਕੋਈ ਤਾਂ ਆਇਆ ਜਿਹੜੀ ਪੀੜਤ ਧਿਰ ਦੀ ਵੀ ਸੁਣਦਾ। ਬਿਲਕੁਲ ਇੱਥੇ ਤਾਂ ਸੁਣਦੇ ਹੀ ਉਹਦੀ ਵੀ ਕਹਿੰਦੇ ਜਿਹਦੇ ਹੱਥ 'ਚ ਡੰਡਾ ਬਸ ਉਹਦਾ ਹੀ ਸਭ ਕੁਛ ਆ। ਉਹ ਆਪਣਿਆਂ ਦੀਆਂ ਜਿੱਦਾਂ ਭਾਈ ਸਾਹਿਬ ਹੁਣੀ ਕਹਿੰਦੇ ਵੀ ਕਾਸ਼ ਤੇ ਬਗਾਨਿਆਂ ਦੇ ਹੱਥ। ਹਾਂਜੀ ਭਾਈ ਸਾਹਿਬ ਜੀ। ਹਾਂਜੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੇ ਅਕਾਲ ਤਖਤ ਨੂੰ ਪੂਰੀ ਤਰ੍ਹਾਂ ਸਮਰਪਿਤ, ਆਪਾਂ ਸਾਰਿਆਂ ਨੂੰ ਪਤਾ, ਹਰੇਕ ਦੀਵਾਨ ਦੇ ਵਿੱਚ ਅਕਾਲ ਤਖਤ ਦੀ ਮਰਜ਼ਾਦਾ ਦੀ ਲਾਗੂ ਕਰਨ ਦੀ ਗੱਲ ਕਰਦੇ ਆ। ਉਹਨਾਂ ਨੇ ਆਪਣੇ ਡੇਰੇ 'ਚ ਵੀ ਅਕਾਲ ਤਖਤ ਸਾਹਿਬ ਦੀ ਜਿਹੜਾ ਉਹਨਾਂ ਦਾ ਸਥਾਨ ਆ ਉੱਥੇ ਵੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਪੂਰੀ ਤਰ੍ਹਾਂ ਲਾਗੂ ਕੀਤੀ। ਪਰ ਅੱਜ ਜਿਹੜੇ ਬੰਦੇ ਵੀ ਤਖਤਾਂ ਤੇ ਜਾ ਕੇ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਕਰਦੇ ਆ, ਚਾਹੇ ਵਿਦੇਸ਼ਾਂ 'ਚ ਜਾਂਦੇ ਚਾਹੇ ਉੱਥੋਂ ਜਾਂਦੇ, ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਇਹਨਾਂ ਨੇ ਕਦੇ ਆਪਣੇ ਗੁਰਦੁਆਰਿਆਂ 'ਚ ਕਦੇ ਆਪਣੇ ਉਹ ਅਕਾਲ ਤਖਤ ਦੀ ਮਰਜ਼ਾਦਾ ਆਪਣੇ ਤੇ ਲਾਗੂ ਕੀਤੀ ਆ? ਉਹਨੂੰ ਖਰੜਾ ਹੀ ਹਮੇਸ਼ਾ ਦੱਸੀ ਗਏ। ਆਪਣੇ ਡੇਰਿਆਂ 'ਚ ਆਪਣੇ ਗੁਰਦੁਆਰਿਆਂ 'ਚ ਉਹਨੂੰ ਦਹਲੀਜ਼ ਨਹੀਂ ਟੱਪਣ ਦਿੰਦੇ। ਹਾਂਜੀ ਪਰ ਉੱਦਾਂ ਦੇ ਸਾਡੇ ਪੁਜਾਰੀ ਜਥੇਦਾਰ ਜਿਹੜਾ ਹਰਪ੍ਰੀਤ ਸਿੰਘ ਵੀ ਤੁਸੀਂ ਪਿੱਛੇ ਦੇਖਿਆ ਹੋਣਾ, ਇੱਥੇ ਆ ਕੇ ਉਹਨਾਂ ਡੇਰਿਆਂ 'ਚ ਜਾ ਕੇ ਬਹਿੰਦਾ ਰਿਹਾ ਜਿੱਥੇ ਅਕਾਲ ਤਖਤ ਦੀ ਮਰਜ਼ਾਦਾ ਨਹੀਂ ਮੰਨੀ ਜਾਂਦੀ।
ਕਿਉਂਕਿ ਸ਼ਹਿ ਉਹਨਾਂ ਦੀ ਹੈ ਨਾ, ਉਹਨਾਂ ਦੇ ਕਿਉਂਕਿ ਨਾਲ ਪਿੱਛੇ ਕੰਮ ਉਹ ਕਰਦੇ ਆ। ਬਿਲਕੁਲ। ਹਾਂਜੀ ਅਕਾਲ ਤਖਤ ਦੀ ਮਰਿਆਦਾ ਤਾਂ ਸਿਰਫ ਇੱਕ ਦਿਖਾਵਾ ਦਿਖਾਉਣ ਨੂੰ ਰੱਖੀ ਹੋਈ ਹੈ ਜਿੱਦਾਂ ਉਹਨਾਂ ਨੇ, ਕਿਉਂਕਿ ਜੇ ਭਾਈ ਰਣਜੀਤ ਸਿੰਘ ਉਹੀ ਪੁਰਾਣੀ ਬਾਬਿਆਂ ਵਾਲੀ ਮਰਿਆਦਾ ਤੇ ਚੱਲਦੇ ਕੀ ਉਹਨਾਂ ਤੇ ਹਮਲਾ ਹੁੰਦਾ? ਬਿਲਕੁਲ। ਨੌਜਵਾਨੀ ਨੂੰ ਅੱਜ ਇਹ ਚੀਜ਼ ਸੋਚਣੀ ਪੈਣੀ ਹੈ ਕਿ ਕੀ ਉਸੇ ਤਰੀਕੇ ਨਾਲ ਜੇ ਉਹ ਆਪਣਾ ਬਾਬਾਬਾਦ ਕੰਟੀਨਿਊ ਕਰਦੇ ਤਾਂ ਕੋਈ ਉਹਨਾਂ ਤੇ ਹਮਲਾ ਕਰਦਾ? ਕੀ ਉਹਨਾਂ ਨੂੰ ਅਕਾਲ ਤਖਤ ਤੇ ਸੱਦਿਆ ਜਾਂਦਾ? ਉਸ ਤੋਂ ਵੀ ਵੱਡੀਆਂ ਚਾਹੇ ਉਹ ਗੱਪ ਕਹਾਣੀਆਂ ਜ਼ਿੰਦਗੀ 'ਚ ਸੁਣਾਉਂਦੇ ਜਿੱਦਾਂ ਦੀਆਂ ਉਹ ਪਹਿਲਾਂ ਕਰਦੇ ਹੁੰਦੇ ਸੀ, ਪਰ ਕਿਸੇ ਦੀ ਹਿੰਮਤ ਨਹੀਂ ਸੀ ਹੋਣੀ ਉਹ ਇਹ ਕਹਿਣ ਦੀ। ਕਦੇ ਜ਼ਿੰਦਗੀ 'ਚ ਉਹਨਾਂ ਨੂੰ ਸਿਕਿਉਰਿਟੀ ਲੈ ਕੇ ਦੀਵਾਨ ਲਾਉਣ ਦੀ ਲੋੜ ਨਹੀਂ ਪਈ। ਅਸੀਂ ਆਪ ਦੇਖਿਆ ਹੈ ਕਿ ਬਿਨਾਂ ਸਿਕਿਉਰਿਟੀ ਤੋਂ ਉਹ ਦੀਵਾਨ ਕਰਦੇ ਹੁੰਦੇ ਸੀਗੇ, ਹਨਾ। ਲੱਖਾਂ ਲੋਕੀ ਇਦਾਂ ਹੀ ਜਾ ਕੇ ਸੁਣਦੇ ਸੀ, ਪਰ ਅੱਜ ਸਿਕਿਉਰਿਟੀ ਕਿਉਂ ਲੈਣੀ ਪਈ? ਕਰਕੇ ਜਦੋਂ ਸੱਚ ਦੀ ਗੱਲ ਕਰਦੇ ਆ ਨਾ, ਫਿਰ ਤੁਹਾਡੇ ਜਿਹੜੇ ਆ ਵਿਰੋਧੀ ਜਿਹੜੇ ਆ ਉਹ ਬਣਦੇ ਆ। ਕਿਉਂਕਿ ਅੱਜ ਮੇਨ ਤਕਲੀਫ ਤਾਂ ਸਭ ਤੋਂ ਵੱਡੀ ਇਸੇ ਗੱਲ ਦੀ ਹੈ ਕਿ ਮੇਨ ਤਾਂ ਚੁੱਪ ਕਰਾਉਣਾ ਚਾਹੁੰਦੇ ਆ। ਜਿਹੜੀ ਉਹਨਾਂ ਨੇ ਗੱਲ ਕਹੀ ਹੈ ਨਾ ਉਸ ਵੀ ਆਪਣੀ ਵੀਡੀਓ ਦੇ ਵਿੱਚ ਕਿ ਜੇ ਮੇਰੇ ਇੱਥੇ ਗੋਲੀ ਮਾਰੋਗੇ ਤੇ ਮੇਰਾ ਦਿਮਾਗ ਜੇ ਉੱਥੇ ਡਿੱਗਿਆ ਹੋਇਆ ਫਿਰ ਮੈਂ ਚੁੱਪ ਕਰਾਂਗਾ, ਉਸ ਤੋਂ ਇਲਾਵਾ ਤੁਸੀਂ ਮੈਨੂੰ ਚੁੱਪ ਨਹੀਂ ਕਰਾ ਸਕਦੇ। ਸਾਡੇ ਦਿਲਾਂ ਦੇ ਵਿੱਚ, ਸਾਡੇ ਸਰੀਰ ਦੇ ਵਿੱਚ ਇਹ ਗੱਲਾਂ ਸੁਣ ਕੇ ਹਿੰਮਤ ਭਰਦੀ ਹੈ ਭਾਈ ਅਸੀਂ ਆਪਣੀ ਗੱਲ ਕਹਿਣ ਲਈ ਕਿਸ ਤਰੀਕੇ ਨਾਲ ਅੱਗੇ ਆ ਸਕਦੇ ਹਾਂ। ਜੇ ਅੱਜ ਉਹ ਸਾਨੂੰ ਇੱਥੇ ਤੱਕ ਲੈ ਕੇ ਆਏ ਨੇ, ਸਾਡੀ ਜ਼ਿੰਦਗੀ 'ਚ ਬਦਲਾਅ ਹੋਇਆ ਉਹਨਾਂ ਦੀ ਵਜ੍ਹਾ ਨਾਲ, ਜਦੋਂ ਉਹਨਾਂ ਨੇ ਗੁਰਬਾਣੀ ਦੀ ਵਿਆਖਿਆ ਸਾਡੇ ਮੂਹਰੇ ਰੱਖੀ ਜਿਹਦੇ ਨਾਲ ਅਸੀਂ ਲੌਜੀਕਲੀ ਸੋਚਣ ਲੱਗੇ, ਤਾਂ ਜਾ ਕੇ ਅੱਜ ਸਾਨੂੰ ਮਹਿਸੂਸ ਹੁੰਦਾ ਕਿ ਜਿਹੜਾ ਇਨਸਾਨ ਇੰਨੀ ਵੱਡੀ ਹਿੰਮਤ ਕਰ ਸਕਦਾ ਤਾਂ ਯਾਰ ਅਸੀਂ ਆਪਣੀ ਗੱਲ ਵੀ ਨਹੀਂ ਕਹਿ ਸਕਦੇ। ਜਦ ਕਿ ਅਸੀਂ ਪ੍ਰਚਾਰਕ ਥੋੜੀ ਸੀਗੇ, ਅਸੀਂ ਤਾਂ ਪ੍ਰਚਾਰਕਾਂ ਦੇ ਮੂੰਹਾਂ ਨੂੰ ਦੇਖਣ ਵਾਲੇ ਬੰਦੇ ਸੀ। ਪ੍ਰਚਾਰਕ ਆਉਂਦਾ ਸੀ, ਗੁਰਦੁਆਰਿਆਂ 'ਚ ਬਹਿੰਦਾ ਸੀ, ਸਟੇਜ ਤੇ ਬਹਿ ਕੇ ਸਾਨੂੰ ਗੱਲ ਜਿਹੜੀ ਸੁਣਾ ਜਾਂਦਾ ਸੀ, ਅਸੀਂ ਅੱਧੀ ਕੁ ਸਾਨੂੰ ਸਮਝ ਲੱਗਦੀ ਸੀ, ਅੱਧੀ ਕੁ ਉੱਤੋਂ ਦੀ ਲੰਘ ਜਾਂਦੀ ਸੀ, ਤੇ ਅਸੀਂ ਆਪਣੀਆਂ ਗੱਲਾਂ ਕਦੋਂ ਕਰ ਸਕਦੇ ਸੀਗੇ। ਤਾਂ ਪਰ ਅੱਜ ਜਿਹੜਾ ਅਸੀਂ ਆਪਣੀਆਂ ਗੱਲਾਂ ਕਰਨ ਦੇ ਅੱਜ ਕਾਬਿਲ ਹੋਏ ਹਾਂ, ਕਮ ਸੇ ਕਮ ਚਾਹੇ ਸਾਡੀ ਸ਼ਬਦ ਸ਼ੈਲੀ, ਚਾਹੇ ਸਾਡਾ ਬੋਲਣ ਦਾ ਢੰਗ ਉਹੋ ਜਿਹਾ ਪ੍ਰਚਾਰਕਾਂ ਵਰਗਾ ਨਾ ਵੀ ਹੋਵੇ, ਪਰ ਅਸੀਂ ਆਪਣੀ ਗੱਲ ਜਿਹੜੀ ਆ ਉਹਨੂੰ ਡਿਲੀਵਰ ਕਰਨ ਦਾ ਜਿਹੜਾ ਆਪਣਾ ਟੀਚਾ ਮਿੱਥਿਆ ਹੋਇਆ ਹੈ। ਜਿਸ ਤਰੀਕੇ ਨਾਲ ਭਾਈ ਸਾਹਿਬ ਕਹਿੰਦੇ ਨੇ, ਸਾਡਾ ਵੀ ਫੈਸਲਾ ਉਹੀ ਹੈ ਕਿ ਤੁਸੀਂ ਜੋ ਮਰਜ਼ੀ ਕਰ ਲਓ ਪਰ ਤੁਸੀਂ ਮੂੰਹ ਨਹੀਂ ਬੰਦ ਕਰਾ ਸਕਦੇ, ਕਿਉਂਕਿ ਅਸੀਂ ਜਿਹੜੀ ਚੀਜ਼ ਨੂੰ ਸੋਚਦੇ ਹਾਂ, ਜਿਹੜੀ ਚੀਜ਼ ਨੂੰ ਅਸੀਂ ਸਮਝਦੇ ਹਾਂ, ਅਸੀਂ ਉਸ ਨੂੰ ਅੱਗੇ ਡਿਲੀਵਰ ਕਰਨਾ। ਸੋ ਜੋ ਹੋ ਜਾਵੇ ਅਸੀਂ ਉਸ ਨੂੰ ਰੋਕ ਨਹੀਂ ਸਕਦੇ। ਸੋ ਭਾਈ ਸਾਹਿਬ ਤੁਸੀਂ ਆਪਣੇ ਵਿੱਚੋਂ ਕਿਹੜੇ ਵਿਚਾਰ ਦੇਣਾ ਚਾਹੁੰਦੇ ਹੋ ਉਹਦੇ ਵਿੱਚ? ਹਾਂਜੀ, ਜਿੱਦਾਂ ਭਾਈ ਸਾਹਿਬ ਨੇ ਅਕਾਲ ਤਖਤ ਦੇ ਜੋ ਵੀ ਆ ਸਾਨੂੰ ਸਮਝਾਇਆ, ਉਹਨਾਂ ਕੋਲ ਵੋਕੈਬਲਰੀ ਵੀ ਕਾਫੀ ਆ, ਗਿਆਨ ਵੀ ਕਾਫੀ ਆ, ਪਰ ਲੇਕਿਨ ਜੇ ਅਸੀਂ ਆਪਣੇ ਵਿਊ ਦੱਸਣੇ ਹੋਵੇ ਅਕਾਲ ਤਖਤ ਦੇ ਬਾਰੇ, ਉਹ ਉਦੋਂ ਹਿਸਟਰੀ ਸੀ, ਗੁਰੂ ਸਾਹਿਬ ਨੇ ਜਿੱਦਾਂ ਵੀ ਬਣਾਇਆ, ਪਰ ਲੇਕਿਨ ਅੱਜ ਦੇ ਹਾਲਾਤਾਂ ਵਿੱਚ ਅਸੀਂ ਦੇਖੀਏ ਨਾ ਤਾਂ ਸਿਰਫ ਇੰਨਾ ਹੀ ਆ ਵੀ ਇੱਕ ਬੰਦਾ ਉੱਥੇ ਬਿਠਾਲ ਕੇ ਔਰ ਲੱਖਾਂ ਕਰੋੜਾਂ ਬੰਦੇ ਉਹਦੇ ਪਿੱਛੇ ਕਿੱਦਾਂ ਕੰਮ ਕਰਨ, ਕਿੱਦਾਂ ਉਹ ਬੋਲੇ ਤੇ ਚੁੱਪ ਕਰ ਜਾਣ, ਤੇ ਜੇ ਉਹ ਕਹਿਣ ਖੜੇ ਹੋ ਜਾਓ ਤੇ ਖੜੇ ਹੋ ਜਾਣ। ਤਾਂ ਸਾਨੂੰ ਇਦਾਂ ਲੱਗਦਾ ਆ ਵੀ ਮਤਲਬ ਇਹਦੇ ਪਿੱਛੇ ਸਾਰਾ ਕੁਝ ਜੋ ਵੀ ਹੈਗਾ ਆ ਸਰਕਾਰ, ਸਾਨੂੰ ਪਤਾ ਆ ਅਕਾਲ ਤਖਤ ਤੇ ਕੌਣ ਜਥੇਦਾਰ ਕਿਹਦੀ ਮਰਜ਼ੀ ਨਾਲ ਆਉਂਦਾ, ਕਿੱਦਾਂ ਕੰਮ ਕਰਦਾ, ਹਨਾ। ਹਾਂਜੀ, ਜਿੱਦਾਂ ਉਹ ਗੱਲ ਕਰਦੀ ਹੈ, ਇਦਾਂ ਤਾਂ ਕਿਸੇ ਟਾਈਮ ਮਸਾ ਰੰਗੜ ਵੀ ਉੱਥੇ ਬੈਠਾ ਸੀ, ਤੇ ਇਹਦਾ ਕੀ ਮਤਲਬ ਵੀ ਸਿੱਖ ਸਾਰੇ ਉਹਦੇ ਪਿੱਛੇ ਤੁਰਦੇ ਸੀ? ਬਿਲਕੁਲ। ਕਬਜ਼ਾ ਜਿਹਦਾ ਕਬਜ਼ਾ ਹੈ ਉੱਥੇ, ਜਿਹੜੀ ਸਰਕਾਰ ਦਾ ਕਬਜ਼ਾ ਆ ਉਹ ਆਪਣੇ ਹਿਸਾਬ ਨਾਲ ਕੰਮ ਕਰਵਾ ਰਹੀ ਹੈ, ਔਰ ਸਾਨੂੰ ਆਪਣੇ ਅੰਗੂਠੇ ਥੱਲੇ ਦੱਬ ਕੇ ਰੱਖਣਾ ਚਾਹੁੰਦੀ ਹੈ। ਜੇ ਜਥੇਦਾਰ ਇਦਾਂ ਸਾਨੂੰ ਗੁਰਬਾਣੀ ਦੇ ਹਿਸਾਬ ਨਾਲ ਕੋਈ ਸੇਧ ਦਊਗਾ ਤਾਂ ਅਸੀਂ ਉਹਦੀ ਗੱਲ ਮੰਨਾਂਗੇ। ਹਾਂਜੀ, ਬਿਲਕੁਲ। ਹੁਣ ਭਾਈ ਸਾਹਿਬ ਨੇ ਕਿਹਾ ਹੀ ਆ ਵੀ ਹੁਣ ਮੰਡੀਆਂ ਵੇਲੀਆਂ ਨੇ, ਹੁਣ ਸਟੇਜਾਂ ਵੇਲੀਆਂ ਨੇ, ਭਾਈ ਆਪਣਾ ਹੁਣ ਲਾ ਲਓ ਜ਼ੋਰ ਜਿਹੜਾ ਲੱਗਦਾ। ਜਿਹਨੂੰ ਹੁਣ ਜੇ ਤੋਂ ਦੀਵਾਨ ਲਾ ਹੁੰਦਾ ਤੁਸੀਂ ਮੰਡੀਆਂ ਚ ਲਾਓ, ਤੁਸੀਂ ਲੋਕਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਲਓ ਭਾਈ, ਜੇ ਤੁਹਾਡੇ ਤੋਂ ਹੁੰਦੇ ਆ ਤੁਸੀਂ ਕਰ ਲਓ। ਇਹੀ ਗੱਲ ਭਾਈ ਸਾਹਿਬ ਨੇ ਹੁਣ ਕਹੀ। ਜਦੋਂ ਭਾਜੀ ਹੁਣਾਂ ਨੇ ਕਿਹਾ ਵੀ ਪਹਿਲਾਂ ਜਥੇਦਾਰ ਸੀਗਾ ਉਹ ਤੇ ਚਲੋ ਇਦਾਂ ਦਾ ਸੀਗਾ, ਪਰ ਲੇਕਿਨ ਮੈਨੂੰ ਲੱਗਦਾ ਆ ਵੀ ਬੜੀ ਸਕੀਮਾਂ ਦੇ ਨਾਲ ਇਹਨਾਂ ਨੇ ਕੀਤਾ ਵੀ ਹੁਣ ਪੜ੍ਹਿਆ ਲਿਖਿਆ, ਸਿਰਫ ਦੇਖਣ ਨੂੰ ਪੜ੍ਹਿਆ ਲਿਖਿਆ, ਜਿੱਦਾਂ ਹਨਾ ਇੱਕ ਪੜ੍ਹਿਆ ਲਿਖਿਆ ਪਾਂਡਾ ਲਿਆ ਕੇ ਸਾਡੇ ਉੱਪਰ ਸਿਰਾਂ ਦੇ ਫੇਰ ਬਿਠਾ ਦਿੱਤਾ, ਗੱਲਾਂ ਸਭ ਤੋਂ ਉਹੀ ਮਨਾਉਣੀਆਂ ਆ, ਪਰ ਇਹਦੇ ਕੋਲ ਵੋਕੈਬਲਰੀ ਹੈਗੀ ਆ, ਸ਼ਬਦਾਂ ਦਾ ਜਾਲ ਹੈਗਾ, ਤੇ ਉਹ ਘੁਮਾ ਕੇ ਗੱਲ ਕੰਮ ਇਹਨੇ ਪਹਿਲਾਂ ਵਾਲੇ ਕਰਨੇ, ਜਿੱਦਾਂ ਪਹਿਲੇ ਜਥੇਦਾਰ ਕਰਦੇ ਰਹੇ ਇਦਾਂ ਹੀ ਇਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਇਹੋ ਕਹਿਣਾ ਚਾਹੁੰਦਾ ਜੀ, ਭਾਈ ਸਾਹਿਬ ਉਹਨਾਂ ਨੇ ਜਿਹੜੀ 1 ਘੰਟੇ 26 ਮਿੰਟ ਦੀ ਵੀਡੀਓ ਕੱਢੀ ਆ, ਉਹਦੇ ਵਿੱਚ ਸਾਰਾ ਕੁਝ ਕਲੀਅਰ ਕਰ ਦਿੱਤਾ ਉਹਨਾਂ ਨੇ, ਸਾਨੂੰ ਕੋਈ ਹੋਰ ਕਹਿਣ ਦੀ ਐਡੀ ਖਾਸ ਲੋੜ ਨਹੀਂ ਹੈਗੀ। ਤੇ ਬਿਲਕੁਲ ਅਸੀਂ ਭਾਈ ਸਾਹਿਬ ਦੀ ਜਿਹੜੀ ਗੱਲਬਾਤ ਆ ਉਹਨਾਂ ਦੇ ਨਾਲ ਸਹਿਮਤ ਆ, ਤੇ ਇੰਨੇ ਕਹਿਣਾ ਚਾਹੁੰਦਾ ਸੀ ਜੀ। ਬਿਲਕੁਲ ਜੀ, ਬਹੁਤ ਵਧੀਆ। ਦਲਜੀਤ ਸਿੰਘ ਜੀ, ਭਾਈ ਜਤਿੰਦਰ ਸਿੰਘ ਉਹਨਾਂ ਨੇ 2 ਸ਼ਬਦ ਕਹਿਣੇ। ਹਾਂਜੀ, ਸਾਨੂੰ ਮੂਰਖ ਬਣਾਇਆ ਗਿਆ, ਅਸਲ ਦੇ ਵਿੱਚ ਜਿਹੜੇ ਤਖਤਾਂ ਦੇ ਜਥੇਦਾਰ ਇਹ ਰਬੜ ਦੀਆਂ ਸਟੈਂਪਾਂ ਜੀ। ਹਾਂਜੀ, ਇਹ ਜੋ ਪਿੱਛੋਂ ਇਹਨਾਂ ਨੂੰ ਹੁਕਮ ਆਉਂਦਾ ਨਹੀਂ ਤਾਂ ਬਸ ਉਹੀ ਸਟੈਂਪਾਂ ਠੋਕਣੀਆਂ ਆ, ਹੋਰ ਇਹਨਾਂ ਦੇ ਪੱਲੇ ਕੁਛ ਨਹੀਂ, ਹੋਰ ਪੱਲੇ ਕੁਛ ਨਹੀਂ। ਇਹ ਤਾਂ ਮੋਰੇ ਖਿਡੌਣੇ ਰੱਖੇ ਆ ਉਹਨੇ ਜਿੱਦਾਂ। ਪਰ ਮੈਨੂੰ ਲੱਗਦਾ ਨਹੀਂ ਅੱਜ ਪੰਜਾਬ ਦੇ ਵਿੱਚ ਵੀ ਕੋਈ ਇਹੋ ਜਿਹਾ ਇਨਸਾਨ ਹੋਣਾ ਜਿਹਨੂੰ ਅੱਜ ਤੱਕ ਇਸ ਸਿਸਟਮ ਦਾ, ਇਹਦੀ ਅਸਲੀਅਤ ਦਾ ਨਾ ਪਤਾ ਹੋਵੇ। ਅੱਜ ਪਤਾ ਸਾਰਿਆਂ ਨੂੰ ਹੀ ਹੈ, ਬੇਸ਼ੱਕ ਬੋਲਣ ਤੋਂ ਡਰਦੇ ਆ, ਪਰ ਅੱਜ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਪਿੰਡ ਦੀ ਕੋਈ ਵੀ ਸੱਥ ਦੇ ਵਿੱਚ ਇਹੋ ਜਿਹੀ ਗੱਲ ਨਾ ਹੁੰਦੀ ਹੋਵੇ ਵੀ ਜਥੇਦਾਰ ਕਿੱਦਾਂ ਬਣਦਾ, ਇਹ ਢਾਂਚਾ ਕਿਹਦੇ ਪਰਿਵਾਰ ਦੇ ਅੰਡਰ ਚੱਲਦਾ।
ਇੱਥੇ ਫੈਸਲੇ ਕਿਹੜੇ ਪਰਿਵਾਰ ਦੇ ਲਾਗੂ ਕੀਤੇ ਜਾਂਦੇ ਆ, ਤੇ ਪੂਰੇ ਇੱਕ ਸਿੱਖ ਪੰਥ ਨੂੰ ਜਾਣੀ ਕਹਿ ਲਿਆ ਜਾਵੇ ਕਿ ਜਿਹਨੂੰ ਆਪਾਂ ਬਹੁਤ ਵੱਡਾ ਇੱਕ ਪੰਥ ਸਮਝਦੇ ਆ, ਉਹਨੂੰ ਇੱਕ ਪਰਿਵਾਰ ਕਿਸ ਤਰੀਕੇ ਨਾਲ ਡਿਕਟੇਟ ਕਰਦਾ ਹੈ। ਅੱਜ ਤਾਂ ਇਹ ਚੀਜ਼ ਲੁਕੀ ਨਹੀਂ ਰਹਿ ਗਈ, ਸਭ ਨੂੰ ਸਭ ਦੇ ਮੂਹਰੇ ਹੀ ਹੈ। ਸੋ ਇਹ ਢਾਂਚਾ ਜਿਹੜਾ ਉੱਥੋਂ ਹੀ ਚੱਲਦਾ। ਤੋ ਜਿਹੜਾ ਭਾਈ ਸਾਹਿਬ ਦਾ ਇੱਕ ਆਖਰੀ ਪੁਆਇੰਟ ਸੀਗਾ ਜਿਹਦੇ ਵਿੱਚ ਉਹਨਾਂ ਨੇ ਅਜਨਾਲੇ ਨੂੰ ਚੈਲੰਜ ਕੀਤਾ ਅਤੇ ਕੁਝ ਗੱਲਾਂ ਟਕਸਾਲ ਨੂੰ ਜਥੇਦਾਰਾਂ ਨੂੰ ਵੀ ਕਹੀਆਂ ਨੇ, ਉਹਦੇ ਵਿੱਚ ਉਹਨਾਂ ਦਾ ਕਲੀਅਰ ਕੱਟ ਮੈਸੇਜ ਹੈ ਕਿ ਭਾਈ ਮੈਂ ਹੁਣ ਦੀਵਾਨਾਂ ਤੋਂ ਵਿਹਲਾ ਹੋ ਗਿਆ ਤੇ ਤੁਸੀਂ ਹੁਣ ਚੈਨਲਾਂ ਤੇ ਆਓ ਤੇ ਆ ਕੇ ਡਿਬੇਟ ਕਰੋ। ਤੇ ਹੁਣ ਤਾਂ ਕੋਈ ਲੜਾਈ ਨਹੀਂ ਰਹਿ ਗਈ। ਹਾਂਜੀ, ਕੋਈ ਲੜਾਈ ਨਹੀਂ ਹੁਣ, ਕੋਈ ਲੜਾਈ ਨਹੀਂ ਹੁਣ। ਇਹੀ ਲੜਾਈ ਵੀ ਸਾਡੇ ਨਾਲ ਬਹਿੰਦੇ ਨਹੀਂ ਗਏ। ਹਾਂ ਬਿਲਕੁਲ, ਹੁਣ ਆਣ ਤੇ ਗੱਲ ਕਰਨ ਬਸ, ਠੀਕ ਖੁੱਲਾ ਸੱਦਾ, ਬਿਲਕੁਲ ਸਹੀ ਗੱਲ। ਤੇ ਹੁਣ ਉਹ ਤੁਸੀਂ ਆਪਣਾ ਭਾਈ ਇਹਨਾਂ ਨੂੰ ਬੇਨਤੀ ਆ ਵੀ ਇਹ ਟਾਈਮ ਬਣਾ ਲੈਣ, ਬਿਲਕੁਲ ਹਨਾ, ਚੈਨਲ ਜਿਹੜੇ ਵੀ ਆ ਉਹ ਚੂਜ਼ ਕਰ ਲੈਣ। ਬਾਕੀ ਉਹਦਾ ਫੈਸਲਾ ਅਸੀਂ ਭਾਈ ਸਾਹਿਬ ਦੇ ਉੱਤੇ ਹੀ ਰਹਿਣ ਦਿੰਦੇ ਆ ਕਿ ਉਹਨਾਂ ਨੇ ਉਹ ਕਿਸ ਤਰੀਕੇ ਨਾਲ ਫੈਸਲੇ ਲੈਣੇ ਆ, ਕਿਉਂਕਿ ਜਿਹੜੇ ਉਹ ਫੈਸਲੇ ਲੈਂਦੇ ਆ ਉਹ ਸਾਨੂੰ ਪੂਰਾ ਮਾਣ ਹੈ ਉਹਨਾਂ ਫੈਸਲਿਆਂ ਦੇ ਉੱਤੇ। ਸੋ ਜਿਹੜਾ ਇਹ ਸੰਵਾਦ ਦੀ ਗੱਲ ਕਰਦੇ ਆ, ਤੁਸੀਂ ਸੁਣਦੇ ਹੋਣੇ ਆ ਸ਼ੁਰੂ ਤੋਂ ਇੱਕੋ ਹੀ ਗੱਲ ਕਹਿੰਦੇ ਆ ਜਿਹੜੇ ਚੈਨਲ ਤੇ ਬਹਿੰਦੇ ਆ ਵੀ ਰਣਜੀਤ ਸਿੰਘ ਢੱਡਰੀਆਂ ਵਾਲਾ ਸੰਵਾਦ ਨਹੀਂ ਕਰਦਾ, ਹਨਾ, ਇਹ ਸੰਵਾਦ ਤੋਂ ਭਗੌੜਾ, ਇਹਦੇ ਕੋਲ ਸਾਡੇ ਸਵਾਲਾਂ ਦੇ ਜਵਾਬ ਨਹੀਂ, ਇੱਕੋ ਹੀ ਗੱਲ ਕਰਦੇ ਹੁੰਦੇ ਨਾ ਇਹ। ਪਰ ਉਹ ਜਿਹੜੀ ਸੰਵਾਦ ਦੀ ਗੱਲ ਹੈ ਨਾ, ਤੁਸੀਂ ਸੰਵਾਦ ਵੀ ਉਸੇ ਇਨਸਾਨ ਨਾਲ ਕਰ ਸਕਦੇ ਹੋ ਜਿਹੜਾ ਕਿ ਤੁਹਾਡੇ ਨਜ਼ਰੀਏ ਨਾਲ ਥੋੜ੍ਹਾ ਬਹੁਤਾ ਦੇਖਦਾ ਹੋਵੇ। ਇੱਕ ਜਦੋਂ ਆਪਾਂ ਜੇ ਕਿਸੇ ਨੂੰ ਕਹੀਏ ਭਾਈ ਆ ਟੀਵੀ ਦੇ ਉੱਤੇ ਇੱਕ ਆ ਫਲਾਨਾ ਸੀਰੀਅਲ ਆਉਂਦਾ ਬਈ ਦੇਖੀ ਮਾੜਾ ਜਿਹਾ, ਹਨਾ, ਤੇ ਉਹ ਕਵੇ ਵੀ ਮੈਨੂੰ ਤਾਂ ਦਿਸਦਾ ਨਹੀਂ, ਹਨਾ, ਹੋ ਬੰਦਾ ਤੁਹਾਡੇ ਕੋਲ ਹੀ ਖੜਾ ਹੋਵੇ, ਤੁਸੀਂ ਕਹੋ ਨਹੀਂ ਯਾਰ ਆਉਂਦਾ ਤਾਂ ਹੈਗਾ, ਫੋਟੋ ਆਉਂਦੀ ਹੈ, ਹਨਾ, ਉਹ ਕਵੇ ਨਹੀਂ ਵੀ ਮੈਨੂੰ ਤਾਂ ਤਾਰਾਂ ਦਿਸਦੀਆਂ, ਹਨਾ, ਉਹ ਖੜਾ ਹੀ ਪਿੱਠੇ ਪਿਛਲੇ ਪਾਸੇ ਆ। ਉਸ ਨੂੰ ਤੁਸੀਂ ਜਿਹੜੀ ਮੋਰੇ ਪਿਕਚਰ ਜਿਹੜੀ ਦਿਸ ਰਹੀ ਹੈ ਉਹਨੂੰ ਕਿਸ ਤਰੀਕੇ ਨਾਲ ਐਕਸਪਲੇਨ ਕਰੋਗੇ, ਕਿਉਂਕਿ ਉਹ ਦੂਜੇ ਪਾਸੇ ਖੜਾ ਆ। ਸੋ ਇਹ ਲੋਕ ਦੂਜੇ ਪਾਸੇ ਖੜੇ ਨੇ, ਤਾਂ ਕਰਕੇ ਇਹਨਾਂ ਦੇ ਨਾਲ ਸੰਵਾਦ ਦਾ ਪਹਿਲਾਂ ਵੀ ਕੋਈ ਇਹੋ ਜਿਹਾ, ਕਿਉਂਕਿ ਇਹਨਾਂ ਦੇ ਸੰਵਾਦ ਦਾ ਮਤਲਬ ਪਤਾ ਕੀ ਅਸਲ 'ਚ ਕਿ ਸਾਡੀ ਗੱਲ ਮੰਨ ਭਾਈ, ਸਾਡੇ ਲੈਵਲ ਤੇ ਆ ਕੇ ਡਿੱਗ ਜਾ ਤੂੰ, ਸਾਡੇ ਵਾਂਗੂ ਕਰਾਮਾਤੀ ਕਹਾਣੀਆਂ ਦੇ ਉੱਤੇ ਯਕੀਨ ਕਰ ਲਾ ਤੂੰ, ਇੱਕ ਦੋ ਕੀ ਸੁਣਾ ਦੇ ਤਾਂ ਸਾਡਾ ਸਾਰਾ ਕੁਝ ਬਸ ਮੈਂ ਕਹਿੰਦਾ ਜੀ ਫੇਲ। ਇਹਨਾਂ ਦਾ ਜਿੰਨਾ ਹੁਣ ਆਪਣਾ ਐਕਸਪੀਰੀਅੰਸ ਹੋਇਆ ਵਾ, ਇਹਨਾਂ ਦਾ ਜਿਹੜਾ ਵੀ ਇਸ ਤਰ੍ਹਾਂ ਦਾ ਇਹਨਾਂ ਨੇ ਐਕਸ਼ਨ ਲਿਆ ਵਾ, ਉਹ ਸਗੋਂ ਸਾਨੂੰ ਧੱਕ ਕੇ ਹੋਰ ਇੱਧਰ ਨੂੰ ਲਈ ਜਾਂਦਾ ਗੁਰਮਤ ਵਾਲੇ ਪਾਸੇ ਨੂੰ। ਹੁਣ ਜਦੋਂ ਭਾਈ ਸਾਹਿਬ ਨਾਲ ਡਿਬੇਟ ਹੋਈ, ਜਦੋਂ ਬੱਚੇ ਸੁਣਨਗੇ ਪੜ੍ਹੇ ਲਿਖੇ ਸਾਰਿਆਂ ਨੇ, ਜਦੋਂ ਚੈਨਲਾਂ ਤੇ ਗੱਲ ਸੁਣੀ ਤੇ ਜਦੋਂ ਉਹਨਾਂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ, ਤੇ ਜਦੋਂ ਇਹਨਾਂ ਨੇ ਅਨਲੌਜੀਕਲੀ ਗੱਲ ਕੀਤੀ, ਭਾਈ ਸਾਹਿਬ ਨੇ ਲੌਜਿਕ ਦੀ ਗੱਲ ਕੀਤੀ, ਤੇ ਕਿਹਨੂੰ ਮੂੰਹ ਖਾਉਣਾ ਮੁੜ ਗਿਆ। ਤੁਸੀਂ ਇਹ ਦੇਖੋ ਵੀ ਜਨਾਲੇ ਯਾਰਗੇ ਨੂੰ ਤੁਸੀਂ ਕਿੱਦਾਂ, ਹਾਂ ਜੇ ਹੋਰ ਕੋਈ ਹੋਵੇ ਤੁਸੀਂ ਮੰਨ ਵੀ ਸਕਦੇ, ਜਿਹੜਾ ਹਜੇ ਤਾਈਂ ਬਾਬਾ ਭਿੰਡਰਾਂ ਵਾਲੇ ਨੂੰ ਸ਼ਹੀਦ ਨਹੀਂ ਮੰਨਦਾ, ਹਾਂਜੀ, ਬਾਕੀ ਸਾਰੇ ਉਹੀ ਅਕਾਲ ਤਖਤ ਆ ਜਿਹੜਾ ਉਹਨੂੰ ਸ਼ਹੀਦ ਮੰਨਣ ਲੱਗਾ। ਅਜਨਾਲੇ ਨੂੰ ਪੁੱਛ ਨਹੀਂ ਸਕਦਾ ਵੀ ਅਸੀਂ ਸ਼ਹੀਦ ਮੰਨਦੇ, ਤੂੰ ਕੌਣ ਹੁੰਦਾ ਉਹਨੂੰ ਜਿੰਦਾ ਕਹਿਣ ਵਾਲਾ। ਇਹਨਾਂ ਨੇ ਸ਼ਹੀਦਾਂ ਦੀ ਯਾਦਗਾਰ ਬਣਾਈ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ, ਪਰ ਇਹਨਾਂ ਨੇ ਇੱਕ ਵਾਰੀ ਵੀ ਉਸ ਨੂੰ ਨਹੀਂ ਕਿਹਾ। ਉਹਦੀ ਬਾਤ ਨੂੰ ਇਹ ਸਾਰੇ ਜਣੇ ਮੂੰਹ ਚ ਘੁੰਗਣੀਆਂ ਪਾ ਲੈਂਦੇ ਆ। ਉਹਦੀ ਗੁੰਡਾਗਰਦੀ ਇਹਨਾਂ ਨੂੰ ਕਿਸੇ ਨੂੰ ਨਹੀਂ ਦੀਦੀ, ਕਿਸੇ ਪਾਠੀ ਨੂੰ ਕੁੱਟ ਲਿਆ, ਕਿਸੇ ਬਾਬੇ ਨੂੰ ਕੁੱਟ ਦਿੱਤਾ। ਹਾਂਜੀ ਹਾਂਜੀ, ਇਹੀ ਕੁਝ ਕਰਦਾ ਆ। ਹਾਂਜੀ, ਹੁਣ ਆਪਾਂ ਸਮਾਪਤੀ ਵੱਲ ਜਾਂਦੇ ਆ ਜੀ। ਤੇ ਕੋਈ ਹੋਰ ਆਖਰੀ ਅਖੀਰਲੇ ਮਿੰਟ ਵਿੱਚ ਕੁਝ ਕਹਿਣਾ ਹੋਵੇ? ਹਾਂਜੀ, ਤੁਸੀਂ ਕਹਿਣੇ ਚਾਹੁੰਦੇ ਕਹੋ। ਇਹ ਟਕਸਾਲੀ ਜਿਹੜੀ ਬਿਰਤੀ ਆ ਹਨਾ, ਉਹ ਨਾ ਖੇਲਣਾ ਨਾ ਖੇਡਣ ਦੇਣਾ। ਹਾਂਜੀ, ਉਹਨਾਂ ਦਾ ਤਾਂ ਇਹੀ ਆ, ਉਹਨਾਂ ਦਾ ਤੁਸੀਂ ਵਿਚਾਰ ਕਿੱਦਾਂ ਕਰ ਸਕਦੇ ਆ? ਉਹ ਨਾ ਕਿਸੇ ਨੂੰ ਖੇਡਣ ਦੇਣਾ, ਨਾ ਖੇਲਣਾ ਨਾ ਖੇਡਣ ਦੇਣਾ, ਜਿਹੜੀ ਗੱਲ ਉਹਨਾਂ ਦੀ। ਹਾਂਜੀ, ਇਸ ਕਰਕੇ ਭਾਈ ਸਾਹਿਬ ਨੇ ਹੁਣ ਉਹਨਾਂ ਨੂੰ ਬਹੁਤ ਵਧੀਆ ਮੌਕਾ ਦਿੱਤਾ, ਖੁੱਲਾ ਸੱਦਾ ਦਿੱਤਾ, ਬਿਲਕੁਲ ਜਾ ਕੇ ਖੁੱਲ ਕੇ ਵਿਚਾਰਾਂ ਕਰ ਲੈਣ। ਟੀਵੀ ਆਪਣੇ ਚੈਨਲਾਂ ਤੇ ਲਾਈਵ ਡਿਬੇਟਾਂ ਹੋਣ, ਅਸੀਂ ਵੀ ਸੁਣੀਏ, ਨਾਲੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ, ਉਹਦੇ ਨਾਲ ਸਾਨੂੰ ਸਾਰਿਆਂ ਨੂੰ ਸੱਚ ਝੂਠ। ਹਾਂਜੀ ਦਲਜੀਤ ਸਿੰਘ, ਤੁਸੀਂ ਕੁਝ ਕਹਿਣਾ? ਹਾਂਜੀ, ਮੈਂ ਸਾਰੀ ਦੀ ਜਾਣੀ ਕਿ ਨੂੰ ਛੋੜ ਕੱਢਿਆ ਸੀ, ਕਿਉਂਕਿ ਮੈਨੂੰ ਕਾਫੀ ਟਾਈਮ ਮੈਂ ਇੱਥੇ ਯੂਰਪ ਦੇ ਵਿੱਚ ਪੜ੍ਹਿਆ, ਤੇ ਮੈਨੂੰ ਇੱਕ ਪਾਦਰੀ ਦੀ ਕਹੀ ਗੱਲ ਦਾ ਮੈਨੂੰ ਦਿਮਾਗ ਦੇ ਵਿੱਚ ਆਈ, ਜਿਹੜੀ ਮੈਂ ਸਾਰੇ ਆਪਣੀ ਸੰਗਤ ਤੇ ਸਾਰੇ ਸਰੋਤਿਆਂ ਨਾਲ ਇਹੀ ਗੱਲ ਸ਼ੇਅਰ ਕਰਨਾ ਚਾਹੁੰਦਾ। ਹਾਂਜੀ, ਇੱਕ ਪਾਦਰੀ ਸੀ ਤੇ ਇੱਕ ਗਰੀਬ ਘਰਾਣੇ ਦਾ ਇੱਕ ਪ੍ਰਚਾਰਕ ਸੀ। ਓਕੇ, ਜਦੋਂ ਪ੍ਰਚਾਰ ਕਰਨ ਗਿਆ ਨਾ, ਉਹ ਪਾਦਰੀ ਨੂੰ ਉਹਦੀ ਪ੍ਰਚਾਰ ਕਰਨ ਦਾ ਤਰੀਕਾ ਬਹੁਤ ਪਸੰਦ ਆਇਆ, ਤੇ ਉਹਨੇ ਲਾਸਟ ਤੇ ਆ ਕੇ ਤੇ ਉਹ ਇੱਕ ਪਾਦਰੀ ਸੀ, ਜਦੋਂ ਉਹਨੇ ਆਪਣੇ ਪ੍ਰਚਾਰ ਕਰਨ ਦਾ, ਉਹਨੂੰ ਇੱਕ ਪ੍ਰਚਾਰਕ ਦਾ ਤਰੀਕਾ ਬਹੁਤ ਵਧੀਆ ਲੱਗਿਆ, ਮਨ ਨੂੰ ਬਹੁਤ ਪਸੰਦ ਆਇਆ ਉਹਨੂੰ ਪ੍ਰਚਾਰ ਕਰਨ ਦਾ ਤਰੀਕਾ। ਤੇ ਉਹ ਪਾਦਰੀ ਉਸ ਪ੍ਰਚਾਰ ਕੋਲ ਗਿਆ ਤੇ ਜਾ ਕੇ ਉਹਨੂੰ ਕਹਿੰਦਾ ਵੀ ਦੱਸ ਵੀ ਮੈਂ ਵੀ ਤੂੰ ਬੰਦਾ ਬਹੁਤ ਵਧੀਆ, ਵੀ ਜੇ ਤੈਨੂੰ ਮਦਦ ਦੀ ਲੋੜ ਆ ਤਾਂ ਮੈਂ ਤੇਰੀ ਮਦਦ ਕਰ ਦਿੰਦਾ, ਤੇ ਵੀ ਜਿੰਨੀ ਤੈਨੂੰ ਸਪੋਰਟ ਦੀ ਲੋੜ ਆ ਮੈਂ ਤੇਰੀ ਸਪੋਰਟ ਕਰ ਦਿੰਦਾ। ਉਹ ਬੜਾ ਹੈਰਾਨ ਹੋਇਆ ਤੇ ਉਹ ਕਹਿੰਦਾ ਵੀ ਕੋਈ ਗੱਲ ਨਹੀਂ, ਮੈਨੂੰ ਆਪਣਾ ਵਿਜ਼ਿਟਿੰਗ ਕਾਰਡ ਦੇ ਦੇ ਤੇ ਮੈਂ ਵਿਜ਼ਿਟਿੰਗ ਕਾਰਡ ਲੈ ਕੇ ਤੇਰੇ ਨਾਲ ਮੈਂ ਜਦੋਂ ਮੇਰਾ ਟਾਈਮ ਲੱਗਿਆ ਮੈਂ ਦੇਖ ਲੈਂਦਾ। ਕੁਛ ਕੁ ਟਾਈਮ ਬਾਅਦ ਆਪਣੇ ਸਮਝ ਲਓ ਕੁਛ ਸਮਾਂ ਪਿਆ, ਉਹਨੂੰ ਪਾਦਰੀ ਦੀ ਗੱਲ ਯਾਦ ਆ ਗਈ, ਮੈਨੂੰ ਫਲਾਨਾ ਪਾਦਰੀ ਨੇ ਕਿਹਾ ਸੀ ਵੀ ਜੇ ਤੈਨੂੰ ਲੋੜ ਹੋਈ ਤਾਂ ਮੇਰੇ ਕੋਲ ਆ ਜੀ, ਮੈਂ ਤੇਰੀ ਮਦਦ ਕਰਾਂਗਾ। ਤੇ ਉਹ ਚਲਿਆ ਜਾਂਦਾ,
ਉਹਦੇ ਵਿਜ਼ਿਟਿੰਗ ਹਾਊਸ 'ਚ ਅਪਾਇੰਟਮੈਂਟ ਲੈਂਦਾ, ਲੈ ਕੇ ਉੱਥੇ ਚਲਿਆ ਜਾਂਦਾ। ਤੇ ਉੱਥੇ ਪਾਦਰੀ ਦੇ ਬਾਹਰ ਇੱਕ ਕੁੱਤਾ ਬੈਠਾ ਸੀ। ਉਹ ਕੁੱਤੇ ਵੱਲ ਦੇਖਦਾ ਤੇ ਕੁੱਤਾ ਉਹਦੇ ਵੱਲ ਦੇਖਦਾ, ਤੇ ਕੁੱਤੇ ਮੂਹਰੇ ਕੁੱਤੇ ਵੱਲ ਦੇਖਦਾ, ਕੁੱਤਾ ਉਹਦੇ ਵੱਲ ਦੇਖਦਾ, ਭੌਂਕਦਾ ਨਹੀਂ, ਕੁਛ ਨਹੀਂ ਕਹਿੰਦਾ। ਪਾਦਰੀ ਉਹਨੂੰ ਅੰਦਰ ਬੁਲਾ ਕੇ ਜਦੋਂ ਉਹਦੇ ਨਾਲ ਵਿਚਾਰ ਵਟਾਂਦਰਾ ਕਰਦਾ, ਤੇ ਉਹ ਕਹਿੰਦਾ ਵੀ ਜਿੰਨਾ ਤੇਰਾ ਪੜ੍ਹਾਈ ਦਾ ਖਰਚਾ ਸਾਰਾ ਮੈਂ ਚੱਕਾਂਗਾ, ਤੈਨੂੰ ਕੁਛ ਕਰਨ ਦੀ ਲੋੜ ਨਹੀਂ। ਉਹ ਬੜਾ ਹੈਰਾਨ ਹੁੰਦਾ ਵੀ ਇੰਨੀ ਮੈਂ ਪੜ੍ਹਾਈ ਕੀਤੀ ਆ, ਮੈਂ ਗਾਂ ਹੋਰ ਪੜ੍ਹਨਾ ਚਾਹੁੰਦਾ, ਵੀ ਸਾਰਾ ਖਰਚਾ ਤੂੰ ਚੱਕੇਗਾ ਤੇ ਵੀ ਤੂੰ ਬਦਲੇ 'ਚ ਤੈਨੂੰ ਕੀ ਚਾਹੀਦਾ? ਉਹ ਕਹਿੰਦਾ ਜਦੋਂ ਮੌਕਾ ਆਊਗਾ ਮੈਂ ਤੈਨੂੰ ਦੱਸੂਗਾ, ਤੂੰ ਪੜ੍ਹ ਲਾ। ਉਹ ਕਹਿੰਦਾ ਚੱਲ ਠੀਕ ਆ, ਮੈਂ ਪੜ੍ਹ ਲੈਣਾ। ਉਹਨੇ ਪੜ੍ਹਿਆ, ਉਹਨੇ ਸਾਰਾ ਖਰਚਾ ਪਾਦਰੀ ਨੇ ਚੱਕਿਆ, ਤੇ ਫਿਰ ਦੁਬਾਰਾ ਫਿਰ ਉਸੇ ਪਾਦਰੀ ਕੋਲ ਮਿਲਣ ਆਉਂਦਾ ਵੀ ਮੈਂ ਪਤਾ ਕਰਕੇ ਤਾਂ ਆਵਾਂ ਵੀ ਇਹ ਮੇਰੇ ਕੋਲੋਂ ਚਾਹੁੰਦਾ ਕੀ ਆ। ਜਦੋਂ ਜਾਂਦਾ ਤਾਂ ਉਹਦੇ ਕੋਲ 2 ਵਕਤ ਦੀ ਰੋਟੀ ਹੁੰਦੀ ਆ, ਇੱਕ ਡੰਗ ਦੀ ਰੋਟੀ ਨਾਲ ਲੈ ਕੇ ਗਿਆ ਹੁੰਦਾ ਵੀ ਪਤਾ ਨਹੀਂ ਕਿੰਨਾ ਟਾਈਮ ਲੱਗੇ ਜਾਂ ਕਿੱਦਾਂ। ਉਹ ਕੁੱਤੇ ਮੂਹਰੇ ਸੜਦਾ, ਕੁੱਤਾ ਖਾਂਦਾ ਨਹੀਂ। ਦੁਬਾਰਾ ਫਿਰ ਉਹ ਬਹਿੰਦਾ, ਫਿਰ ਕੁੱਤੇ ਮੂਹਰੇ ਫਿਰ ਦੂਜੀ ਬੁਰਕੀ ਛੱਡਦਾ, ਕੁੱਤਾ ਖਾਂਦਾ ਨਹੀਂ। ਤੀਜੀ ਵਾਰ ਪਾਦਰੀ ਆ ਜਾਂਦਾ, ਪਾਦਰੀ ਆ ਕੇ ਉਹਨੂੰ ਬਹਿੰਦਾ ਵੀ ਹਾਂ ਦੱਸ ਵੀ ਤੂੰ ਮੈਨੂੰ ਮਿਲਣਾ। ਕਹਿੰਦਾ ਮੈਂ ਪਰ ਇਹ ਜਾਣਨਾ ਚਾਹੁੰਦਾ ਵੀ ਤੂੰ ਮੇਰੀ ਪੜ੍ਹਾਈ ਦਾ ਖਰਚਾ ਤਾਂ ਚੱਕ ਲੇਗਾ, ਪਰ ਬਦਲੇ 'ਚ ਤੈਨੂੰ ਚਾਹੀਦਾ ਕੀ ਆ, ਮੈਨੂੰ ਇਹ ਗੱਲ ਦੱਸ। ਉਹ ਕਹਿੰਦਾ ਕੋਈ ਬਾਲੀ ਵੱਡੀ ਖਾਸ ਗੱਲ ਨਹੀਂ। ਕਹਿੰਦਾ ਪਰ ਮੈਂ ਇੱਕ ਗੱਲ ਨੋਟਿਸ ਕੀਤੀ ਆ ਵੀ ਮੈਂ ਇੱਥੇ ਆਇਆ, ਤੇਰੇ ਕੁੱਤੇ ਕੋਲ ਬੁਰਕੀ ਸਿੱਟੀ ਆ ਤੇ ਤੇਰੇ ਕੁੱਤੇ ਨੇ ਚੱਕੀ ਨਹੀਂ। ਕਹਿੰਦਾ ਹਾਂ। ਕਹਿੰਦਾ ਉਹ ਕੁੱਤਾ ਮੇਰਾ ਵਫਾਦਾਰ ਆ। ਕਹਿੰਦਾ ਕੁੱਤਾ ਮੇਰਾ ਉਹ ਵਫਾਦਾਰ ਆ, ਜੇ ਇਹੀ ਰੋਟੀ ਮੈਂ ਸਿੱਟਾਂ ਤਾਂ ਉਹਨੇ ਉਸੇ ਟਾਈਮ ਖਾ ਲੈਣੀ ਆ, ਜੇ ਇਹ ਰੋਟੀ ਕੋਈ ਉੱਪਰਾ ਬੰਦਾ ਦਿੱਤਾ ਤਾਂ ਨਹੀਂ। ਕਹਿੰਦਾ ਫਿਰ ਮੇਰੇ ਕੋਲੋਂ ਤੂੰ ਕੀ ਭਾਲਦਾ? ਕਹਿੰਦਾ ਮੈਂ ਬਸ ਇਹੀ ਭਾਲਦਾ ਵੀ ਜਦੋਂ ਵੀ ਤੂੰ ਪ੍ਰਚਾਰ ਕਰਨ ਜਾਵੇਂ ਤੇ ਸਾਡੇ ਧਰਮ ਦਾ ਇੱਕ ਆਗੂ ਦਾ ਬਸ ਤੈਂ ਨਾਂ ਲੈ ਦੇਣਾ, ਇਹੀ ਸਾਨੂੰ ਚਾਹੀਦਾ, ਇਸ ਤੋਂ ਉੱਪਰ ਹੋਰ ਕੁਛ ਨਹੀਂ ਚਾਹੀਦਾ। ਜੇ ਤੂੰ 2 ਘੰਟੇ ਦੀ ਸਪੀਚ ਬੋਲਦਾ ਤੇ 2 ਘੰਟੇ ਦੀ ਸਪੀਚ ਦੇ ਵਿੱਚ ਸਾਡੇ ਇੱਕ ਆਗੂ ਦਾ ਨਾਂ ਲੈ ਲੈਣਾ। ਉਹੀ ਹਾਲ ਅੱਜ ਕੱਲ੍ਹ ਆਪਣੇ ਜਥੇਦਾਰਾਂ ਦਾ, ਉਹੀ ਹਾਲ ਅੱਜ ਕੱਲ੍ਹ ਆਪਣੇ ਪ੍ਰਚਾਰਾਂ ਦਾ। ਜਿੰਨਾ ਮਰਜ਼ੀ ਆਪਾਂ ਇਹਨਾਂ ਕੋਲੋਂ ਪ੍ਰਚਾਰ ਸੁਣ ਲਈਏ, ਜਿੰਨਾ ਮਰਜ਼ੀ ਆਪਾਂ ਇਹਨਾਂ ਕੋਲੋਂ ਫਰਮਾਨ ਸੁਣ ਲਈਏ, ਪਰ ਇਹਨਾਂ ਦੇ ਵਿੱਚ ਹੁਣ ਪਿੱਛੋਂ ਜਿਹੜੀ ਬੁਰਕੀ ਆਉਂਦੀ ਆ ਪੁਜਾਰੀ ਦੀ, ਹਿੰਦੂ ਸੰਪਰਦਾਵਾਂ ਦੀ, ਇਹਨਾਂ ਨੇ ਉਹੀ ਬੋਲਣੀ ਹੈ। ਜਿੰਨਾ ਮਰਜ਼ੀ ਆਪਾਂ ਜੋ ਮਰਜ਼ੀ ਕਹੀ ਜਾਈਏ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹੀ ਚਸਕਾ ਪੈ ਗਿਆ। ਸਿੱਖ ਪੁਜਾਰੀ ਨੂੰ ਉਹੀ ਚਸਕਾ ਪਿਆ, ਪਿੱਛੋਂ ਜਿਹੜੀ ਬੁਰਕੀ ਆਉਂਦੀ ਆ ਉਹਨਾਂ ਨੇ ਉਹੀ ਖਾਣੀ ਆ। ਹਾਂਜੀ, ਜਿੱਦਾਂ ਉਹ ਪਾਦਰੀ ਦੀ ਦਿੱਤੀ ਹੋਈ ਰੋਟੀ ਹੀ ਕੁੱਤਾ ਖਾਂਦਾ ਸੀ, ਬਾਹਰਲੇ ਬੰਦੇ ਦੀ ਰੋਟੀ ਨਹੀਂ ਸੀ ਖਾਂਦਾ, ਇੱਦਾਂ ਹੀ ਜਿੰਨੇ ਆਪਣੇ ਸੰਪਰਦਾਇ ਜਾਂ ਜਿੰਨੇ ਆਪਣੇ ਮਿਸ਼ਨਰੀ ਜਾਂ ਜਿੰਨੇ ਆਪਣੇ ਕਥਾਵਾਚਕ ਭਾਵੇਂ PhD ਵਾਲੇ ਨੇ, ਉਹਨਾਂ ਨੂੰ ਵੀ ਇਹੀ ਚਸਕਾ ਪਿਆ ਹੋਇਆ। ਪਿੱਛੋਂ ਬੁਰਕੀ ਮਿਲਦੀ ਆ, ਸਟੇਜਾਂ ਮਿਲਦੀਆਂ ਨੇ, ਸਟੇਜਾਂ ਦੇ ਸਾਹਮਣੇ ਪਈ ਪ੍ਰਾਂਤ ਦਿਖਦੀ ਆ ਵੀ ਡਾਲਰਾਂ ਨਾਲ ਪਾਉਂਡਾਂ ਨਾਲ ਭਰਦੀ ਆ, ਤਾਂ ਉਹਨਾਂ ਨੂੰ ਉਹੀ ਚੀਜ਼ ਚਾਹੀਦੀ ਆ। ਉਹ ਤੋਂ ਬਾਅਦ ਕਿਉਂ ਹੋਰ ਕੋਈ ਗੱਲ ਕਰਨਗੇ? ਚਲੋ ਬਿਲਕੁਲ। ਹੁਣ ਇੱਕ ਪਾਸੇ ਤਾਂ ਹੁਣ ਭਾਈ ਰਣਜੀਤ ਸਿੰਘ ਜੀ ਨੇ ਜਿਹੜਾ ਸਾਰਾ ਕੁਝ ਤਿਆਗਣ ਲਈ ਬੈਠੇ ਨੇ, ਤੇ ਦੂਜੇ ਪਾਸੇ ਇਹ ਕਹਿੰਦੇ ਨੇ ਨਹੀਂ, ਸਾਡੇ ਤੋਂ ਸਟੇਜਾਂ ਨਹੀਂ ਜਾਣੀਆਂ ਚਾਹੀਦੀਆਂ, ਸਾਡੇ ਮੂਹਰੇ ਪ੍ਰਾਂਤਾਂ ਉੱਦਾਂ ਹੀ ਲੱਗੀਆਂ ਰਹਿਣੀਆਂ ਚਾਹੀਦੀਆਂ ਨੇ, ਅਸੀਂ ਬੋਲਣੀ ਉਸੇ ਪੁਜਾਰੀ ਦੀ ਧੁੱਤੀ ਆ। ਗੱਲ ਕੀ ਭਾਵੇਂ ਉਹ ਕਿਸੇ ਦੇ ਮਰਜ਼ੀ ਖਿਲਾਫ ਉਹਨਾਂ ਨੂੰ ਬੁਲਵਾਉਣਾ ਹੋਵੇ ਉਹ ਬੋਲ ਲੈਂਦੇ। ਬਸ ਮੈਂ ਇੰਨੀ ਗੱਲ ਕਰਨੀ। ਚਲੋ ਠੀਕ ਹੈ ਜੀ, ਇੱਥੇ ਹੁਣ ਆਪਾਂ ਹਾਂਜੀ, ਮੈਂ ਅਖੀਰ ਦੇ ਵਿੱਚ ਇੱਕੋ ਮੈਸੇਜ ਦੇ ਕੇ ਸਮਾਪਤੀ ਕਰਾਂਗਾ ਜੀ। ਭਾਈ ਸਾਹਿਬ ਨੇ ਵੀਡੀਓ ਦੇ ਸ਼ੁਰੂ ਵਿੱਚ ਇੱਕ ਗੱਲ ਕਹੀ ਹੈ ਕਿ ਜਿਹਦਾ ਮੈਨੂੰ ਸੁਣ ਕੇ ਜੀਵਨ ਬਦਲਿਆ, ਜਿਨ੍ਹਾਂ ਨੂੰ ਇਸ ਗੱਲ ਸਮਝ ਲੱਗਦੀ ਹੈ, ਅੱਜ ਉਹਨਾਂ ਨੂੰ ਆਪਣੇ ਲੱਤਾਂ ਤੇ ਭਾਰ ਪਾਉਣਾ ਪੈਣਾ। ਸੋ ਲੱਤਾਂ ਤੇ ਭਾਰ ਪਾਉਣ ਦਾ ਜਿਹੜਾ ਮਤਲਬ ਹੈ ਉਹ ਇਹੀ ਬਣਦਾ ਕਿ ਜੇ ਤੁਸੀਂ ਇਸ ਸੋਚ ਨੂੰ ਸਮਝਦੇ ਹੋ, ਜੇ ਤੁਸੀਂ ਇਸ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ, ਬੇਸ਼ੱਕ ਇਹਦੇ 'ਚ ਤੱਤੀਆਂ ਤਵੀਆਂ ਵੀ ਆਉਣਗੀਆਂ, ਬੇਸ਼ੱਕ ਇਹਦੇ ਵਿੱਚ ਨੀਹਾਂ 'ਚ ਚਿੜਨਾ ਵੀ ਪੈ ਸਕਦਾ, ਪਰ ਇਹ ਜੇ ਤੁਸੀਂ ਸੋਚ ਨੂੰ ਸਮਝਣਾ ਹੈ ਨਾ, ਤਾਂ ਫਿਰ ਇਹਦੇ ਉੱਤੇ ਹੀ ਅੱਗੇ ਚੱਲਣਾ ਪਊਗਾ। ਹਿੰਮਤ ਦੇ ਨਾਲ, ਹੌਸਲੇ ਦੇ ਨਾਲ ਅੱਗੇ ਵਧਦੇ ਰਹੋ। ਇਹ ਜਿਹੜਾ ਗੁਲਾਮੀ ਦਾ ਸਾਡੇ ਉੱਤੇ ਜੰਜਾਲ ਪਾਇਆ ਹੋਇਆ, ਇਹਨੂੰ ਸਾਨੂੰ ਤੋੜਨਾ ਜਿਹੜਾ ਆ ਉਹ ਸਭ ਤੋਂ ਜਿਹੜਾ ਜ਼ਿਆਦਾ ਜ਼ਰੂਰੀ ਇਹੀ ਹੈ। ਸੋ ਇਹੀ ਗੱਲ ਕਰਦਾ ਹੋਇਆ ਹੁਣ ਅਸੀਂ ਸਮਾਪਤੀ ਕਰਦੇ ਹਾਂ ਜੀ। ਸੋ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਇਸ ਵਿਚਾਰ ਦੇ ਵਿੱਚ ਸਾਡੇ ਕੋਲ ਸ਼ਾਮਲ ਹੋਏ। ਸੋ ਅੱਗੇ ਆਉਣ ਵਾਲੇ ਅਸੀਂ ਹਫ਼ਤਾਵਾਰੀ ਐਪੀਸੋਡ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਕੋਈ ਨਾ ਕੋਈ ਵਿਸ਼ੇ 'ਤੇ ਜ਼ਰੂਰ ਗੱਲਬਾਤ ਹੋਈ ਜਾਇਆ ਕਰੇਗੀ ਅਤੇ ਕਰੰਟ ਵਿਸ਼ਿਆਂ ਦੇ ਉੱਤੇ ਵੀ ਅਸੀਂ ਇਸੇ ਤਰੀਕੇ ਨਾਲ ਗੱਲਬਾਤ ਕਰਦੇ ਰਹਾਂਗੇ। ਸੋ ਇੰਨਾ ਕਹਿੰਦਾ ਹੋਇਆ ਹੁਣ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।